ਦੁਸ਼ਟ ਦਮਨ ਨਿਜ ਨਾਮ ਧਰਾਏ। ਇਧਰ ਆਪਣਾ ਦੁਸ਼ਟ ਦਮਨ ਨਾਮ ਰਖਾ ਕਰਕੇ ਸੱਚੇ ਪਾਤਸ਼ਾਹ ਤਪਸੀ ਪੁਰਖ ਗਇਓ ਪਿਤ ਕੇ ਠੱਗ। ਇਹ ਤਪਸੀ ਦੁਸ਼ਟ ਦਮਨ ਜੀ ਸਤ ਸੰਗ ਜੀ ਕਿੱਥੇ ਗਏ? ਆਪਣੇ ਪਿਤਾ ਜੀ ਕੋਲੇ ਗਏ ਬਿੰਦੀਆ ਚਲਤੇ। ਦਰਸ਼ਨ ਦੇਖਤ ਸੀਸ ਨਵਾਏ। ਜਾ ਕੇ ਸਮੁੰਦਰ ਰਿਖੀ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ ਚ ਜੋ ਸਨ ਜਾ ਕੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ ਚਰਨਾਂ ਤੇ। ਪੁੱਤਰ ਬਲੋਕਤ ਹਰਖਤ ਹੋਏ ਕਰ। ਪਤਾ ਸੀ ਕਿ ਅਸੀਂ ਉਹ ਸ਼ੇਰ ਦਾ ਖੱਲ ਝਾੜ ਕੇ ਪ੍ਰਗਟ ਕੀਤਾ ਹੈ, ਸਾਡੇ ਪੁੱਤਰ ਹਨ। ਪੁੱਤਰ ਨੂੰ ਦੇਖ ਕਰਕੇ ਦੁਸ਼ਟ ਦਮਨ ਜੀ ਨੂੰ ਬੜੇ ਖੁਸ਼ ਹੋਏ। ਦੁਰਗਾ ਬਰ ਲਖ ਬਾਕ ਲਾਏ। ਦੁਰਗਾ ਨਾਲ ਜਿਸ ਪ੍ਰਕਾਰ ਚੰਡੀ ਨਾਲ ਬਚਨ ਹੋਏ ਨੇ ਮਹਾਰਾਜ ਅੰਤਰਜਾਮੀ ਨੇ ਸਮੁੰਦਰੀ ਕੀ ਗੁਰੂ ਤੇਗ ਬਹਾਦਰ ਜੀ ਬਚਨ ਕਹੇ ਉਸ ਵੇਲੇ। ਸ਼ਕਤੀ ਕਰ ਪ੍ਰਸੰਨ ਹੈ ਸੁਤ ਤਾਪ। ਇਹ ਪਿਆਰੇ ਸੁਪੁੱਤਰ ਤਾਂ ਜੰਗ ਕਰਕੇ ਕੁਰਬਾਨੀ ਕੀਤੀ ਹੈ, ਚੰਡੀ ਨੂੰ ਖੁਸ਼ ਕਰ ਲਿਆ ਹੈ। ਵਰ ਲੀਨਸ ਕਰਕੇ ਚਿਤ ਚਾਏ। ਬਹੁਤ ਚਾਹ ਦੇ ਨਾਲ ਤਾਂ ਉਹਨਾਂ ਕੋਲ ਉਹਦੇ ਕੋਲੋਂ ਅਸ਼ੀਰਵਾਦਾਂ ਲੈ ਲਈਆਂ ਹਨ। ਯੁੱਧ ਕਰਨ ਕੋ ਬਰ ਇਹ ਲੀਨਸ। ਤਾਂ ਯੁੱਧ ਕਰਨ ਦਾ ਵਰ ਵੀ ਲੈ ਲਿਆ। ਯੁੱਧ ਹੇਤ ਹੀ ਮੈਂ ਉਪਜਾਏ। ਅਸੀਂ ਤੈਨੂੰ ਜੰਗ ਕਰਨ ਵਾਸਤੇ ਹੀ ਪ੍ਰਗਟ ਕੀਤਾ ਸੀ। ਜਿਹੜੇ ਰਾਖਸ਼ ਬੇਰ ਸਵੇਰ ਸੀ ਸਾਨੂੰ ਮਾਰਨ ਆਉਂਦੇ ਸੀ, ਅਸੀਂ ਬ੍ਰਹਮ ਪ੍ਰਾਇਣ ਸੀ, ਵਿਦਿਆਰਥੀਆਂ ਨੂੰ ਵਿਦਿਆ ਸਿਖਾ ਰਹੇ ਸੀ। ਉਹ ਵੀ ਸਤੋਮਈ ਬਿਰਤੀ ਵਾਲੇ ਵਿਦਿਆਰਥੀ, ਕਿਸੇ ਨੂੰ ਖੇਚਣ ਨਹੀਂ ਦਿੱਤੀ। ਅਸੀਂ ਆਪਣੇ ਤਪ ਦੇ ਬਲ ਦੇ ਨਾਲ ਸ਼ੇਰ ਦੀ ਖਲ ਨੂੰ ਝਾੜਿਆ ਤੇ ਤੁਸੀਂ ਪ੍ਰਗਟ ਕੀਤੇ। ਇਸ ਕਰਕੇ ਤੁਹਾਨੂੰ ਜੰਗ ਵਾਸਤੇ ਹੀ ਪ੍ਰਗਟ ਕੀਤਾ ਸੀ। ਅਦਕ ਜੁਧ ਹਿਤ ਕਰਤਾ ਸ਼ਰਦਾ। ਤੁਸੀਂ ਸ਼ਰਧਾ ਰੱਖਦੇ ਹੋ ਹੇ ਸੁਪੁੱਤਰ ਜੀ ਜੰਗ ਕਰਨ ਵਾਸਤੇ। ਜੁਧ ਸੋ ਆਨੰਦਨ ਹਿਰਦੇ ਵਸਾਏ। ਤੁਹਾਡੇ ਹਿਰਦੇ 'ਚ ਧਰਮ ਦਾ ਜੰਗ ਕਰਨਾ ਹੀ ਬਸਦਾ ਹੈ। ਰਛਿਆ ਮੋਹਿ ਕਰੋ ਇਮ ਜਾਨੋ। ਅਸੀਂ ਜਾਣਦੇ ਹਾਂ ਸਾਡੀ ਗਾਹਾਂ ਨੂੰ ਵੀ ਰੱਖਿਆ ਕਰੋਗੇ। ਆਰ ਬਲਾ ਬਾਲਕ ਜਬ ਪਾਏ। ਜਦੋਂ ਤੁਹਾਡੀ ਬਾਲਕ ਉਮਰ ਹੋਵੇਗੀ। ਖਾਲਸਾ ਜੀ ਅੱਜ ਵਿੰਧਿਆ ਚੰਨ ਪਰਬਤ ਤੇ ਬੈਠੇ ਹੋਏ ਸਮੁੰਦਰ ਰਿਖੀ ਦੇ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਭਵਿੱਖਤ ਦੇ ਬਚਨ ਆਪ ਵੀ ਕਹਿ ਰਹੇ ਨੇ। ਅਗਲੇ ਜਨਮ ਵਿੱਚ ਤੁਹਾਡੀ ਬਾਲਕ ਅਵਸਥਾ ਜਦੋਂ ਹੋਵੇਗੀ ਨਾ, ਉਦੋਂ ਵੀ ਤੁਸੀਂ ਸਾਡੀ ਰੱਖਿਆ ਕਰੋਗੇ। ਤਬ ਮੈਂ ਰਣ ਨਹੀਂ ਕਰਵ ਬਲੋਕਨ। ਅਸੀਂ ਤੁਹਾਡਾ ਪਰ ਜੰਗ ਨਹੀਂ ਦੇਖਾਂਗੇ। ਆਪਨੇ ਖਾਲਸਾ ਜੀ ਦਿੱਲੀ ਜਾ ਕੇ ਸੀਸ ਦੇ ਦੇਣਾ ਹੈ। 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੋਵੇਗੀ। ਦੱਸ ਰਹੇ ਨੇ ਇਸ ਪੁੱਤਰ ਕਲਯੁਗ ਦੇ ਆਰੰਭ ਵਿੱਚ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ 9ਵੀਂ ਜੋਤ ਵਿੱਚ ਹੋਵਾਂਗੇ, ਤੁਸੀਂ 10ਵੇਂ ਜਾਮੇ 'ਚ ਪ੍ਰਗਟ ਹੋਵੋਗੇ ਪੁੱਤਰ। ਜਿਵੇਂ ਹੁਣ ਤੁਸੀਂ ਸਾਡੇ ਪੁੱਤਰ ਹੋ, ਉਦੋਂ ਵੀ ਪੁੱਤਰ ਰੂਪ ਹੋ ਕਰਕੇ ਜਨਮ ਧਾਰੋਗੇ। ਪਰ ਮੈਂ ਤੁਹਾਡਾ ਜੰਗ ਨਹੀਂ ਦੇਖਾਂਗਾ। ਹੇ ਸੁਤ ਇਸ ਕੋ ਰਚੋ ਉਪਾਏ। ਹੇ ਪਿਆਰੇ ਸੁਪੁੱਤਰ ਇਹ ਸਾਰੇ ਮਲੇਸ਼ਾਂ ਨੂੰ ਨਾਸ਼ ਕਰਨ ਦੇ ਜਿਹੜੇ ਉਪਾਅ ਯਤਨ ਨੇ ਇਹ ਤੁਸੀਂ ਹੀ ਕਰਨੇ ਨੇ। ਹੁਣ ਤਪ ਕਰੋਗੇ, ਇਸ ਤਪ ਦੇ ਬਲ ਦੇ ਨਾਲ ਕਲਯੁਗ ਦੇ ਸਮੇਂ 'ਚ ਤੁਰਕਾਂ ਨੂੰ ਨਾਸ਼ ਕਰਕੇ ਹਿੰਦ ਧਰਮ ਦੀ ਰੱਖਿਆ ਕਰੋਗੇ। ਜਿਮ ਗੋਬੀ ਤੂਰਨ ਹੋਏ ਉਤਪਤ। ਜਿਵੇਂ ਗੋਬ ਹੈ ਜਿਹੜੀ ਸਤ ਸੰਗਤ ਜੀ ਲੈਗਰ ਉਹ ਬਹੁਤ ਛੇਤੀ ਨਿਕਲਦੀ ਆ ਥੱਲੇ ਤੋਂ, ਧਰਤੀ ਤੋਂ ਖੁੰਬਾਦਕ। ਤਿਮ ਉਪਜੋ ਮੁਝ ਤੇ ਹੈ ਨੰਦ। ਇਸ ਪੁੱਤਰ ਐ ਬੜੀ ਛੇਤੀ ਤੁਸੀਂ ਪ੍ਰਗਟ ਹੋਏ ਹੋ ਖੱਲ ਝਾੜਨ ਤੋਂ। ਲੋਕ ਸਰਬੋਤਮ ਤੇ ਸ਼ਤ ਪ੍ਰਾਪਤ। ਜਦੋਂ ਤੁਸੀਂ ਤਪ ਕਰੋਗੇ ਸੱਚਖੰਡ ਤੋਂ ਆਓਗੇ ਵਾਪਸ ਮੁੜ ਕੇ, ਜਾਂ ਤੇ ਨਾਮ ਸੋਹਤ ਗੋਬਿੰਦ। ਤੁਸੀਂ ਸੱਚਖੰਡੋਂ ਮੁੜ ਕੇ ਆ ਕੇ ਫਿਰ ਦੁਬਾਰਾ ਅਵਤਾਰ ਧਾਰੋਗੇ ਕਲਯੁਗ ਦੇ ਆਰੰਭ ਵਿੱਚ। ਤੁਹਾਡਾ ਨਾਮ ਗੋਬਿੰਦ ਹੋਵੇਗਾ। ਇਹ ਮਹਾਰਾਜ ਸਤ ਸੰਗਤ ਜੀ ਸਮੁੰਦਰ ਰਿਖੀ ਨੇ ਦੇ ਰੂਪ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਨੇ ਵਰ ਦੇ ਦਿੱਤਾ ਸੀ ਕਿ ਤੁਹਾਡਾ ਨਾਮ ਗੋਬਿੰਦ ਹੋਵੇਗਾ। ਸਿੰਘ ਸੋ ਪਦ ਦੇਵੀ ਦੇ ਪੂਰਵ। ਸਿੰਘ ਸ਼ੁੱਧ ਦੀ ਪਦਵੀ ਤੁਹਾਨੂੰ ਪਹਿਲਾਂ ਦੇਵੀ ਨੇ ਕਹਿ ਦਿੱਤਾ ਕਿ ਤੁਹਾਡਾ ਪੰਥ ਤੁਸੀਂ ਸਿੰਘ ਨਾਮ ਰਖਾਓਗੇ। ਪਹਿਲਾਂ ਬਚਨ ਹੋ ਚੁੱਕੇ ਨੇ ਚੰਡੀ ਦੇ ਨਾਲ। ਇਸ ਕਰਕੇ ਗੋਬਿੰਦ ਸਿੰਘ ਨਾਮ ਹੋਵੇਗਾ ਤੁਹਾਡਾ। ਅਬ ਤੁਮ ਤਪ ਕੋ ਤਪੋ ਬਲੰਦ। ਹੁਣ ਤੁਸੀਂ ਜਾਓ, ਜਾ ਕੇ ਤਪ ਕਰੋ ਬੜਾ ਭਾਰੀ। ਸਮੋ ਆਏ ਤਬ ਬਿਤੋ ਜਗ ਮੈਂ। ਜਦੋਂ ਸਮਾਂ ਆਵੇਗਾ ਸੰਸਾਰ 'ਚ ਦੁਬਾਰਾ ਪ੍ਰਗਟ ਹੋਇਓ। ਫਿਰਦੇ ਤੇਜ ਬੜ ਸੂਰ ਮਨਿੰਦ। ਸੂਰਜ ਵਾਂਗੂ ਤੁਹਾਡਾ ਬੜਾ ਤੇਜ ਪ੍ਰਤਾਪ ਵਧੇਗਾ। ਇਹ ਪਿਤਾ ਸਮੁੰਦਰ ਰਿਖੀ ਤੋਂ ਵੀ ਵਰਦਾਨ ਪ੍ਰਾਪਤ ਕੀਤਾ ਦੁਸ਼ਟ ਦਮਨ ਨੇ। ਕਹੇ ਪਿਤਾ ਕੇ ਉਗਰ ਸੂਰਮਾ। ਇਉਂ ਪਿਤਾ ਜੀ ਦੇ ਸਤ ਸੰਗਤ ਜੀ ਹੁਕਮ ਨੂੰ ਮੰਨਦੇ ਹੋਏ
ਜੋ ਬੜੇ ਹਠੀ ਸੂਰਮੇ ਹਨ ਦੁਸ਼ਟ ਦਮਨ ਜੀ। ਮਹਾ ਪ੍ਰਤਾਪਵੰਤ ਧਰ ਧੀਰ, ਧੀਰਜ ਧਾਰੀ ਬੜੇ ਪ੍ਰਤਾਪ ਵਾਲੇ ਹਨ। ਤੇਜਵੰਤ ਧਰਮਾਤਮ ਸਦਹੀ, ਧਰਮਾਤਮਾ ਪੁੰਨ ਸਰੂਪ ਨੇ, ਬੜੇ ਤੇਜ ਵਾਲੇ ਹਨ। ਅਤ ਉਦਾਰ ਗੁਣ ਨਿਧ ਪਰਵੀਰ, ਗੁਣਾ ਦੇ ਖਜ਼ਾਨੇ ਹਨ, ਬਲ ਵਾਲੇ ਹਨ ਸਤ ਸੰਗਤ ਜੀ, ਬਹੁਤ ਦਾਤੇ ਹਨ ਦਾਨੀ। ਬ੍ਰਿੰਦ ਅਰਿੰਦਮ ਆਯੁਧ ਧਾਰੀ, ਇਹੇ ਜੇ ਗੁਣਾ ਦੇ ਸੁਪੰਨ ਸਤ ਸੰਗਤ ਜੀ, ਸਾਰੇ ਬੈਰੀਆਂ ਨੂੰ ਦਬਾ ਦੇਣ ਵਾਲੇ ਸ਼ਸਤਰ ਧਾਰੀ ਦੁਸ਼ਟ ਦਮਨ ਜੀ। ਅਜਰ ਜਰਨ ਕਹੋ ਹਿਰਦਾ ਗੰਭੀਰ, ਹਿਰਦਾ ਇਹ ਜਿਹਾ ਗੰਭੀਰਤਾ ਵਾਲਾ ਹੋਛੇ ਨਹੀਂ ਹਨ ਦੁਸ਼ਟ ਦਮਨ ਜੀ। ਕੈਸੇ ਨੇ? ਅਜਰ ਸ਼ਕਤੀ ਨੂੰ ਜਰਨ ਵਾਲੇ ਨੇ, ਭਾਵ ਕਿ ਜਦੋਂ ਬਲ ਆ ਜਾਵੇ ਉਸ ਨੂੰ ਗੁਪਤ ਰੱਖਣ ਵਾਲੇ ਹਨ। ਪਰ ਉਪਕਾਰ ਕਰਨ ਅਬਲਾਖੀ, ਇੱਛਾ ਹਰ ਵੇਲੇ ਕੀ ਰਹਿੰਦੀ ਹੈ ਕਿ ਪਰਉਪਕਾਰ ਕਰਨਾ ਹੈ। ਤਰਨ ਗਿਆਨ ਕਹੋ ਕਰ ਧਨ ਤੀਰ, ਹੱਥ ਵਿੱਚ ਧਨਖ ਤੇ ਸਤਨੀ ਤੀਰ ਰੱਖਦੇ ਨੇ, ਗਿਆਨ ਦੇ ਸੂਰਜ ਹਨ। ਖੜਗ ਮਹਾਖਾ ਨਿਰਮਲ ਧਰਤਾ, ਬੜੀ ਸੋਹਣੀ ਤਿੱਖੀ ਧਾਰਾ ਵਾਲੀ ਤਲਵਾਰ ਧਾਰਨ ਵਾਲੇ ਗਾਤਰੇ। ਮਹਾਕਰਮ ਕਰਤਾ ਦੁਸਹਾਰ, ਜਿਹੜੇ ਨਾ ਸਹਾਰੇ ਜਾਣ ਵਾਲੇ ਸਤ ਸੰਗਤ ਜੀ, ਬੜੇ ਕੈੜੇ ਕੰਮ ਨੇ। ਜੰਗ ਦੇ ਮਲੇਛਾਂ ਦੇ ਨਾਲ ਮੁਕਾਬਲਾ ਕਰਨਾ, ਰਾਖਸ਼ਾਂ ਦੇ ਨਾਲ ਮੁਕਾਬਲਾ ਕਰਨ ਵਾਲੇ ਆਪ ਹੀ ਹਨ। ਆਪ ਬੰਧਨ ਚਰਨਨ ਪਰ ਧਰ ਕੇ, ਇਹੇ ਜੇ ਸਰੂਪ ਦੁਸ਼ਟ ਦਮਨ ਜੀ ਨੇ ਸਤ ਸੰਗਤ ਜੀ, ਪਿਤਾ ਸਮੁੰਦਰ ਰਿਖੀ ਦੇ ਚਰਨਾਂ ਤੇ ਮੱਥਾ ਟੇਕਿਆ ਭਾਵਨਾ ਨਾਲ। ਆਏ ਸਰਾਵਰ ਕੀ ਸਿਰ ਧਾਰ, ਆਪ ਜੀ ਦੀ ਆਗਿਆ ਸਿਰ ਮੱਥੇ ਤੇ ਮੰਨੀ ਪਿਤਾ ਦੀ। ਕਹਿਓ ਆਪ ਕੋ ਮੈਂ ਸਭ ਕਰ ਹਾਂ, ਕਹਿਣ ਲੱਗੇ ਦੁਸ਼ਟ ਦਮਨ ਜੀ, ਹੇ ਪਿਤਾ ਜੀ, ਜੋ ਤੁਹਾਡਾ ਹੁਕਮ ਹੈ ਉਸ ਅਨੁਸਾਰ ਮੈਂ ਕਰਾਂਗਾ। ਸਰਬ ਪ੍ਰਕਾਰ ਸਦਾ ਅਨਸਾਰ, ਮੈਂ ਸਾਰਿਆਂ ਪੱਖਾਂ ਤੋਂ ਸਦਾ ਵਾਸਤੇ ਤੁਹਾਡਾ ਆਗਿਆਕਾਰੀ ਹਾਂ। ਇਮ ਕਹਿ ਗਏ ਤਵੇ ਤਪ ਤਾਪਨ, ਕਿਉਂ ਕਹਿ ਕੇ ਸਤ ਸੰਗਤ ਜੀ ਵਿਦਿਆ ਹੋ ਕੇ ਬਿੰਦੀਆਚਰ ਪਰਬਤ ਤੋਂ ਦੁਸ਼ਟ ਦਮਨ ਜੀ ਤਪ ਕਰਨ ਚਲੇ ਗਏ। ਨਿਕ ਭਾਂਤ ਕੇ ਤਪੇ ਉਦਾਰ, ਅਨੇਕਾਂ ਤਰ੍ਹਾਂ ਦੇ ਬੜੇ ਭਾਰੀ ਤਪ ਸਤ ਸੰਗਤ ਤਪਾਉਣਾ ਕੀਤੇ। ਕਾਨਨ ਮੈਂ ਬੜ ਉੱਚ ਪਹਾੜਨ, ਜੰਗਲਾਂ ਦੇ ਵਿੱਚ ਸਤ ਸੰਗਤ ਜੀ ਰਹਿਣਾ ਕੀਤਾ, ਉੱਚੀਆਂ ਪਹਾੜਾਂ ਤੇ ਰਹਿਣਾ ਕੀਤਾ। ਦਰੀ ਕੰਦਰਾ ਨਦੀ ਵਿਸਾਲ, ਨਦੀਆਂ ਦੇ ਕਿਨਾਰਿਆਂ ਦੇ ਉੱਤੇ ਸਤ ਸੰਗਤ ਜੀ ਪਹਾੜਾਂ ਦੀਆਂ ਖੰਡਾਂ 'ਚ ਦਿਨ ਬਤੀਤ ਕੀਤੇ। ਸਤਯੁਗ ਤੋਂ ਲੈ ਕੇ ਸਤ ਸੰਗਤ ਜੀ ਦੇਖ ਲੋ ਕਲਯੁਗ ਦੇ ਆਰੰਭ ਤੱਕ ਚੌਹਾਂ ਯੁੱਗਾਂ ਦੀ ਉਮਰ 43,20,000 ਸਾਲ ਹੈ। 17 ਲੱਖ ਤੋਂ ਸਤ ਸੰਗਤ ਜੀ ਉੱਤੇ ਸਤਯੁਗ ਦੀ ਹੈ। ਇਸੇ ਤਰ੍ਹਾਂ ਸਤ ਸੰਗਤ 12 ਲੱਖ ਤੋਂ ਉੱਤੇ ਤ੍ਰੇਤੇ ਦੀ ਸੀ। 8 ਲੱਖ ਤੋਂ ਉੱਤੇ ਸਤ ਸੰਗਤ ਦੁਆਪਰ ਦੀ ਸੀ। 4 ਲੱਖ ਕੁਛ ਹਜ਼ਾਰ ਸਤ ਸੰਗਤ ਕਲਯੁਗ ਦੀ ਹੈ। ਘਟ ਰਹੀ ਹੈ। ਸੋ ਇਹ ਦੇਖ ਲਓ 8 ਤੇ 12 20 ਲੱਖ ਸਾਲ ਤਾਂ ਸਤ ਸੰਗਤ ਇਹੀ ਹੋ ਗਏ, ਦੋ ਯੁੱਗਾਂ 20 ਤੋਂ ਉੱਤੇ। ਫਿਰ ਕੁਝ ਕਲਯੁਗ ਦਾ ਸਮਾਂ ਵੀ ਲੰਘਿਆ। ਉਧਰ ਸਤ ਸੰਗਤ ਸਤਯੁਗ ਦਾ ਸਮਾਂ ਵੀ 10 ਲੱਖ ਲੰਘਿਆ। ਸਤਯੁਗ ਦੇ ਆਰੰਭ ਦੇ ਸਤ ਸੰਗਤ ਜੀ ਇਹ ਬਚਨ ਹਨ। ਆਪ ਜੀ ਨੇ ਇਤਨਾ ਚਿਰ ਸਤ ਸੰਗਤ ਜੀ ਤਪੱਸਿਆ ਬੜੀ ਭਾਰੀ ਕੀਤੀ ਹੈ, 3 ਯੁੱਗ। ਸੋ ਹੋਰ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ, ਜਿਸ ਵੇਲੇ ਸਤ ਸੰਗਤ ਜੀ ਹੁਕਮ ਕਰ ਦਿੱਤਾ ਸੁਪੁੱਤਰ ਤਪ ਕਰ, ਆਪ ਜੀ ਨੇ 36,000 ਸਾਲ ਭਾਰਤ ਵਰਸ਼ ਦਾ ਰਾਜ ਕੀਤਾ। ਲੱਖਾਂ ਲੱਖਾਂ ਸਾਲਾਂ ਦੀ ਉਮਰ ਸੀ। ਦੂਸਰੇ ਪਾਸੇ ਧਰਮ ਦਾ ਯੁੱਧ ਕਰਕੇ ਸਤ ਸੰਗਤ ਜੀ ਵਰ ਤੋਂ ਲੈ ਹੀ ਲਿਆ ਸੀ ਕਿ ਸਵਾ ਇੱਛਾ ਅਨੁਸਾਰ ਸਰੀਰ ਰੱਖ ਸਕਦੇ ਹਾਂ। ਕਾਲ ਨੇੜੇ ਆਉਣਾ ਹੀ ਨਹੀਂ ਸੀ। ਉਸ ਵੇਲੇ ਸਤ ਸੰਗਤ ਜੀ ਆਪ ਜੀ ਨੇ 36,000 ਸਾਲ ਰਾਜ ਕਰਕੇ ਧਰਮ ਦਾ ਫੇਰ ਤਪੱਸਿਆ ਆਰੰਭ ਕਰਨੀ ਕੀਤੀ ਹੈ। ਕਿੱਥੇ ਕੀਤੀ? ਪਹਿਲਾਂ ਸਤ ਸੰਗਤ ਜੀ ਦੱਖਣ ਦੀ ਧਰਤੀ, ਪਾਵਨ ਭੂਮੀ, ਜਿੱਥੇ ਗੋਦਾਵਰੀ ਦੁੱਧੀ ਚੱਲਦੀ ਰਹੀ, ਜਿੱਥੇ ਆਪ ਜੀ ਦਾ ਸੱਚਖੰਡ ਸਥਾਨ ਹਜੂਰ ਸਾਹਿਬ ਹੈ, ਉਹ ਆਪ ਜੀ ਦਾ ਤਪ ਸਥਾਨ ਸਮਝਣਾ। ਕਿਉਂ? ਗੁਰਬਾਣੀ ਦੇ ਵਿੱਚ ਆਉਂਦਾ ਹੈ, ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਨੈਕ ਪਛਾਨੈ, ਪੂਰਨ ਪ੍ਰੇਮ ਪ੍ਰਤੀਤ ਸਜਾਵਤ ਮੋਹ ਗੋਰ ਮੜੀ ਮਟ ਭੂਲ ਨਾ ਮੰਨੈ। ਮੜੀਆਂ ਨੂੰ, ਮਠਾਂ ਨੂੰ, ਕਬਰਾਂ ਨੂੰ ਭੁੱਲ ਕੇ ਵੀ ਖਾਲਸਾ ਮੰਨੇ ਨਾ। ਉੱਥੇ ਤਾਂ ਸੰਸਕਾਰ ਕੀਤਾ, ਫਿਰ ਆਪਾਂ ਮੰਨਦੇ ਕਿਉਂ ਹੈ? ਜਿੱਥੇ ਹਜੂਰ ਸਾਹਿਬ ਦਾ ਤਖਤ ਹੈ, ਉੱਥੇ ਅੰਤ ਦੇ ਸਮੇਂ ਮਹਾਰਾਜ ਨੇ ਭਾਣਾ ਵਰਤਾਇਆ ਹੈ। ਕਨਾਤ ਚਿਣ ਕੇ ਸੱਚੇ ਪਾਤਸ਼ਾਹ ਨੇ ਚਿਖਾ ਚਨਾਈ ਹੈ।
ਭਾਵੇਂ ਆਪ ਜੀ ਸਵੈ ਇੱਛਾ ਅਨੁਸਾਰ ਦੇਹ ਨੂੰ ਅਲੋਪ ਕਰਕੇ ਸੱਚਖੰਡ ਬ੍ਰਹਮ ਚ ਲੀਨ ਹੋਏ। ਸਤਿਗੁਰ ਮੇਰਾ ਨਿਤ ਨਵਾਂ ਨਾ ਆਵੇ ਨਾ ਜਾਏ, ਓ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤੋਂ ਨਾ ਭਇਓ ਦੁਰਾਈ, ਪਰ ਸਰੀਰ ਕਰਕੇ ਤਾਂ ਲੋਪ ਹੋਏ ਨਾ। ਦੁਨੀਆ ਦੇ ਲੋਕ ਤਾਂ ਕਹਿਣਗੇ ਨਾ ਤੁਸੀਂ ਮੜੀ ਨੂੰ ਮੰਨਦੇ ਹੋ। ਸੋ ਸਤ ਸੰਗਤ ਜੀ, ਖਾਲਸਾ ਮੜੀ ਨੂੰ ਨਹੀਂ ਮੰਨਦਾ। ਉਸ ਸਥਾਨ ਦੇ ਉੱਤੇ ਆਪ ਜੀ ਨੇ ਬੜਾ ਭਾਰੀ ਤਪ ਕੀਤਾ, ਹਜ਼ਾਰਾਂ ਸਾਲ ਤਪ ਕੀਤਾ ਉੱਥੇ ਬੈਠ ਕੇ। ਉੱਥੋਂ ਉੱਠ ਕੇ ਸਤ ਸੰਗਤ ਜੀ ਜਦੋਂ ਉੱਠਣ ਦਾ ਸਮਾਂ ਆਇਆ, ਉੱਥੋਂ 60 ਮੀਲ ਦੇ ਕਰੀਬ ਸਤ ਸੰਗਤ ਜੀ ਇੱਕ ਬਘੌਰ ਕਸਬਾ ਹੈ, ਖੰਡਰਾਤ ਪਏ ਨੇ। ਰਾਜੇ ਬਰਾਟ ਦੀ ਰਾਜਧਾਨੀ ਸੀ, ਜਿੱਥੇ ਪੰਜੇ ਪਾਂਡਵ 12ਵਾਂ ਸਾਲ ਗੁਪਤ ਹੋ ਕੇ ਰਹੇ ਸੀ। 11ਵਾਂ ਨਾ ਵਾਅਦਾ ਸੀ, ਜੇ 12ਵੇਂ ਸਾਲ ਕਿਤੇ ਫਿਰਦੇ ਦੇਖ ਲਏ ਨਾ 12 ਸਾਲ ਫੇਰ ਬਨਵਾਸ ਦੇਵਾਂਗੇ। 11 ਸਾਲ ਤਾਂ ਵਿਚਰਦੇ ਰਹੇ ਬੇਪਰਵਾਹ, 12ਵਾਂ ਸਾਲ ਇਹਨਾਂ ਨੂੰ ਲੋਕੇ ਕੱਟਣਾ ਪਿਆ। ਉਹ ਸਤ ਸੰਗਤ ਜੀ ਬਹੌਰ ਸਾਹਿਬ 10ਵੇਂ ਪਾਤਸ਼ਾਹ ਦੇ ਵੀ ਸਥਾਨ ਹੈ। 10,000 ਗਊ ਬੁੱਚੜ ਇਕੱਠੀ ਕਰੀ ਬੈਠੇ ਸੀ ਕੱਟਣ ਵਾਸਤੇ। ਜਦੋਂ ਆਪ ਜੀ ਨੂੰ ਪਤਾ ਲੱਗਿਆ, ਸਤ ਸੰਗਤ ਜੀ ਉੱਥੋਂ ਉੱਠ ਕੇ ਦੇਖਣ ਵਾਲੇ ਤਪੱਸੀ ਵੀ ਨੇ, ਪਰ ਸਤ ਸੰਗਤ ਜੀ ਤਪ ਦੇ ਤੇਜ ਦੇ ਸਦਕਾ ਜੰਗ ਕਰਨਾ ਵੀ ਧਰਮ ਦਾ ਆਉਂਦਾ ਹੈ, ਪਾਪ ਦਾ ਜੰਗ ਕਰਨਾ ਨਹੀਂ ਲੋੜਦੇ। 10,000 ਗਊ ਛਡਾਈ ਸਤ ਸੰਗਤ ਜੀ। ਇਹ ਪਰਪਕਾਰ ਕਰਕੇ ਸਹਿਜੇ ਸਹਿਜੇ ਸਤ ਸੰਗਤ ਜੀ ਭਾਰਤ ਵਰਸ਼ ਦੇ ਵਿੱਚ ਵਿਚਰਦੇ ਹੋਏ ਫੇਰ ਹੇਮਕੁੰਡ ਦੀਆਂ ਘਾਟੀਆਂ ਨੂੰ ਆਏ ਨੇ, ਇੱਧਰ ਜਿਵੇਂ ਅਖੀਰ ਤੱਕ ਤਪੱਸਿਆ ਕੀਤੀ ਹੈ। ਜਿਸ ਪ੍ਰਕਾਰ ਰਸਤੇ ਵਿੱਚ ਭਾਰਤ ਵਰਸ਼ ਦੇ ਥਾਂ ਥਾਂ ਦੇ ਉੱਤੇ ਜੈਸੀਆਂ ਜੈਸੀਆਂ ਧਰਤੀਆਂ, ਕਿਤੇ ਮਾਰੂ ਥਲ ਹਨ ਰਾਜਸਥਾਨ ਦੇ, ਉਹਨਾਂ ਜਿਹੀਆਂ ਥਾਵਾਂ ਤੇ ਵੀ ਤਪੱਸਿਆ ਕੀਤੀ। ਆਪ ਸਵੈ ਇੱਛਾ ਅਨੁਸਾਰ ਵਿਚਰਦੇ ਰਹੇ। ਉਹ ਜੋ ਤਪ ਕੀਤਾ ਆਪ ਜੀ ਦੱਸ ਰਹੇ ਨੇ ਇੱਥੇ, ਦੇਸ਼ ਅਗੰਮ ਮਹਿ ਨੀਰ ਨ ਤੀਰੇ। ਉਹ ਦੇਸ਼ ਜਿੱਥੇ ਸਤ ਸੰਗਤ ਕੋਈ ਪਹੁੰਚ ਨਹੀਂ ਸਕਦਾ, ਜਿੱਥੇ ਪਾਣੀ ਨਹੀਂ ਹੈ। ਬੈਠੇ ਤਪ ਤਾਪੇ ਦੁੱਖ ਕਾਲ, ਬੜੀ ਦੁੱਖ ਭਰੀ ਘਾਲਣਾ ਘਾਲਦੇ ਹਨ, ਤਪ ਤਪਾਉਂਦੇ ਨੇ ਬੈਠ ਬੈਠ ਕੇ। ਜੇ ਬਿਸਤਰਤ ਪੁਲਨ ਕੇ ਥਲ ਹੈ, ਜਿੱਥੇ ਬਸਤਾਰ ਫੂਕ ਵੱਡੇ ਵੱਡੇ ਟਿੱਬੇ ਦਰੜ ਹਨ ਰੇਤੇ ਦੇ। ਨਿਰਜਲ ਵਿਖੇ ਬਸੇ ਚਿਰਕਾਲ, ਚਿਰਕਾਲ ਸਤ ਸੰਗਤ ਜਲ ਤੋਂ ਬਿਨਾਂ ਹੀ ਹੈ ਜਾਂ ਟਿੱਬਿਆਂ ਦੇ ਉੱਤੇ ਬੈਠ ਕੇ ਤਪ ਕੀਤਾ। ਮਨ ਇਕਾਂਤ ਕਰ ਪ੍ਰੋਣ ਰੋਧ ਕਰ, ਇਕਾਂਤ ਦੇਸ਼ ਵਿੱਚ ਸਤ ਸੰਗਤ ਜੀ ਮਨ ਨੂੰ ਇਕਾਗਰ ਕਰਕੇ ਪਾਉਣ ਵੀ ਰੋਕੀ। ਜੋਗਾ ਚਿਤ ਬਿਰਤੀ ਨਿਰੋਧਾ, ਚਿਤ ਦੀਆਂ ਬਿਰਤੀਆਂ ਨੂੰ ਰੋਕ ਕੇ ਸਤ ਸੰਗਤ ਜੀ 10ਵੇਂ ਦੁਆਰ ਪ੍ਰਾਣ ਚੜਾ ਕੇ ਹਜ਼ਾਰਾਂ ਸਾਲ ਧਾਏ ਬੈਠੇ ਰਹੇ। ਲਗੀ ਸਮਾਦ ਰਹੇ ਹਿਤ ਨਾਲ, ਹਿਤ ਦੇ ਨਾਲ ਸਤ ਸੰਗਤ ਜੀ ਸਮਾਧ ਲਾ ਕੇ ਰੱਖਦੇ। ਸਮਾਧੀਆਂ ਕਈ ਤਰ੍ਹਾਂ ਦੀਆਂ ਨੇ। ਆ 4 ਇੱਟਾਂ ਰੱਖ ਕੇ ਵੀ ਆਪਾਂ ਕਹਿੰਦੇ ਨੇ ਉਹ ਸਮਾਧ ਆ ਫਲਾਣੇ ਦੀ। ਇੱਟਾਂ ਦਾ ਨਾਂ ਸਮਾਧ ਨਹੀਂ ਹੋਇਆ ਕਰਦਾ। ਧਿਆਤਾ ਧਿਆਨ ਤੇ, ਗਿਆਤਾ ਗਿਆਨ ਗੇ, ਕਰਤਾ ਕਰਮ ਕਿਰਿਆ, ਐਸੀਆਂ ਸਤ ਸੰਗਤ ਤ੍ਰਿਕੁਟੀਆਂ ਦਾ ਭਾਵ ਹੋ ਜਾਵੇ ਜਿੱਥੇ। ਨਹੀਂ ਤਾਂ ਸੰਕਲਪ ਬਣਿਆ ਰਹਿੰਦਾ ਕਿ ਮੈਂ ਸਮਾਧੀ ਲਾਈ ਬੈਠਾ ਹਾਂ, ਧਿਆਨ ਮੇਰਾ ਫੋਟੋ 'ਚ ਹੈ ਜਾਂ ਮੇਰਾ ਸ਼ਬਦ ਵਿੱਚ ਹੈ ਜਾਂ ਮੇਰਾ ਪਰਮੇਸ਼ਰ 'ਚ ਹੈ। ਜਿਹੜਾ ਧਿਆਨ ਜਿਹਦੇ 'ਚ ਲਾਉਣਾ ਉਹਦਾ ਵੀ ਫੁਰਨਾ ਵੀ ਵਾਹਿਗੁਰੂ 'ਚ ਲਾਇਆ ਹੋਇਆ ਹੈ, ਤੇ ਧਿਆਨ ਵਿੱਚ ਵੀ ਹੈਗਾ ਮੇਰਾ ਧਿਆਨ, ਤੇ ਧਿਆਤਾ ਵੀ ਮੈਂ ਹੈਗਾ। ਤਿੰਨ ਹੰਗਤਾਂ ਹੁੰਦੀਆਂ ਉੱਥੇ। ਨਿਰਵਿਕਲਪ ਸਮਾਧੀ 'ਚ ਨਾ ਪਤਾ ਲੱਗਦਾ ਧਿਆਨ ਲਾਉਣ ਵਾਲਾ ਕੌਣ ਹੈ, ਨਾ ਧਿਆਨ ਦਾ ਪਤਾ ਲੱਗਦਾ, ਨਾ ਸਤ ਸੰਗਤ ਜੀ ਧੇ ਦਾ ਪਤਾ ਲੱਗਦਾ ਜਿਹਦੇ 'ਚ ਧਿਆਨ ਲਾਇਆ। ਇੱਥੇ ਤੱਕ ਅਵਸਥਾ ਪਹੁੰਚ ਜਾਂਦੀ ਹੈ। ਸੋ ਐ ਸਤ ਸੰਗਤ ਜੀ ਸਭ ਕੁਝ ਧਿਆਤਾ ਧਿਆਨ ਤੇ ਦੀ ਤਿਰਗੁਟੀ ਨੂੰ ਬਿੰਨ ਕਰਕੇ ਧਿਆਨ ਲਾਈ ਬੈਠੇ ਹਨ। ਕਬ ਜਲ ਪੀਵੇਂ ਕਵੇ ਨ ਪੀਵੇਂ, ਕਿਤੇ ਸਤ ਸੰਗਤ ਸਮਾਧੀ ਖੁੱਲਦੀ ਆ ਤਾਂ ਜਲ ਪੀ ਲੈਂਦੇ ਆ, ਨਹੀਂ ਤਾਂ ਪੀਂਦੇ ਹੀ ਨਹੀਂ ਹਨ। ਜੀਵੇਂ ਨਿਰਾਹਾਰ ਥਿਤ ਹੋਏ, ਨਿਰਾਹਾਰ ਕੋਈ ਭੋਜਨ ਦਾ ਟਾਈਮ ਨਹੀਂ, ਕਿਤੇ ਕਿਤੇ ਖਾ ਲੈਣਾ, ਨਹੀਂ ਤਾਂ ਨਿਰਾਹਾਰੀ ਬੈਠੇ ਨੇ। ਆਤਪ ਵਰਖਾ ਸੀਤ ਸਹਾਰੇ, ਸਰੀਰ ਦੇ ਉੱਤੇ ਠੰਡ ਬਹੁ ਮਾਗਦੇ। ਸਤ ਸੰਗਤ ਬਰਫਾਨੀ ਇਲਾਕੇ 'ਚ ਬਰਫ਼ ਵੀ ਸਹਾਰਦੇ, ਵਰਖਾ ਵੀ ਸਹਾਰਦੇ, ਧੁੱਪ ਵੀ ਸਹਾਰਦੇ। ਰਹੇ ਅਡੋਲ ਅਬੋਲ ਖਲੋਏ, ਬੋਲਣ ਤੋਂ ਰਹਿਤ ਖੜੇ ਰਹਿੰਦੇ ਨੇ ਕਿੰਨਾ ਚਿਰ। ਸਤ ਸੰਗਤ ਜੀ ਡੋਲਦੇ ਨਹੀਂ। ਕਹਿਤ ਵਿਧਾਤਾ ਸੁਨੋ ਸੁਰੋ ਸਭ, ਇਹ ਬ੍ਰਹਮਾ ਦੱਸ ਰਿਹਾ ਹੈ ਸਾਰੇ ਦੇਵਤਿਆਂ ਨੂੰ। ਬ੍ਰਹਮਾ ਕਹਿੰਦਾ ਉਹ ਦੇਵਤਿਓ ਸੁਣੋ, ਸਮਾ ਸਮਾਵਤ ਕੋ ਅਬ ਸੋਏ। ਜਿਹੜਾ ਤੁਸੀਂ ਘਬਰਾ ਕੇ ਮੇਰੇ ਕੋਲੇ ਆਏ ਹੋ ਨਾ ਵੀ ਇਹ ਕੌਣ ਤਪ ਕਰ ਰਿਹਾ ਹੈ, ਇਹੋ ਜਿਹਾ ਤਪ ਦਾ ਤੇਜ ਸਾਡੇ ਸਵਰਗ ਦੇ ਉੱਤੇ ਵੀ ਸੇਕ ਪਹੁੰਚਿਆ ਹੈ।
ਉਹ ਤਪੱਸੀ ਇਹ ਹੈ ਸਮੁੰਦਰ ਰਿਖੀ ਦਾ ਪ੍ਰਗਟ ਕੀਤਾ ਹੋਇਆ, ਜਿਸ ਨੇ ਦੇਵੀ ਦੀ ਵੀ ਸਹਾਇਤਾ ਕੀਤੀ। ਅੱਜ ਬੜਾ ਭਾਰੀ ਤਪ ਕਰ ਰਿਹਾ ਹੈ। ਨਿਜ ਸਿੱਖਿਨ ਜੁਤ ਨਰ ਤਨ ਧਰ ਕੇ। ਹੁਣ ਸਮਾਂ ਆ ਗਿਆ ਦੇਵਤਿਓ ਘਬਰਾਓ ਨਾ, ਬ੍ਰਹਮਾ ਕਹਿੰਦਾ ਕਲਯੁਗ ਆਰੰਭ ਹੋ ਰਿਹਾ ਹੈ। ਆਪਣੇ ਸਿੱਖ ਸੇਵਕ ਜਿਹੜੇ ਇਹਦੇ ਰਿਖੀ ਮੁਨੀ ਹਨ, ਉਹਨਾਂ ਦੇ ਸਮੇਤ ਹੀ ਇਹ ਮਾਨਸ ਦੇ ਹੀ ਧਾਰੇਗਾ। ਪੰਥ ਪ੍ਰਕਾਸ਼ੇ ਤੇਜ ਖੋਏ। ਔਰ ਬੜਾ ਭਾਰੀ ਦਾ ਤੇਜ ਪ੍ਰਤਾਪ ਨੂੰ ਕੋਈ ਖੋ ਨਹੀਂ ਸਕੇਗਾ। ਪੰਥ ਪ੍ਰਗਟ ਕਰੇਗਾ ਆਪਣਾ। ਸੁਣ ਕਰ ਸੁਰ ਔਰ ਅਚਰਜ ਧਾਰ ਕਰ। ਸੁਣ ਕਰਕੇ ਦੇਵਤੇ ਹੈਰਾਨ ਹੋ ਗਏ ਬ੍ਰਹਮਾ ਤੋਂ ਬਚਨ ਸੁਣ ਕੇ। ਲਖੀ ਭਵਿਖ ਸਭ ਹੀ ਬਾਤ। ਭਵਿਖਤ ਦੀ ਸਾਰੀ ਬਾਤ ਸਮਝ ਲਈ ਬ੍ਰਹਮਾ ਕੋਲੋਂ। ਉਸ ਵੇਲੇ ਖੁਸ਼ ਹੋਏ ਦੇਵਤੇ ਕਿ ਕਲਯੁਗ ਆ ਰਿਹਾ ਹੈ, ਕਿਸੇ ਨੇ ਸਾਡੀ ਪੂਜਾ ਨਹੀਂ ਕਰਨੀ, ਕਿਸੇ ਨੇ ਸਾਡਾ ਹਵਨ ਨਹੀਂ ਕਰਨਾ, ਬੜੀ ਦੁਨੀਆ ਪਾਪ ਵਿੱਚ ਗ੍ਰਸੀ ਜਾਵੇਗੀ। ਇਹੇ ਜੇ ਸਮੇਂ 'ਚ ਇਹੇ ਜੇ ਤਪੱਸੀ ਅਵਤਾਰ ਧਾਰਨਗੇ, ਸਾਡਾ ਵੀ ਭਲਾ ਹੋਵੇਗਾ। ਜਿਤ ਕਿਤ ਦੇਸ਼ ਦੇ ਨਰ ਧਰ ਕੇ। ਜਿੱਥੇ ਕਿੱਥੇ ਸਾਰੇ ਦੇਸ਼ ਦੇ ਵਿੱਚ ਮਾਨਸ ਦੇ ਹੀ ਦੇਵਤਿਆਂ ਨੇ ਵੀ ਫਿਰ ਧਾਰੀ। ਕੌਤਕ ਪਿਖਨ ਚੈਤ ਸਭ ਭਾਂਤ। ਸਾਰੇ ਦੇਵਤੇ ਚਾਹੁੰਦੇ ਨੇ ਅਸੀਂ ਵੀ ਕੌਤਕ ਦੇਖਾਂਗੇ ਦੁਸ਼ਟ ਦਮਨ ਜਦੋਂ ਦੁਬਾਰਾ ਅਵਤਾਰ ਧਾਰੇਗਾ, ਆਪਾਂ ਵੀ ਸਵਰਗ ਚੋਂ ਚੱਲੀਏ, ਭਾਰਤ ਭੂਮੀ 'ਚ ਜਨਮ ਲਈਏ। ਹਿੰਦ ਜਮਨ ਕੀ ਦੁਰਮਤ ਲਖ ਕਰ। ਇਹ ਖੋਟੀ ਮਤ ਜਾਣ ਕੇ ਤੁਰਕਾਂ ਦੀ। ਕਰਤਾ ਪੁਰਖ ਭਗਤ ਸੁਖ ਦਾਤ। ਕਰਤਾ ਪੁਰਖ ਆਪ ਹੀ ਜੋ ਭਗਤਾਂ ਨੂੰ ਸੁਖ ਦੇਣੇ ਵਾਲਾ ਹੈ। ਨਿਜ ਗਨ ਸੋ ਐਸ ਅਸ ਦੀਨਸ। ਉਸ ਵੇਲੇ ਸਤ ਸੰਗੀ ਜਦੋਂ ਆ ਗਿਆ ਨਾ ਕਲਯੁਗ ਦਾ ਆਰੰਭ, ਕਰਤਾ ਪੁਰਖ ਵਾਹਿਗੁਰੂ ਨੇ ਆਪਣੇ ਗਣਾਂ ਨੂੰ ਸੇਵਕਾਂ ਨੂੰ ਆਗਿਆ ਦੇ ਦਿੱਤੀ। ਗਮਨੋ ਲੈ ਭਗਵਾਨ ਅਵਦਾਤ। ਗਣਾਂ ਨੂੰ ਕਹਿਣ ਲੱਗਾ ਪਰਮੇਸ਼ਰ ਕਿ ਇਸ ਵੇਲੇ ਸਮਾਂ ਪੂਰਾ ਹੋ ਚੁੱਕਿਆ ਹੈ, ਮੇਰਾ ਹੀ ਸਰੂਪ ਹਨ ਅੰਸ਼ ਤੋਂ। ਰਿਖੀ ਨੇ ਪ੍ਰਗਟ ਕੀਤੇ ਸਤਜੁਗ ਦੇ ਸਮੇਂ ਵਿੱਚ ਬੜਾ ਭਾਰੀ ਉਗਰ ਤਪ ਕਰ ਰਹੇ ਨੇ। ਭਗਵਾਨ ਲੈ ਕੇ ਜਾਓ, ਉਹਨਾਂ ਨੂੰ ਸੱਚਖੰਡ ਨੂੰ ਲਿਆਓ। ਰੂਪ ਤਪੋ ਮੈਂ ਤਪ ਕੋ ਤਾਪਤ। ਤਪ ਦਾ ਰੂਪ ਹਨ, ਹਰੇ ਵੀ ਤਪ ਕਰ ਰਹੇ ਨੇ ਕਈ ਯੁੱਗਾਂ ਤੋਂ। ਅਤਿਸ਼ੈ ਤਪਸੀ ਤਪ ਮੈਂ ਪਿਆਰ। ਤਪ ਨਾਲ ਬਹੁਤ ਹੀ ਪਿਆਰ ਹੈ, ਬਹੁਤ ਤਪੱਸਿਆ ਕਰ ਰਹੇ ਨੇ। ਮੋਏ ਸਮੀਪ ਜਾਏ ਅਭਿਆਨੋ। ਉਹਨਾਂ ਨੂੰ ਦੀਵਾਨ 'ਚ ਚੜਾ ਕੇ ਮੇਰੇ ਪਾਸ ਲੈ ਕੇ ਆਓ ਦੁਸ਼ਟ ਦਮਨ ਜੀ ਨੂੰ। ਇਹ ਸੱਚਖੰਡੋਂ ਵਾਹਿਗੁਰੂ ਦਾ ਹੁਕਮ ਹੋਇਆ। ਹੋਰ ਤਪਿਓ ਤਪ ਦਰਸ ਉਧਾਰ। ਉਹਨਾਂ ਦੇ ਦਰਸ਼ਨ ਬੜੇ ਸ੍ਰੇਸ਼ਟ ਨੇ, ਬੜਾ ਕਠਨ ਤਪ ਤਪਿਆ ਉਹਨਾਂ ਨੇ। ਸੰਮਤ ਬਿਤੇ ਅਸੰਖ ਜਿਸੀ ਕੋ। ਅਸੰਖਾਂ ਹੀ ਉਹਨਾਂ ਨੂੰ ਸਾਲ ਬਤੀਤ ਹੋ ਗਏ ਤਪ ਕਰਦਿਆਂ ਨੂੰ। ਮਮ ਸਰੂਪ ਸੋ ਇਕਤਾ ਧਾਰ। ਐਸ ਵੇਲੇ ਮੇਰੇ ਸਰੂਪ ਨਾਲ ਏਕਤਾ ਪਾ ਲਈ ਆ ਉਹਨਾਂ ਨੇ। ਇਹ ਵਿਦ ਕਰਤ ਤਪੱਸਿਆ ਭਇਓ, ਦੁਆਇਤੇ ਏਕ ਰੂਪ ਹੋਏ ਗਇਓ। ਇਹ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ। ਫਿਰ ਕੀ ਸ਼ੰਕਾ ਰਹੇਗੀ ਖਾਲਸਾ ਜੀ। ਇੱਥੇ ਤੱਕ ਸੱਚਖੰਡ ਵਾਹਿਗੁਰੂ ਨੇ ਵੀ ਰਚਨਾ ਤੋਂ ਕਹਿ ਦਿੱਤਾ, ਹੇ ਜਿੰਨੇ ਉੱਥੇ ਗਣ ਸੀ ਸਤ ਸੰਗਤ ਜੀ ਸੇਵਾ ਕਰਨ ਵਾਲੇ ਸੱਚਖੰਡ ਵਿੱਚ ਬਕੁੰਠ ਧਾਮ ਵਿੱਚ, ਉਹਨਾਂ ਨੂੰ ਬਵਾਨ ਦੇ ਕੇ ਵਾਹਿਗੁਰੂ ਆਪ ਭੇਜ ਰਿਹਾ ਹੈ। ਦੁਸ਼ਟ ਦਮਨ ਜੀ ਨੂੰ ਸੱਚਖੰਡ ਬੁਲਾਇਆ ਹੈ। ਮੋਹਿ ਰੂਪ ਮੈਂ ਉਚਿਤ ਮਿਲਣ ਕੈ। ਇਸ ਵੇਲੇ ਉਹ ਸਾਡੇ ਸਰੂਪ ਦੇ ਵਿੱਚ ਜੋਗ ਨੇ ਮਿਲਣ ਦੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੁਧ ਹੋ ਗਏ। ਅਸਥ ਮਾਤਰ ਜਿਸ ਗਾਤ ਨਿਹਾਰ। ਇਸ ਵੇਲੇ ਜੇ ਤੁਹਾਨੂੰ ਨਿਸ਼ਾਨੀ ਪੁੱਛਦੇ ਹੋ, ਦੱਸੀਏ ਵੀ ਕਿਹਨੂੰ ਲੈਣ ਜਾਣਾ, ਤਪੱਸੀ ਉੱਥੇ ਬੇਅੰਤ ਹੋਣਗੇ। ਕੇਵਲ ਹੱਡੀਆਂ ਹੀ ਨੇ, ਪਿੰਜਰਾ ਹੀ ਬਣਿਆ ਪਿਆ ਸਰੀਰ ਦਾ। ਹੇਮਕੂਟ ਕੇ ਸਬਤ ਸ੍ਰਿੰਗ ਸਭ। ਹੇਮਕੁੰਡ ਪਰਬਤ ਹੈ ਹਿਮਾਲਿਆ ਦੀਆਂ ਘਾਟੀਆਂ ਦੇ ਉੱਤੇ, ਉੱਥੇ ਚੋਟੀਆਂ ਹਨ 7। ਸਭਨ ਬੀਚ ਪਰ ਸ੍ਰਿੰਗ ਸਹਾਏ। 7 ਚੋਟੀਆਂ ਦੇ ਜਿਹੜੇ ਵਿਚਾਲੜੀ ਚੋਟੀ ਹੈ, 3 ਉਧਰਲੀਆਂ ਛੱਡ ਲਿਓ, 3 ਉਧਰਲੀਆਂ ਛੱਡ ਲਿਓ, ਵਿਚਾਲੜੀ ਹੈ ਜਿਹੜੀ ਸੋਭਨੀਕ, ਉਹਦੇ ਤੇ ਤਪ ਕਰ ਰਹੇ ਨੇ ਇਸ ਵੇਲੇ। ਤਿਸ ਪਰ ਖਰੇ ਕਰੇ ਤਪ ਧੀਰਗ। ਬੜਾ ਭਾਰੀ ਤਪ ਕਰ ਰਹੇ ਨੇ ਖੜ ਕੇ। ਅਚਲ ਸ਼ੁਸ਼ਕ ਕਾਸ਼ਟ ਸਮਤਾਏ। ਐ ਚੱਲ ਖੜੇ ਨੇ ਜਿਵੇਂ ਸੁੱਕੀ ਲੱਕੜ ਖੜੀ ਹੁੰਦੀ ਆ ਜੰਗਲ ਦੇ ਵਿੱਚ। ਸੁਣ ਗਨ ਲੈ ਭਗਵਾਨ ਕਉ ਗਮਨੇ। ਸੁਣ ਕਰਕੇ ਹੁਕਮ ਸਤ ਸੰਗਤ ਜੀ ਬਕੁੰਠ ਧਾਮ ਤੋਂ ਵਾਹਿਗੁਰੂ ਦਾ, ਜਿਹੜੇ ਗਣ ਸੀ ਸੇਵਕ ਸੱਚਖੰਡ ਚ ਰਹਿਣ ਵਾਲੇ ਮੁਕਤ ਪੁਰਸ਼, ਬਵਾਨ ਲੈ ਕੇ ਚੱਲੇ। ਜਿਸ ਕੀ ਸੋਭਾ ਕਹੀ ਨਾ ਜਾਏ। ਜਿਸ ਬਵਾਨ ਦੀ ਖਾਲਸਾ ਜੀ ਸੋਭਾ ਕਹੀ ਨਹੀਂ ਜਾਂਦੀ। ਬਵਾਨਾਂ ਨੂੰ ਤਾਂ ਆਪਾਂ ਵੀ ਲੋਚਦੇ ਆਂ ਵੀ ਸਵਰਗ ਚੋਂ ਆਪਾਂ ਨੂੰ ਬਵਾਨ ਲੈਣ ਆਉਣ, ਬੜੀਆਂ ਸਾਖੀਆਂ ਆਉਂਦੀਆਂ, ਪਰ ਖਾਲਸਾ ਜੀ ਜਿਹਾ ਜਿਹਾ ਸਤਿਗੁਰੂ ਵਾਸਤੇ ਦੁਸ਼ਟ ਦਮਨ ਵਾਸਤੇ ਬਵਾਨ ਆਇਆ ਹੈ,
ਉਹ ਅਚਰਜ ਹੀ ਹੈ। ਭਗਵਾਨ ਸਵਰਗ ਨੂੰ ਜਾਂਦੇ ਦੇਖੇ, ਮਾਤ ਲੋਕ ਜੀ ਵਹਾਈ ਜਹਾਜ਼ ਬਣਾ ਲਏ, ਸੱਤ ਨਿਊਜਨ ਘਟੋਲੇ ਹੁੰਦੇ ਅੱਗੇ। ਇਹ ਜੇ ਭਗਵਾਨ ਬੜੀ ਦੁਨੀਆ ਬਣਾਉਂਦੀ, ਪਰ ਕਲਗੀਧਰ ਪਾਤਸ਼ਾਹ ਵਾਸਤੇ ਜਿਹੜਾ ਭਗਵਾਨ ਆ ਰਿਹਾ ਖਾਲਸਾ ਜੀ, ਸੱਚਖੰਡ ਨੂੰ ਪਹੁੰਚਣ ਵਾਲਾ ਭਗਵਾਨ ਕੋਈ ਕੋਈ ਹੈ। ਸੁੰਦਰ ਬਦਨਵਾਰ ਦਰਨ ਪਰ, ਸੋਹਣੀਆਂ ਸਤ ਸੰਗੀ ਬੰਧਨਵਾਰ ਕਹਿੰਦੇ ਨੇ। ਜਦੋਂ ਕਿਸੇ ਦੇ ਬੱਚਾ ਜਨਮੇ, ਦਰਾਂ ਦੇ ਉੱਤੇ ਸਤ ਸੰਗੀ ਪੱਤੇ ਜੇ ਸੋਹਣੇ ਬਣਾ ਕੇ ਬੰਨ੍ਹ ਦਿੰਦੇ ਨੇ ਰੱਸੀਆਂ ਜੀਆਂ ਨਾਲ, ਐ ਝਾਲਰਾਂ ਜੀਆਂ ਸੋਹਣੇ ਦੋਨੋਂ ਦਰਾਂ ਦੇ ਉੱਤੇ ਸਤ ਸੰਗੀ ਬੰਧਨਵਾਰ ਬੰਨੇ ਹੋਏ ਨੇ ਭਗਵਾਨ ਦੇ। ਮੁਕਤਾ ਮਹਿਤ ਪ੍ਰਕਾਸ਼ ਕਰਾਏ, ਮੋਤੀ ਜੜੇ ਹੋਏ ਪ੍ਰਕਾਸ਼ ਰਹੇ ਨੇ। ਦਿਨ ਮਨ ਸਮ ਮਨ ਗਨ ਕੀ ਜੜਤੀ, ਜੜਤੀ ਇਹੀ ਜੀ ਆ ਮਣੀਆਂ ਦੀ, ਜਿਵੇਂ ਸੂਰਜ ਚਮਕਦੇ ਹੁੰਦੇ ਆ ਬਹੁਤੇ। ਮਹਿਤ ਪ੍ਰਕਾਸ਼ ਕਮਲ ਬਣਾਏ, ਇਉਂ ਹੀਰਿਆਂ ਨੂੰ ਚੀਰ ਚੀਰ ਕੇ ਕਮਲਾਂ ਵਾਂਗੂ ਪੰਖੜੀਆਂ ਬਣਾ ਕੇ ਜੜਿਆ ਹੋਇਆ ਹੈ। ਹੀਰੇ ਕੋਰਦਾਰ ਕਰ ਕੋਰਨ, ਕਈ ਸਤ ਸੰਗੀ ਤਿੰਨ ਤਿੰਨ ਕੋਨੇ ਚੀਰ ਕੇ ਹੀਰੇ। ਪੌਰਨ ਪਦਮ ਰਾਗ ਸਭ ਛਾਏ, ਹਰੀਆਂ ਮਣੀਆਂ ਫਬ ਰਹੀਆਂ ਨੇ ਸਤ ਸੰਗਤ ਜੀ ਦਰਵਾਜ਼ਿਆਂ ਦੇ ਉੱਤੇ ਲਾਈਆਂ ਹੋਈਆਂ। ਹੰਸ ਕੀ ਪ੍ਰਤਮਾ ਕਰ ਚਿਤਰਤ, ਹਾਂਸਾਂ ਦੀਆਂ ਸਤ ਸੰਗੀ ਮੂਰਤੀਆਂ ਬਣਾ ਬਣਾ ਅੰਦਰਲੇ ਪਾਸੇ ਭਗਵਾਨ ਦੇ ਜੜੀਆਂ ਹੋਈਆਂ ਹਨ। ਉਪਰ ਕਲਸ ਉਰਦ ਦਿਪਤਾਏ, ਉੱਤੇ ਗੁੰਬਦ ਹੈ ਭਗਵਾਨ ਦੇ, ਕਲਸ ਸੋਹਣਾ ਸੋਭਨੀਕ ਹੋ ਰਿਹਾ ਹੈ ਜਾਲ ਪ੍ਰਕਾਸ਼ ਦਾ। ਜਾਲ ਕਿੰਕਨੀ ਕਰਤ ਕਲਾਹਲ, ਬਹੁਤ ਸਾਰੇ ਸਤ ਜਿਹੜੇ ਗਣ ਨੇ ਨਾ ਚੱਕਣ ਵਾਲੇ ਭਗਵਾਨ ਨੂੰ, ਉਹਨਾਂ ਦੇ ਲੱਕਾਂ ਨਾਲ ਤਰਾਗੀਆਂ ਹਨ। ਜਿਵੇਂ ਮਾਈਆਂ ਤਰਾਗੀ ਬੱਚੇ ਦੇ ਪਾ ਕੇ ਘੁੰਗਰੀਆਂ ਜੀਆਂ ਵਿੱਚ ਪਾ ਦਿੰਦੀਆਂ ਹੁੰਦੀਆਂ, ਐ ਉਹਨਾਂ ਦੇ ਵੀ ਛਣਕਦੇ ਆ, ਬੜੇ ਸੋਹਣੇ ਛਣਕਾਟ ਹੁੰਦਾ ਹੈ। ਮਨ ਅਨੁਸਾਰ ਚਲਨ ਸਭ ਥਾਏ, ਭਗਵਾਨ ਵਿੱਚ ਉਹ ਸ਼ਕਤੀ ਆ, ਫੇਰ ਵੀ ਸੱਚਖੰਡ ਦਾ ਭਗਵਾਨ ਹੈ। ਜਿੰਨਾ ਮਨ ਤੇਜ ਜਾਂਦਾ ਖਾਲਸਾ ਜੀ ਸੰਕਲਪ ਨਾਲ ਹੀ, ਇੰਨੀ ਤੇਜ਼ੀ ਨਾਲ ਭਗਵਾਨ ਚੱਲਦਾ ਹੈ। ਮੁਕਤਾ ਜਾਲੀ ਜਵਲਤ ਝਰੋਖਣ, ਝਰੋਖਿਆਂ ਦੇ ਵਿੱਚ ਇਰਦ ਗਿਰਦ ਭਗਵਾਨ ਦੇ ਮੋਤੀਆਂ ਦੀਆਂ ਜਾਲੀਆਂ ਬਣਾ ਬਣਾ ਲਟਕਾਈਆਂ ਹੋਈਆਂ। ਰਮਿਆ ਮਨੋਹਰ ਦਿਵਤ ਬਮਾਨ, ਬਹੁਤ ਹੀ ਸੁੰਦਰ ਸਤ ਸੰਗ ਜੀ ਸ੍ਰੇਸ਼ਟ ਭਗਵਾਨ ਪ੍ਰਕਾਸ਼ ਰਿਹਾ। ਆਸਤਰਨ ਬਰ ਮਿਰਦਲ ਕਲਤ ਕਰ, ਬੜਾ ਸੋਹਣਾ ਸਤ ਸੰਗ ਜੀ ਕੋਮਲ ਉਜਲ ਬਿਸਤਰਾ ਵਿਛਾਇਆ ਹੋਇਆ ਵਿੱਚ ਭਗਵਾਨ ਦੇ। ਸੁੰਦਰ ਤਰੇ ਸੁਭਗ ਉਪਤਾਨ, ਸ੍ਰੇਸ਼ਟ ਸੋਹਣੇ ਸਰਾਣੇ ਰੱਖੇ ਹੋਏ ਨੇ ਵਿੱਚ। ਸ਼ਿਆਮਲ ਕਰਤ ਰੰਗ ਤੇ ਆਦਿਕ, ਇਸੇ ਤਰ੍ਹਾਂ ਸਤ ਸੰਗ ਜੀ ਲਾਲ ਰੰਗ ਦੇ ਤੇ ਕਾਲੇ ਰੰਗ ਦੇ, ਹਰੇ ਰੰਗ ਦੇ, ਪੀਲੇ ਰੰਗ ਦੇ। ਲਗੇ ਰਤਨ ਹੀਰੇ ਦੁੱਤ ਖਾਨ, ਸੋਭਾ ਦੀ ਖਾਣੀ ਹੀਰੇ ਜੜੇ ਹੋਏ ਹਨ ਭਗਵਾਨ ਦੇ ਚਾਰ ਛਪੇਰੇ। ਜਾਏ ਦੇਸ਼ ਜਿਸ ਦੇਖੇ ਕੋ ਤਹਿ, ਜਦੋਂ ਸੱਚਖੰਡ ਤੋਂ ਸਤ ਸੰਗੀ ਮਾਤ ਲੋਕ ਦੇ ਆਕਾਸ਼ ਵਿੱਚ ਆਇਆ ਨਾ ਭਗਵਾਨ, ਲੋਕ ਤਾਹਾਂ ਨੂੰ ਮੂੰਹ ਚੱਕ ਚੱਕ ਕੇ ਦੇਖਦੇ ਨੇ ਵੀ ਇਹ ਕਿੱਥੇ ਜਾ ਰਿਹਾ ਹੈ, ਕੀ ਸੋਹਣਾ ਪ੍ਰਕਾਸ਼ ਰਿਹਾ। ਕਹੇ ਪਰਸਪਰ ਹੈ ਇਹੋ ਭਾਨ, ਇੱਕ ਦੂਜੇ ਨੂੰ ਕਹਿੰਦੇ ਇਹ ਤਾਂ ਕੋਈ ਸੂਰਜ ਨਵਾਂ ਆ ਗਿਆ ਮਾਤ ਲੋਕ ਵਿੱਚ। ਸਬਤ ਸਰਿੰਗ ਕੇ ਮਧਿਆ ਸਰਿੰਗ ਪਰ, ਬਹੁਤ ਸਤ ਸੰਗ ਜੀ ਤੇਜ਼ੀ ਦੇ ਨਾਲ ਸਬਤ ਸਰਿੰਗ, ਜਿੱਥੇ ਸੱਤ ਚੋਟੀਆਂ ਸੋਭਦੀਆਂ ਪਹਾੜ ਦੀਆਂ, ਵਿਚਾਲੜੀ ਚੋਟੀ ਤੇ ਆ ਟਿਕਿਆ ਭਗਵਾਨ। ਸ੍ਰੀਓ ਆਏ ਗਨ ਸਹਿਤ ਬਮਾਨ, ਆਗੇ ਸਤ ਸੰਗ ਜੀ ਜਿਹੜੇ ਸੇਵਕ ਚੱਕਣ ਵਾਲੇ ਸੀ, ਆਉਣ ਭਗਵਾਨ ਨੂੰ ਲਿਆਉਣ ਵਾਲੇ। ਸਾਦਰ ਬਿਨੇ ਸਨਾਵਨ ਕੀਨਸ, ਸਨੇਹਾ ਦਿੱਤਾ ਆ ਕੇ ਜਿੱਥੇ ਆਪ ਜੀ ਸਤ ਸੰਗ ਜੀ ਤਪ ਰੂਪ ਹੋ ਕਰਕੇ ਐਨ ਹੱਠ ਤਪ ਦੇ ਨਾਲ ਖੜੇ ਹਨ, ਹੱਥ ਜੋੜ ਕੇ ਵਾਹਿਗੁਰੂ ਵੱਲੋਂ ਸਨੇਹਾ ਦਿੱਤਾ। ਹੇ ਤਪ ਧਨ ਤਪ ਰੂਪ ਮਹਾਨ, ਇਹ ਤਪ ਦੇ ਰੂਪ ਆਪ ਦੇ ਪਾਸ ਤਪ ਹੀ ਧਨ ਹੈ। ਸਾਡੀ ਬੇਨਤੀ ਸੁਣੋ। ਤਬ ਅਦ ਕੋ ਤੁਮ ਤਪੇ ਬਥਾਰੋ, ਬੜਾ ਭਾਰੀ ਤਪ ਦਾ ਤੁਸੀਂ ਪ੍ਰਤਾਪ ਫਲਾਇਆ ਹੈ, ਹੁਣ ਵੀ ਅਦਕ ਤਪ ਕਰ ਰਹੇ ਹੋ। ਤਪ ਸਾਧਕ ਤੁਮਰੇ ਨਾ ਸਮਾਨ, ਤਪੱਸਿਆ ਜਿਵੇਂ ਤੁਹਾਡੇ ਤੁਸੀਂ ਕੀਤੀ ਆ, ਤੁਹਾਡੇ ਸਮਾਨ ਕਿਸੇ ਨੇ ਤਪੱਸਿਆ ਨਹੀਂ ਕੀਤੀ। ਤਦੇ ਮਹਾਰਾਜ ਨੇ ਕਿਹਾ ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਖਾਲਸਾ ਜੀ ਅਦਕ ਤੋਂ ਅਦਕ ਤਪੱਸਿਆ ਕੀਤੀ ਅਸੀਂ। ਪੂਰਨ ਕਰੋ ਕਾਮਨਾ ਤਨ ਕੀ, ਹੁਣ ਤੁਸੀਂ ਆਪਣੇ ਜੋ ਮਨ ਵਿੱਚ ਇੱਛਾ ਹੈ ਵਾਹਿਗੁਰੂ ਦੇ ਵਿੱਚ ਮਿਲਣ ਦੀ, ਉਹ ਆਪਣੀ ਪੂਰੀ ਕਰ ਲੋ। ਚਲੋ ਦਿਦਾਰੇ ਕਰੋ ਵਾਹਿਗੁਰੂ ਦੇ। ਪਰਸ਼ੋਤਮ ਪਰਮਾਰਥਵਾਨ, ਤੁਸੀਂ ਆਪ ਉੱਤਮ ਪੁਰਸ਼ ਹੋ, ਪਰਮਾਰਥਮਾਨ ਕੇ ਵਿਦਿਆ ਦੇ ਗਿਆਤੇ ਹੋ, ਸ਼ਰਧਾਲੂ ਹੋ ਵਾਹਿਗੁਰੂ ਦੇ। ਪਰਮੇਸ਼ਰ ਪਰਮਾਤਮ ਪੂਰਨ, ਜੋ ਪਰਮਾਤਮਾ ਪੂਰਨ ਪਰਿਪੂਰਨ ਹੈ ਵਾਹਿਗੁਰੂ। ਪਰਮ ਪੁਰਖ ਆਵਾਹਨ ਕੀਨ, ਪਰਮ ਪੁਰਖ ਮੈਂ ਹੋ, ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਰਮ ਪੁਰਖ ਤੇ ਵਾਹਿਗੁਰੂ ਦਾ ਨਾਮ ਹੈ।
ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਹੈ। ਕਰੋ ਅਰੂੜਨ ਬਰਬਮਾਨ ਪਰ, ਕਿਰਪਾ ਕਰੋ ਸੱਚਖੰਡ ਤੋਂ ਮੁਕਤਪੁਰ ਛਾਏ। ਹੱਥ ਜੋੜਦੇ ਐ ਇਸ ਵੇਲੇ ਭਗਵਾਨ ਵਿੱਚ ਬੈਠੋ। ਦਰਸ਼ਨ ਲਿਓ ਸਫਲ ਨਿਜ ਚੀਨ, ਆਪਣੇ ਆਪ ਨੂੰ ਸਫਲਾ ਜਾਣੋ। ਚੱਲ ਕੇ ਸੱਚਖੰਡ ਦਰਸ਼ਨ ਕਰੋ ਵਾਹਿਗੁਰੂ ਦੇ। ਅਖਲ ਲਾਲਸਾ ਪਰਵੋ ਆਪਣੀ, ਜਿੰਨੀ ਮਨ ਦੀ ਇੱਛਾ ਹੈ ਸਾਰੀ ਪੂਰੀ ਕਰ ਲੋ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਅੱਜ ਸੱਚਖੰਡ ਨੂੰ ਜਾ ਰਹੇ ਨੇ ਮਹਾਰਾਜ ਦੁਸ਼ਟ ਦਮਨ ਦੇ ਰੂਪ ਵਿੱਚ। ਤੁਮ ਸਭ ਗਿਆਤਾ ਪਰਮ ਪਰਵੀਨ, ਤੁਸੀਂ ਪਰਮ ਪ੍ਰਵੀਨ ਚਤੁਰ ਹੋ, ਹਰ ਤਰ੍ਹਾਂ ਦੀ ਤੁਹਾਨੂੰ ਗਿਆਤ ਹੈ। ਅਸੀਂ ਤੁਹਾਨੂੰ ਕੀ ਕਹਿ ਸਕਦੇ ਹਾਂ। ਜੋ ਮੁਕਤਪੁਰ ਛਾਏ ਬਕੁੰਠ ਧਾਮ ਚੋਂ ਬਵਾਨ ਲੈ ਕੇ ਨਿਮਰਤਾ ਨਾਲ ਬੇਨਤੀਆਂ ਕਰਦੇ ਨੇ। ਤਪਤੇ ਸ਼ਾਂਤ ਕਰੋ ਔਰ ਅੰਤਰ, ਐਸ ਵੇਲੇ ਤੁਸੀਂ ਤਪ ਤੋਂ ਸ਼ਾਂਤੀ ਧਾਰੋ। ਸਤੋਮਈ ਬਿਰਤੀ ਦੇ ਵਿੱਚ ਸਥਿਤ ਹੋਵੋ। ਆਏ ਸਮਾਨੋ ਬਿਲਮ ਵਿਹੀਨ, ਬਿਨਾਂ ਦੇਰ ਤੋਂ ਵਾਹਿਗੁਰੂ ਦੀ ਆਗਿਆ ਦਾ ਪਾਲਨ ਕਰੋ। ਸ੍ਰੀ ਮੁਖ ਪ੍ਰਭ ਅਕਾਲ ਕੀ ਆਗਿਆ, ਸੁਭਾਏਮਾਨ ਮੁਖੋਂ ਅਕਾਲ ਪੁਰਖ ਦੀ ਆਗਿਆ ਹੈ। ਸੁਣਤ ਪਈ ਪੁਲ ਕਾਵਲ ਆਏ। ਜਦੋਂ ਖਾਲਸਾ ਜੀ ਆ ਗਏ ਸੁਨੇਹੇ, ਮਹਾਰਾਜ ਦਾ ਰੋਮ ਰੋਮ ਖੜਾ ਹੋ ਗਿਆ। ਸਰੀਰ ਮਾਤਰ ਹੀ ਸਤ ਸੰਗਤ ਜੀ ਪਿੰਜਰਾ ਹੋਇਆ ਇਹੀ ਜੀ ਖੁਸ਼ੀ ਚੜੀ ਸਤ ਸੰਗਤ ਜੀ। ਉਸੇ ਵੇਲੇ ਸਰੀਰ ਰਿਸ਼ਟ ਪੁਸ਼ਟ ਹੋ ਗਿਆ। ਭਗਵਾਨ ਆਇਆ ਦੇਖ ਕੇ ਔਰ ਆਨੰਦ ਅਸਰ ਭਰਿਆ ਏ। ਬਰਾਗ ਦੇ ਨਾਲ ਅਥਰੂ ਭਰਿਆ ਏ ਨੇਤਰਾਂ ਦੇ ਅੰਦਰ ਕਿ ਅਸੰਖਾਂ ਸਾਲ ਬਤੀਤ ਹੋ ਗਏ ਅੱਜ ਤਪ ਕਰਦਿਆਂ ਨੂੰ। ਅੱਜ ਸਾਡੀ ਵਾਰੀ ਆਈ ਆ ਸੱਚਖੰਡ ਜਾਣ ਦੀ। ਅਸੀਂ 2 ਦਿਨ ਭਜਨ ਕਰਕੇ ਕਹਿੰਦੇ ਆ ਮਨ ਤਾਂ ਟਿਕਦਾ ਨਹੀਂ, ਛੱਡੋ ਪਰੇ। ਖਾਲਸਾ ਜੀ ਐਸੇ ਜਿਹੜੇ ਕਥਾ ਦੇ ਪ੍ਰਸੰਗ ਨੇ ਇਸੇ ਕਰਕੇ ਵਿਚਾਰੀ ਦੇ ਐ। ਪਰਮੇਸ਼ਰ ਦੇ ਦਰ ਚ ਦੇਰ ਤਾਂ ਹੈ ਅੰਧੇਰ ਨਹੀਂ। ਪ੍ਰਭ ਘਾਲਿਆ ਕਿਸ ਦਾ ਇੱਕ ਤਿਲ ਨਾ ਗਵਾਈ। ਪ੍ਰਭੂ ਕਿਸੇ ਦੀ ਘਾਲਣਾ ਕੀਤੀ ਹੋਈ ਹੈ ਤਿਲ ਮਾਤਰ ਵੀ ਗਵਾਉਂਦਾ ਨਹੀਂ ਹੈ। ਜਪ ਕੇ ਤਪ ਕਰਕੇ ਸਤ ਸੰਗਤ ਜੀ ਸੇਵਾ ਅੱਜ ਦੇ ਸਮੇਂ ਵਿੱਚ ਤਪ ਹੈ। ਜਪ ਸੰਗਤ ਛਾਜਨੀਆਂ ਭਰਨੀਆਂ ਸਭ ਤੋਂ ਵੱਡਾ ਸਤ ਸੰਗਤ ਜੀ ਜਾਪ ਹੈ। ਸੋ ਆਪ ਜੀ ਅੱਜ ਅਸੰਖਾਂ ਸਾਲ ਸਤ ਸੰਗਤ ਜਿਹੜਾ ਤਪ ਹੈ ਕੀਤਾ, ਉਹਦਾ ਫਲ ਕੀ ਹੈ? ਵਾਹਿਗੁਰੂ ਦੇ ਦਰਸ਼ਨ, ਵਾਹਿਗੁਰੂ ਚ ਲੀਨਤਾ। ਉਹ ਸਤ ਸੰਗਤ ਜੀ ਪਦਵੀ ਪ੍ਰਾਪਤ ਕਰਨ ਵਾਸਤੇ ਖੁਸ਼ ਹੋ ਕੇ ਭਗਵਾਨ ਦੇ ਤੇ ਤਿਆਰ ਹੋ ਰਹੇ ਨੇ ਚੜ੍ਹਨ ਲਈ। ਪ੍ਰੇਮ ਵਿਖੇ ਗਦ ਗਦ ਬਚ ਗਾਏ, ਪ੍ਰੇਮ ਦੇ ਵਿੱਚ ਬਾਣੀ ਅਸਤ ਵਿਅਸਤ ਹੋ ਗਈ, ਕੰਠ ਰੁਕ ਗਿਆ। ਕ੍ਰਿਸਤਨ ਜੁਸ਼ਟ ਪੁਸ਼ਟ ਰਿਸ਼ਟੇ ਅਤ, ਜਿਹੜਾ ਸਰੀਰ ਸੁੱਕਿਆ ਪਿਆ ਸੀ ਉਹ ਸਤ ਸੰਗਤ ਜੀ ਹਰਾ ਭਰਾ ਹੋ ਗਿਆ ਸਨੇਹਾ ਸੁਣ ਕੇ ਸੱਚਖੰਡ ਦਾ। ਸਿੱਖਣ ਕੋ ਸੁਭਤਾ ਦਰਸਾਏ, ਜਿੰਨੇ ਸਤ ਸੰਗਤ ਜੀ ਉੱਥੇ ਤਪੱਸੀ ਪਿੱਛੇ ਪ੍ਰਸੰਗ ਵਿਚਾਰ ਚੁੱਕੇ ਹਨ। ਜਿੱਥੇ ਆਪ ਜੀ ਨੇ ਹੇਮਕੁੰਡ ਪਰਬਤ ਤੇ ਤਪੱਸਿਆ ਕੀਤੀ ਹੈ, ਇਰਦ ਗਿਰਦ ਹੋਰ ਬਹੁਤ ਤਪੱਸਿਆ ਕਰਦੇ ਸੀ। ਸਾਰਿਆਂ ਦੇ ਮੁਖੀ ਦੁਸ਼ਟ ਦਮਨ ਜੀ ਸਨ। ਸਾਰਿਆਂ ਨੂੰ ਸਿੱਖਿਆ ਢੰਗ ਦੱਸਦੇ ਸੀ ਤਪ ਕਰਨ ਦਾ। ਉਹ ਸਾਰੇ ਸਤ ਸੰਗਤ ਜੀ ਤਪੱਸੀਆਂ ਨੇ ਜੇ ਦੇਖਿਆ ਭਗਵਾਨ ਆਇਆ ਹੋਇਆ, ਜਦ ਹੀ ਸਤ ਸੰਗਤ ਜੀ ਦੇਖਣ ਲੱਗ ਗਏ ਵੀ ਜਿਹੜੇ ਸਾਨੂੰ ਸਿੱਖਿਆ ਦੇਣ ਵਾਲੇ, ਤਪ ਦੀ ਜੁਗਤੀ ਦੱਸਣ ਵਾਲੇ, ਉਹ ਤਾਂ ਹੋ ਜਿਹਾ ਸੁੱਕਿਆ ਸਰੀਰ ਹੀ ਨਹੀਂ ਰਿਹਾ। ਕੀ ਸੋਹਣਾ ਸਰੂਪ ਪ੍ਰਕਾਸ਼ਮੈ ਦਿਖ ਰਿਹਾ ਹੈ। ਆਸਵਾਮਨ ਕਰ ਸਭਿਨ ਕੇਰਾ, ਸਾਰੇ ਨੇੜੇ ਆ ਗਏ ਸਤ ਸੰਗਤ ਜੀ ਤਪੱਸੀ ਇਕੱਠੇ ਹੋ ਗਏ ਜੰਗਲਾਂ ਚੋਂ। ਸਾਰਿਆਂ ਨੂੰ ਮਹਾਰਾਜ ਨੇ ਦੁਸ਼ਟ ਦਮਨ ਨੇ ਉਸ ਵੇਲੇ ਦਿਲਾਸਾ ਦਿੱਤਾ। ਮਿਰਦਲ ਸੁਖ ਦੁਖੈ ਸ੍ਰੇ ਸੁਨਾਏ, ਸੁਖ ਦੇਣੇ ਵਾਲੇ ਆਸ਼ੀਰਵਾਦ ਵਾਲੇ ਬਚਨ ਕੋਮਲ ਮੁਖੋਂ ਸੁਣਾਏ ਬਚਨ ਦੁਸ਼ਟ ਦਮਨ ਨੇ। ਹਰੀ ਅਕਾਲ ਪੁਰਖ ਦਿਸ਼ ਬੰਧਨ, ਦਿਲਾਸਾ ਦੇ ਕੇ ਕਿ ਅਸੀਂ ਸੱਚਖੰਡ ਦਰਸ਼ਨ ਦੇ ਕੇ ਚਿੰਤਾ ਨਾ ਕਰਿਓ, ਅਸੀਂ ਆਵਾਂਗੇ ਤੁਹਾਡੇ ਕੋਲੇ। ਧੀਰਜ ਦੇ ਕੇ ਤਪੱਸੀਆਂ ਨੂੰ ਸਤ ਸੰਗਤ ਜੀ ਉਸੇ ਵੇਲੇ ਵਾਹਿਗੁਰੂ ਵੱਲ ਮੱਥਾ ਟੇਕਿਆ, ਧਿਆਨ ਧਾਰ ਕੇ ਪਹੁੰਚੇ ਪੁਣੇ ਸਮੀਪ ਬਮਾਨ। ਅਰਦਾਸਾ ਸੋਧ ਕੇ ਜਿਵੇਂ ਆਪਾਂ ਸਤ ਸੰਗਤ ਜੀ ਕਿਸੇ ਪਾਸੇ ਨੂੰ ਚੱਲਦੇ ਆਂ, ਆਪ ਜੀ ਨੇ ਵਾਹਿਗੁਰੂ ਦਾ ਧਿਆਨ ਧਾਰ ਕੇ ਸਤ ਸੰਗਤ ਜੀ ਉਸ ਵੇਲੇ ਬਮਾਨ ਦੇ ਨੇੜੇ ਜਾਣਾ ਕੀਤਾ। ਝਾਲਰ ਮੁਕਤਾ ਲਰਕਤ ਚੌਂਦਿਸ, 4 ਸਪੇਰੇ ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਬਵਾਨ ਦੇ ਵਿੱਚ ਬੈਠ ਕਾ ਬਣੀ ਮਹਾਨ। ਸੋਹਣੀ ਬੈਠਣ ਨੂੰ ਜਗ੍ਹਾ ਬਣੀ ਹੋਈ ਸੀ ਵਿੱਚ। ਤੀਨ ਪ੍ਰਦਰਸ਼ਨ ਤੀਨ ਫਿਰ ਕਰ, ਖਾਲਸਾ ਜੀ ਆਖੋ ਵਾਹਿਗੁਰੂ। 3 ਪ੍ਰਕਰਮਾਂ ਬਵਾਨ ਦੀਆਂ ਕੀਤੀਆਂ ਆਪ ਜੀ ਨੇ। ਇਹ ਮਰਜ਼ਾਦਾ ਗੁਰੂ ਘਰ ਵਿੱਚ ਆ ਕੇ ਦੁਬਾਰਾ ਪ੍ਰਗਟ ਹੋ ਕੇ ਵੀ ਰੱਖੀ। ਜਦੋਂ ਆਪ ਜੀ ਘੋੜੇ ਤੇ ਸਵਾਰ ਹੋਇਆ ਕਰਦੇ, ਖਾਲਸਾ ਜੀ ਘੋੜੇ ਦੇ ਚਰਨਾਂ ਨੂੰ ਸਤ ਸੰਗਤ ਜੀ ਨਮਸਕਾਰ ਕਰਿਆ ਕਰਦੇ ਆਪ। ਉਸ ਤੋਂ ਬਾਅਦ ਸਤ ਸੰਗਤ ਸਵਾਰੀ ਕਰਿਆ ਕਰਦੇ। ਸੋ ਜਿਸ ਵੇਲੇ ਗੁਰਤਾ ਗੱਦੀ ਵੀ ਦਿੰਦੇ, ਉਦੋਂ ਵੀ 3 ਪ੍ਰਕਰਮਾ ਕਰਕੇ ਸਤ ਸੰਗਤ ਜੀ ਚਰਨ
ਮੂਰੇ ਮਹਾਰਾਜ ਦੇ ਪਹਿਲਿਆਂ ਦੇ ਆਪ ਸਤ ਸੰਗਤ ਜੀ ਭੇਟਾ ਕਰਿਆ ਕਰਦੇ, ਨਾਰੀਅਲ ਤੇ 5 ਪੈਸੇ ਆਦਿ। ਸੋ ਅੱਜ ਭਗਵਾਨ ਦੀ ਪ੍ਰਕਰਮਾ ਕਰਕੇ ਆਪ ਜੀ ਨੇ ਨਮਰੀ ਹੋਏ ਅਰੂਢੇ ਜਾਨ, ਬੜੀ ਨਿਮਰਤਾ ਧਾਰ ਕੇ ਭਗਵਾਨ ਦੇ ਉੱਤੇ ਸਵਾਰੀ ਸਮਝ ਕੇ ਸਵਾਰ ਹੋ ਗਏ। ਪਰਮ ਗੁਰੂ ਮਹਿਮਾ ਮਨ ਕੋ ਕੀਨਸ, ਮਨ ਦੀ ਬਿਰਤੀ ਕਿੱਥੇ ਲਾਈ? ਪਰਮ ਗੁਰੂ ਕੌਣ ਹੈ? ਅਕਾਲ ਪੁਰਖ ਅੰਤਰਜਾਮੀ ਹੈ, ਉਹਦੇ ਵਿੱਚ ਬਿਰਤੀ ਲਾ ਲਈ। ਵਾਹਿਗੁਰੂ ਦੇ ਵਿੱਚ ਗਮਨ ਚਾਹਿਓ ਦਰਸ਼ਨ ਇਸ ਠਾਨ, ਦਰਸ਼ਨਾਂ ਦੀ ਇੱਛਾ ਧਾਰ ਕੇ ਚੱਲਣਾ ਚਾਹਿਆ। ਦੋਰਾ ਕਰਿਓ ਗਮਨ ਕੋ ਮੁਨ ਜਬੇ, ਜਿਸ ਵੇਲੇ ਸਤ ਸੰਗਤ ਜੀ ਆਪ ਨੇ ਦੁਸ਼ਟ ਦਮਨ ਮੁਨੀ ਦੇ ਰੂਪ ਵਿੱਚ ਜਾਣਾ ਕੀਤਾ, ਸੱਚਖੰਡ ਨੂੰ ਭਗਵਾਨ ਤੇ ਚੜ ਕੇ ਵੇਗ ਬਸਾਲ ਬਿਮਾਨ, ਤੇਜ ਬੜਾ ਚੱਲਿਆ ਭਗਵਾਨ। ਤੂਰਨ ਹੀ ਊਰਦ ਉਠਿਓ, ਨਾਲੇ ਗਣ ਵੀ ਹਨ ਸਤ ਸੰਗਤ ਜੀ ਜਿਹੜੇ ਉੱਥੇ ਰਹਿਣ ਵਾਲੇ ਭਗਤ ਪੁਰਸ਼ ਨੇ। ਬੁਕਟ ਧਾਮ ਦੇ ਬੜੀ ਛੇਤੀ ਆਕਾਸ਼ ਨੂੰ ਚੱਲਿਆ। ਚਲਿਓ ਜਾਤ ਜਿਮ ਭਾਨ, ਜਿਵੇਂ ਸੂਰਜ ਆਕਾਸ਼ ਵਿੱਚ ਜਾ ਰਿਹਾ ਪ੍ਰਕਾਸ਼ ਦੇ ਸਹਿਤ, ਐ ਭਗਵਾਨ ਜਾ ਰਿਹਾ ਮਹਾਰਾਜ ਜੀ ਦਾ। ਸਈਆ ਚੰਦ ਵੇਗ ਬਮਾਨ ਸਮਾਨ ਜੋ ਮਨ ਕੇ, ਜਿਵੇਂ ਮਨ ਦੀ ਸਤ ਸੰਗਤ ਤੇਜੀ ਆ, ਐ ਤੇਜੀ ਦੇ ਨਾਲ ਭਗਵਾਨ ਚੱਲਿਆ। ਨਿਮਕ ਵਿਖੇ ਪਹੁੰਚਿਓ ਦਰਬਾਰ, ਇੱਕ ਨਿਮਖ ਵਿੱਚ ਸਤ ਸੰਗਤ ਜੀ ਸੱਚਖੰਡ ਵਿੱਚ ਪਹੁੰਚ ਗਿਆ ਹੈ। ਸ਼ਰੀਦਾਰ ਦਰਸ਼ਨ ਪ੍ਰੇ ਠਾਂਡੇ, ਉੱਥੇ ਦਾ ਕੀ ਨਜ਼ਾਰਾ ਦੇਖਿਆ ਖਾਲਸਾ ਜੀ? ਦਰਸ਼ਨਾਂ ਦੇ ਪਿਆਰੇ ਆਇਆਂ ਨੂੰ ਜੀ ਆਓ ਕਹਿਣ ਵਾਲੇ। ਖਾਲਸਾ ਜੀ ਛਿਟੀਦਾਰ ਜਿਹੜੇ ਚੋਬਦਾਰ ਹੁੰਦੇ ਨੇ, ਬਕੁੰਠ ਧਾਮ ਦੇ ਵੱਡੇ ਦਰਵਾਜ਼ੇ ਤੇ ਖੜੇ ਨੇ। ਸਿੰਘ ਭੌਰ ਜਨ ਰਜਤ ਪਹਾੜ, ਜਿਸ ਨੂੰ ਸਤ ਸੰਗਤ ਸ਼ੇਰਾਂ ਵਾਲਾ ਦਰਵਾਜ਼ਾ ਕਹਿੰਦੇ ਨੇ, ਸਾਹਮਣੇ ਖੜੇ ਨੇ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤਵੈ ਸਭ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ, ਕੀਤੇ ਤੇਰੇ ਬਾਵਨ ਹਾਰੇ। ਹੇ ਵਾਹਿਗੁਰੂ ਤੇਰੇ ਸੱਚਖੰਡ ਦਾ ਦਰ ਕਿਹਾ ਜਾ ਕਹਿ ਦਈਏ, ਤੇਰਾ ਮਾਰਾ ਘਰ ਕਿਹਾ ਜਾ ਕਹਿ ਦਈਏ, ਜਿੱਥੇ ਅਨੰਤ ਜੀਵ ਤੇਰਾ ਜਸ ਗਾਉਂਦੇ ਕਹੇ ਨਹੀਂ ਜਾਂਦੇ। ਹੋਰ ਕਿਤੇ ਤੈਨੂੰ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਕਿੱਥੇ ਤੱਕ ਅਸੀਂ ਵਿਚਾਰ ਕਰੀਏ? ਜਿੰਨੇ ਕਹੇ ਗਏ ਇਹ ਸਾਰੇ ਨਹੀਂ ਕਹੇ ਹੋਏ, ਬੇਅੰਤ ਆਪ ਨੂੰ ਗਾਉਂਦੇ ਨੇ। ਉਹ ਸੱਚਖੰਡ ਦੇ ਦਰ ਦੇ ਸਾਹਮਣੇ ਜਦੋਂ ਸਤ ਸੰਗਤ ਜੀ ਪਹੁੰਚਿਆ ਭਗਵਾਨ, ਸੂਰਜ ਸੰਸਰ ਮਹਿਦ ਪ੍ਰਕਾਸ਼ਕ, ਸੂਰਜ ਦੇ ਸਮਾਨ ਬੜਾ ਭਾਰੀ ਪ੍ਰਕਾਸ਼ ਰਿਹਾ ਭਗਵਾਨ। ਕਬ ਸਮਰੱਥ ਕੋ ਕਰੇ ਉਚਾਰ, ਕੌਣ ਹੈ ਸੰਸਾਰ ਦੇ ਮਾਤ ਲੋਕ ਦੇ ਅੰਦਰ ਸ਼ਕਤੀ ਰੱਖਦਾ ਕਵੀ, ਜੋ ਸਤ ਸੰਗਤ ਜੀ ਉਸ ਬਕੁੰਠ ਧਾਮ ਦੀ ਮਹਿਮਾ ਦੱਸ ਦੇਵੇ। ਜਿੱਥੇ ਉਹ ਗੇਟ ਸੀ ਦਰਵਾਜ਼ਾ, ਜਿਵੇਂ ਚਾਂਦੀ ਦਾ ਪਹਾੜ ਸਾਹਮਣੇ ਹੁੰਦਾ ਐ ਚਮਕਦਾ ਹੈ। ਐ ਤੇ ਉੱਤਰ ਖਰੇ ਤਬ ਦਰਸੇ, ਜਿਸ ਵੇਲੇ ਦਰਵਾਜ਼ਾ ਬਕੁੰਠ ਧਾਮ ਦਾ ਆਇਆ, ਆਪ ਜੀ ਉੱਥੋਂ ਹੀ ਦੀਵਾਨ ਤੋਂ ਉੱਤਰ ਖੜੇ। ਜਦੋਂ ਉਤਰੇ ਸਤ ਸੰਗਤ ਜੀ, ਉੱਥੇ ਦੇ ਚੋਬਦਾਰਾਂ ਨੇ, ਡਿਉਢੀਦਾਰਾਂ ਨੇ ਦੇਖੇ। ਮੁਖ ਮੰਡਲ ਜਨ ਚੰਦ ਉਦਾਰ, ਜੋ ਚਿਹਰਾ ਸਤ ਸੰਗਤ ਜੀ ਗੋਲਾਕਾਰ ਹੈ, ਮਾਨੋ ਚੰਦਰਮਾ ਹੈ। ਸੁੰਦਰ ਦਰਸ਼ਨ ਮੰਦਰ ਦਰ ਪਰ, ਮੰਦਰ ਦੇ ਸਤ ਸੰਗਤ ਜੀ ਦਰਵਾਜ਼ੇ ਤੇ ਸੱਚਖੰਡ ਦੇ ਜਿਹੜੇ ਦਰ ਤੇ ਖੜੇ ਸੀ ਨਾ ਮੁਕਤ ਪੁਰਸ਼ ਸੰਤ ਭਗਤ, ਉਹਨਾਂ ਦੇ ਬੜੇ ਸੁੰਦਰ ਰੂਪ ਸਨ। ਮੰਦਹਾਸ ਮਿਰ ਦੁਸ਼ਵਰ ਮੁਦ ਪਾਏ, ਉਹ ਸਤ ਸੰਗਤ ਜੀ ਬੜੇ ਖੁਸ਼ ਹੋ ਰਹੇ ਨੇ ਕਿ ਅੱਜ ਇਹਨਾਂ ਦੀ ਘਾਲਣਾ ਪੂਰੀ ਹੋਈ ਹੈ, ਕਮਾਈ ਕਰਕੇ ਆਏ ਹਨ। ਹੌਲੀ ਹੌਲੀ ਮੁਸਕਰਾ ਰਹੇ ਨੇ ਔਰ ਮਿੱਠੇ ਬੋਲ ਰਹੇ ਨੇ ਮੂੰਹੋਂ। ਸਾਦਰ ਅਗਰ ਲੈਣ ਕੋ ਆਏ, ਲੈਣ ਵਾਸਤੇ ਸਤਿਕਾਰ ਵਾਸਤੇ ਸਾਹਮਣੇ ਦਰਵਾਜ਼ੇ ਤੇ ਆਏ ਸੇਵਕ। ਮਿਲੇ ਸੰਗ ਲੈ ਚਲੇ ਲਵਾਏ, ਦੁਸ਼ਟ ਦਮਨ ਜੀ ਨੂੰ ਨਾਲ ਲੈ ਕੇ ਅੱਗੇ ਮਹਾਰਾਜ ਕੋਲ ਨੂੰ ਲੈ ਕੇ ਚੱਲੇ। ਗਏ ਪ੍ਰਭ ਕੇ ਦਰਸ਼ਨ ਕਰਕੇ, ਜਦੋਂ ਸਤ ਸੰਗਤ ਜੀ ਪਹੁੰਚੇ ਸਾਹਮਣੇ ਵਾਹਿਗੁਰੂ ਦੇ ਦਰਸ਼ਨ ਕੀਤੇ। ਕਰੀ ਦੰਡਵਤ ਪ੍ਰੇਮ ਵਧਾਏ, ਜਾਂਦਿਆਂ ਹੀ ਦੁਸ਼ਟ ਦਮਨ ਜੀ ਨੇ ਵਾਹਿਗੁਰੂ ਅੱਗੇ ਖਾਲਸਾ ਜੀ ਪ੍ਰੇਮ ਵਧਾ ਕੇ ਡੰਡੇ ਵਾਂਗੂ ਪੱਲੇ ਲੰਮੇ ਪੈ ਕੇ ਡੰਡੌਤ ਬੰਦਨਾ ਕੀਤੀ। ਉਠ ਲੋਚਨ ਤੇ ਰੂਪ ਅਮੀਨਿਦ, ਕੀ ਕਰ ਰਹੇ ਨੇ ਉਸ ਵੇਲੇ ਖਾਲਸੇ ਜਿਹੜੇ ਨੇਤਰ ਨੇ? ਇਹ ਤਾਂ ਸਮਝ ਡੂਨੇ ਹਨ, ਪਾਤਰ ਹਨ। ਵਾਹਿਗੁਰੂ ਦੇ ਜਿਹੜੇ ਦਰਸ਼ਨ ਨੇ ਉਹ ਅੰਮ੍ਰਿਤ ਹੈ। ਅੱਜ ਨੇਤਰਾਂ ਰੂਪੀ ਡੂਨਿਆਂ ਦੇ ਨਾਲ ਦਰਸ਼ਨਾਂ ਰੂਪੀ ਅੰਮ੍ਰਿਤ ਪੀ ਰਹੇ ਨੇ, ਘੜੀ ਘੜੀ ਦੇਖ ਰਹੇ ਨੇ। ਪਾਨ ਕਰਤ ਭਉ ਨਹੀਂ ਤ੍ਰਿਪਤਾਏ, ਤ੍ਰਿਪਤ ਨਹੀਂ ਹੋ ਰਹੇ ਦਰਸ਼ਨ ਕਰਕੇ, ਦਰਸ਼ਨ ਕਰੀ ਜਾ ਰਹੇ ਨੇ। ਹਾਥ ਬੰਦ ਪੁਨ ਬੰਧਨ ਧਾਰੀ, ਹੱਥ ਜੋੜ ਕੇ ਫਿਰ ਮੱਥਾ ਟੇਕਿਆ ਦੁਬਾਰਾ। ਠਾਂਡੇ ਭਏ ਨਿਮਰਤਾ ਸਾਥ, ਨਿਮਰਤਾ ਧਾਰ ਕੇ ਖੜੇ ਹੋ ਗਏ ਦੁਸ਼ਟ ਦਮਨ ਜੀ। ਕਹੇ ਨਾਮ ਜੋ ਬੀਚ ਜਾਪ ਜੀ, ਜਾਪ ਸਾਹਿਬ ਦੇ ਅੰਦਰ ਸਤ ਸੰਗਤ ਜਿਹੜੇ ਨਾਮ ਦੇਖ ਲੋ ਕਹੇ ਨੇ, ਉਹ ਆਪਾਂ ਨਿਤਨੇਮ ਅਨੁਸਾਰ ਬਾਣੀ ਪੜ੍ਹਦੇ ਹਾਂ।
ਇਹ ਜਾਪ ਸਾਹਿਬ ਉਸ ਵੇਲੇ ਉਚਾਰਨ ਕੀਤਾ ਖਾਲਸਾ ਜੀ ਆਪ ਜੀ ਨੇ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਆ ਖਾਲਸੇ ਨੂੰ, ਅੰਮ੍ਰਿਤ ਤਿਆਰ ਕੀਤਾ, 5 ਬਾਣੀਆਂ ਤਾਂ ਪਹਿਲਾਂ ਆਪ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਕਲਗੀਧਰ ਪਾਤਸ਼ਾਹ ਨੇ। ਖਾਲਸੇ ਨੇ ਪੁੱਛਿਆ, ਮਹਾਰਾਜ ਆਹ ਬਾਣੀ ਨਵੀਂ ਤੁਸੀਂ ਪ੍ਰਗਟ ਕੀਤੀ ਹੈ, ਇਹ ਕਦੋਂ ਉਚਾਰਨ ਕੀਤੀ ਸੀ ਆਰੰਭ ਦੇ ਵਿੱਚ? ਖਾਲਸਾ ਜੀ, ਜਿਸ ਵੇਲੇ ਅਸੀਂ ਪਹਿਲੇ ਜਾਮੇ 'ਚ ਤਪ ਕਰਕੇ ਹੇਮਕੁੰਡ ਤੇ ਸੱਚਖੰਡ ਪਹੁੰਚੇ ਆ, ਵਾਹਿਗੁਰੂ ਦੇ ਅਸੀਂ ਸਾਹਮਣੇ ਇਹ ਬਾਣੀ ਉਚਾਰਨ ਕੀਤੀ ਹੈ। ਇਹ ਅਸੀਂ ਮਾਤ ਲੋਕ 'ਚ ਪ੍ਰਗਟ ਕਰਕੇ ਜਪਜੀ ਸਾਹਿਬ ਤੋਂ ਦੂਜੇ ਨੰਬਰ ਤੇ ਬਾਣੀ ਰੱਖਦੇ ਹਾਂ। ਇਹ ਵਾਹਿਗੁਰੂ ਦਾ ਸਤੋਤਰ ਹੈ। ਜਿਹੜਾ ਇਸ ਬਾਣੀ ਨੂੰ ਪੜ੍ਹਿਆ ਕਰੇਗਾ ਉਹਨੂੰ ਨਿਰਾਕਾਰ ਸਰੂਪ ਦੀ ਪ੍ਰਾਪਤੀ ਹੋਇਆ ਕਰੇਗੀ, ਜਿਵੇਂ ਅਸੀਂ ਸੱਚਖੰਡ ਗਏ ਸੀ। ਐਡਾ ਵੱਡਾ ਮਹਾਤਮਾ ਸਾਧ ਸੰਗਤ ਜੀ, ਜਿਹੜਾ ਕੱਟੜ ਖਾਲਸਾ ਖਵਾਉਂਦਾ ਹੈ, ਜਿੱਥੇ ਉਹ ਪਹੁੰਚਣਾ ਚਾਹੁੰਦਾ ਉਹ ਬਸਤਾ ਸਾਧ ਸੰਗਤ ਜੀ ਜਾਪ ਸਾਹਿਬ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ। ਜਾਪ ਸਾਹਿਬ ਦੇ ਅੰਦਰ ਸਾਰੇ ਸਾਧ ਸੰਗਤ ਨਿਰਗੁਣ ਸਰੂਪ ਦੇ ਲੱਛਣ ਹਨ, ਸਾਕਾਰ ਰੂਪ ਦੇ ਨਹੀਂ ਹਨ। ਨਵਸਤੂ ਅਕਾਲੇ, ਨਵਸਤੂ ਕਿਰਪਾਲੇ, ਨਵਸਤੂ ਅਰੂਪੇ, ਨਵਸਤੂ ਅਨੂਪੇ। ਉਪਮਾ ਨਹੀਂ ਕਹੀ ਜਾਂਦੀ। ਕਾਲ ਤੋਂ ਰਹਿਤ ਹੈ, ਰੂਪ ਤੋਂ ਰਹਿਤ ਹੈ। ਇਹ ਜੇ ਸਰੂਪ ਦੇ ਸਾਧ ਸੰਗਤ ਜੀ, ਜਿਹਾ ਜਿਹਾ ਵਾਹਿਗੁਰੂ ਦਾ ਸਰੂਪ ਸੀ ਨਾ, ਉਹ ਵਰਣਨ ਕੀਤਾ ਆਪ ਜੀ ਨੇ ਸਾਹਮਣੇ ਹੱਥ ਜੋੜ ਕੇ। ਸਾਰੀ ਉਸਤਤੀ ਜਾਪ ਸਾਹਿਬ ਦੇ ਵਿੱਚ ਸਤੋਤਰ ਰੂਪ ਬਾਣੀ ਹੈ। ਇਹ ਨਿਰਗੁਣ ਸਰੂਪ ਦੇ ਵਿੱਚ ਅਭੇਦਤਾ ਦੀ ਬਖਸ਼ਿਸ਼ ਕਰਨ ਵਾਲੀ ਬਾਣੀ ਜਾਪ ਸਾਹਿਬ ਉਚਾਰਨ ਕੀਤਾ ਦੁਸ਼ਟ ਦਮਨ ਜੀ ਨੇ ਉਸ ਵੇਲੇ। ਵਰਣਨ ਕਰੇ ਸਤੁਤ ਕੀ ਗਾਥ, ਬਹੁਤ ਹੀ ਉਸਤਤੀ ਵਾਲੀ ਬਾਣੀ ਮੁਖੋਂ ਉਚਾਰੀ। ਕਹਿ ਕਰ ਮੁਖ ਤੇ ਨਵੇਂ ਨਵੇਂ ਪ੍ਰਭ। ਬਾਰ ਬਾਰ ਸਤ ਸੰਗਤ ਜੀ ਦੇਖ ਲੋ, ਥੋੜੀ ਵੇਰੀ ਨਮਸਕਾਰ ਕੀਤੀ ਹੋਈ ਆ ਜਾਪ ਸਾਹਿਬ ਵਿੱਚ। ਘੜੀ ਘੜੀ ਨਮਸਤੁੰ 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 ਸਤ ਸੰਗਤ ਜੀ ਕਹੀ ਜਾਂਦੇ ਨੇ। ਸੋ ਬਾਰ ਬਾਰ ਨਮਸਕਾਰ ਕਰਦੇ ਹਨ। ਬਾਰਨ ਬਾਰ ਨਵਾਏ ਮਾਥ, ਨਾਲ ਹੀ ਬਾਰ ਬਾਰ ਸਿਰ ਝੁਕਾਈ ਜਾਂਦੇ ਨੇ, ਨਾਲੇ ਮੁਖੋਂ ਕਹਿੰਦੇ ਨੇ ਨਮਸਕਾਰ। ਸਰਬ ਜੋਤ ਕੀ ਜੋਤ ਰੂਪ ਤੁਮ। ਕੀ ਕਹਿੰਦੇ ਨੇ? ਹੇ ਮਹਾਰਾਜ, ਤੁਸੀਂ ਸਾਰੇ ਖੱਟ ਜੋਤੀਆਂ ਦੀ, ਜਿੰਨੇ ਪ੍ਰਕਾਸ਼ ਨੇ ਸੰਸਾਰ ਤੇ, ਸਾਰਿਆਂ ਦੇ ਜੋਤੀ ਸਰੂਪ ਹੋ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਅਖਿਲ ਲੋਕ ਨਾਥਨ ਕੇ ਨਾਥ। ਸਾਰੇ ਜਿੰਨੇ 14 ਭਵਨ ਨੇ, ਬ੍ਰਹਮੰਡ ਖੰਡ ਹਨ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਸਾਰੇ ਬ੍ਰਹਮੰਡਾਂ ਦੇ ਸੁਆਮੀ ਹੋ। ਭਯੰ ਪ੍ਰਜਾ ਛੰਦ ਨਮੋ ਸਤਿਆ ਨਾਮੰ। ਕੈਸੇ ਉਸਤ ਕੀਤੀ ਸਤ ਸੰਗਤ ਜੀ। ਹੇ ਸੱਚੇ ਨਾਮ ਵਾਲੇ ਵਾਹਿਗੁਰੂ, ਤੈਨੂੰ ਨਮਸਕਾਰ ਹੈ। ਨਮੋ ਸਤਿ ਰੂਪੰ। ਹੇ ਸਤ ਸਰੂਪ, ਤਿੰਨਾਂ ਕਾਲਾਂ ਚ ਨਾਸ ਹੋਣ ਤੋਂ ਰਹਿਤ ਪਰਮੇਸ਼ਰ, ਨਮਸਕਾਰ ਹੈ। ਚਿਦਾਨੰਦ ਏਕੋ। ਇੱਕੋ ਇੱਕ ਸਤ ਚੇਤਨ ਆਨੰਦ ਸਰੂਪ ਹੋ ਵਾਹਿਗੁਰੂ ਜੀ ਤੁਸੀਂ। ਅਨਾਮੇ ਅਰੂਪੰ। ਰੂਪ ਨਹੀਂ ਤੁਹਾਡਾ ਕੋਈ, ਨਿਰਾਕਾਰ ਹੋ, ਰੋਗਾਂ ਤੋਂ ਰਹਿਤ ਹੋ। ਨਿਮੋ ਬੀਜ ਬੀਜੰ। ਨਮੋ ਬੀਜ ਬੀਜੰ, ਕਾਰਨਾਂ ਦਾ ਵੀ ਕਾਰਨ ਰੂਪ ਹੋ ਤੁਸੀਂ, ਨਮਸਕਾਰ ਹੈ ਮੇਰੀ। ਮਹਾਨੇ ਮਹਾਨੰ। ਵੱਡਿਆਂ ਤੋਂ ਵੱਡੇ ਹੋ ਮਹਾਰਾਜ ਜੀ। ਸਮਾਨੰ ਸਭੂਤੰ। ਸਮਾਨੰ ਸਭੂਤੰ, ਪਿਛਲੇ ਸਮੇਂ ਵਿੱਚ ਵੀ ਅੱਗੇ ਵੀ। ਭਵਿੱਖੰ ਭਵਾਨੰ। ਤਿੰਨਾਂ ਕਾਲਾਂ ਚ ਸਮਾਨ ਹੋ, ਇੱਕ ਨਾ ਉਹ ਬੂਢਾ ਨਾ ਉਹ ਬਾਲਾ, ਤਿੰਨਾਂ ਸਮਿਆਂ ਚ ਇੱਕ ਸਰੂਪ ਹੋ। ਨਮੋ ਨਾਥ ਪੂਰੇ। ਹੇ ਨਾਥ ਸੁਆਮੀ ਜੀ, ਆਪੇ ਪਰਿਪੂਰਨ ਹੋ, ਪੂਰਨ ਹੋ ਸਾਰੇ, ਮੇਰੀ ਨਮਸਕਾਰ ਹੈ। ਸਦਾ ਸਿੱਧ ਦਾਤਾ। ਸਦਾ ਮੁਕਤੀਆਂ ਦੇ ਸਿੱਧੀਆਂ ਦੇ ਦਾਤੇ ਹੋ। ਮਹਾਦੇਵ ਦੇਵੰ। ਦੇਵਤਿਆਂ ਦੇ ਵੀ ਦੇਵ ਪ੍ਰਕਾਸ਼ ਰੂਪ ਹੋ। ਹੇ ਮਹਾਰਾਜ ਜੀ ਤੁਸੀਂ ਵਿਧਾਤੇ ਵਿਧਾਤਾ। ਵਿਧਾਤਾ, ਜਿਹੜਾ ਕਰਮਾਂ ਅਨੁਸਾਰ ਫਲ ਦਿੰਦਾ, ਬ੍ਰਹਮਾ ਆਦਿਕ ਉਹਦੇ ਵੀ ਮਾਲਕ ਹੋ। ਜੋਗੀਸ਼ੰ। ਜੋਗੀਆਂ ਦੇ ਈਸ਼ਰ ਹੋ। ਭੋਗੀਸ਼ੰ। ਭੋਗੀ ਲੋਕ ਨੇ ਜਿਹੜੇ, ਉਹਨਾਂ ਦੇ ਵੀ ਮਾਲਕ ਹੋ। ਅਧੀਸ਼ੰ। ਅਧੀਸ਼ੰ, ਬੜੇ ਬੜੇ ਜਿਹੜੇ ਰਾਜੇ ਹਨ, ਉਹਨਾਂ ਦੇ ਵੀ ਰਾਜਿਆਂ ਦੇ ਰਾਜੇ ਹੋ। ਅਨੀਸ਼ੰ। ਅਨੀਸ਼ੰ, ਫੌਜਾਂ ਦੇ ਮਾਲਕ ਹੋ। ਸਹਸਰੇ ਸੋ ਬਾਹੂ। ਆਪ ਦੀਆਂ ਹਜ਼ਾਰਾਂ ਹੀ ਬਾਹਾਂ ਹਨ। ਸਹਸਰੇ ਸੋ ਸੀਸੰ। ਹਜ਼ਾਰਾਂ ਹੀ ਤੁਸੀਂ ਸਿਰਾਂ ਦੇ ਮਾਲਕ ਹੋ। ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਵਿਚਲਤ ਮੋਹੀ। ਉਹੀ ਸਤ ਸੰਗਤ ਜੀ ਮਹਿਮਾ ਕਰ ਰਹੇ ਨੇ ਨਿਰਗੁਣ ਤੇ ਸਰਗੁਣ ਦੀ। ਸਹਿਸ ਰਾਸ ਸਰੋਣੰ। ਆਪ ਮਹਾਰਾਜ ਸਰਗੁਣ ਸਰੂਪ ਧਾਰ ਕੇ ਹਜ਼ਾਰਾਂ ਹੀ ਅੱਖਾਂ ਧਾਰ ਰੱਖਦੇ ਹੋ। ਅੱਖਾਂ ਹੀ ਹਜ਼ਾਰਾਂ ਹੀ ਕੰਨ ਹਨ ਤੁਹਾਡੇ। ਸਹਸਰੇ ਸੋ ਘਰਾਨਾ। ਹਜ਼ਾਰਾਂ ਹੀ ਨਾਸਕਾਂ ਹਨ ਆਪ ਦੀਆਂ। ਸਹਸਰਾਨੰ।
ਜੈ ਸਹਸਰੇ ਸੁਪਰਾਨਾ। ਹਜ਼ਾਰਾਂ ਹੀ ਚਿਹਰੇ ਹਨ, ਹਜ਼ਾਰਾਂ ਹੀ ਪ੍ਰਾਣ ਰੂਪ ਹੋ ਰਹੇ ਹੋ ਸਾਰਿਆਂ ਦੇ ਅੰਦਰ। ਨਮੋ ਤੀਨ ਰੂਪਾ। ਇਹ ਮਹਾਰਾਜ ਤਿਰਗੁਣ ਰੂਪ ਵੀ ਆਪ ਧਾਰਿਆ ਹੈ, ਤੁਹਾਨੂੰ ਨਮਸਕਾਰ ਹੈ। ਨਮੋ ਤੀਨ ਹੀਨਾ। ਤਿੰਨਾਂ ਗੁਣਾ ਤੋਂ ਰਹਿਤ ਨਿਰਗੁਣ ਸਰੂਪ ਵੀ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਪੰਚ ਮੂਲੰ। ਪੰਜਾਂ ਤੱਤਾਂ ਦੇ ਕਾਰਨ ਰੂਪ ਮਹਾਰਾਜ ਤੁਹਾਨੂੰ ਨਮਸਕਾਰ ਹੈ। ਨਮੋ ਪੰਚ ਕੀਨਾ। ਪੰਜਾਂ ਤੱਤਾਂ ਦੀ ਉਤਪਤੀ ਕਰਨ ਵਾਲੇ ਆਪ ਹੋ, ਮੇਰੀ ਨਮਸਕਾਰ ਪ੍ਰਵਾਨ ਕਰੋ। ਰੂਪੇ ਅਨੰਗੇ। ਆਪ ਨਿਰਾਕਾਰ ਵਿੱਚ ਰੂਪਾਂ ਤੋਂ ਰਹਿਤ ਹੋ, ਅੰਗਾਂ ਤੋਂ ਰਹਿਤ ਹੋ, ਅਭੰਗੇ ਅਨਾਸੇ। ਆਸਾ ਤੋਂ ਰਹਿਤ ਹੋ, ਤੁਹਾਨੂੰ ਕੋਈ ਭੰਗ ਨਾਸ ਨਹੀਂ ਕਰ ਸਕਦਾ ਹੈ। ਸਮਸਤੰ ਅਪਾਵੇਂ। ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ। ਸਮਸਤੰ ਪ੍ਰਕਾਸ਼। ਸਾਰਿਆਂ ਨੂੰ ਮਾਰਾ ਪ੍ਰਕਾਸ਼ ਦੇ ਸਹਿਤ ਕਰਦੇ ਹੋ, ਰੋਜੀ ਦਿੰਦੇ ਹੋ। ਸਮਸਤੰ ਸੰਘਾਰੇ। ਸੰਘਾਰਕ ਵੀ ਸਾਰਿਆਂ ਦੇ ਨੂੰ ਇਹ ਸਰਨ ਭਰਨ ਜਾ ਕਾ ਨੇਤਰ ਫੋਰ। ਉਤਪਤ ਲੈਤਾ ਪਰਨਾ ਨੇਤਰ ਦੇ ਫੁਰਨੇ ਨਾ ਕਰ ਦਿੰਦੇ ਹੋ। ਸਮਸਤੰ ਅਲੰਭੋ। ਸਾਰਿਆਂ ਦੇ ਆਸਰਾ ਰੂਪ ਹੋ ਮਹਾਰਾਜ ਜੀ। ਨਮੋ ਸੇਕ ਸਾਈ। ਇਹ ਸ਼ੇਸ਼ਨਾਗ ਦੇ ਉੱਤੇ ਉਹਨੂੰ ਸੇਜਾ ਬਣਾ ਕਰਕੇ ਬਿਰਾਜਣ ਵਾਲੇ, ਤੁਹਾਨੂੰ ਨਮਸਕਾਰ ਹੈ। ਫਿਰੋ ਜਾਤਿ ਅੰਬੋ। ਜਦੋਂ ਪਰਨੋ ਮਹਾਪਰਨੋ ਕਰਦੇ ਹੋ, ਸ਼ੀਰ ਸਮੁੰਦਰ ਵਿੱਚ ਜਾ ਕਰਕੇ ਸ਼ੇਸ਼ਨਾਗ ਦੀ ਸੇਜਾ ਤੇ ਜਾ ਕੇ ਇਸਤਤ ਹੋ ਜਾਂਦੇ ਹੋ ਆਪਣੀ ਮੌਜ ਨਾਲ। ਨਮੋ ਦਾੜ ਧਾੜੰ। ਬਰਾ ਰੂਪ ਧਾਰ ਕੇ ਬੜੀ ਭਾਰੀ ਕਰੜੀ ਜਾੜ ਰੱਖਣ ਵਾਲਿਓ, ਪੱਥਰ ਵਰਗੀ ਇਹਦੇ ਤੇ ਧਰਤੀ ਖਿੱਚ ਕੇ ਲਿਆਂਦੀ ਪਤਾਲ ਚੋਂ, ਆਪ ਨੂੰ ਨਮਸਕਾਰ ਹੈ। ਬਰਾ ਰੂਪ ਧਾਰਿਆ ਤੁਸੀਂ। ਕਰਾਲੇ ਬਸਾਲੰ। ਬੜੇ ਭਿਆਨਕ ਰੂਪ ਧਾਰਨ ਵਾਲੇ ਹੋ ਵੱਡਾ। ਨਮੋ ਖੜਗ ਕੇਤੰ। ਇਹ ਤਲਵਾਰ ਧਾਰੀ ਸ੍ਰੀ ਅਸਕੇਤ ਜਗਤ ਕੇ ਈਸਾ, ਖੜਗ ਕੇਤ ਮੈਂ ਸਰਨ ਤੁਹਾਰੀ, ਆਪ ਆਦ ਲਿਓ ਵਾਰੀ। ਵਾਹਿਗੁਰੂ ਵੀ ਸੱਚ ਤੁਮੀ ਕਿਰਪਾਨ ਧਾਰੀ ਹੈ, ਕਿਰਪਾਨ ਪਹਿਨੀ ਹੋਈ ਹੈ ਪਰਮੇਸ਼ਰ ਦੇ। ਸੋ ਆਪ ਖੜਕ ਕੇਤਨ ਤਲਵਾਰ ਦੇ ਨਿਸ਼ਾਨ ਵਾਲੇ ਹੋ। ਮਹਾਕਾਲ ਕਾਲੰ। ਕਾਲ ਦੇ ਵੀ ਕਾਲ ਕਰਨ ਵਾਲਾ, ਕਾਲ ਨ ਕੋ ਕਾਲ, ਮਹਾਕਾਲ ਨ ਕੋ ਕਾਲ ਹੈ। ਨਮੋ ਚਾਰ ਚਾਰੂ। ਸੁੰਦਰ ਤੋਂ ਸੁੰਦਰ ਹੋ ਮਹਾਰਾਜ ਆਪ। ਸਰੂਪੰ ਬਰਾਜੇ। ਆਪ ਦਾ ਸੋਹਣਾ ਸਰੂਪ ਬਰਾਜ ਹੈ। ਸਦਾ ਜੈ ਸਦਾ ਜੈ। ਤਿੰਨੇ ਕਾਰ ਤੁਹਾਡੀ ਸਦਾ ਜੈ ਜੈਕਾਰ ਹੋਵੇ, ਸਦਾ ਜੈ ਜੈਕਾਰ ਹੋਵੇ। ਨਮੋ ਜੋਧ ਜੁਧੰ। ਨਮਸਕਾਰ ਹੈ। ਤੁਸੀਂ ਮਹਾਰਾਜ ਯੁੱਧਾਂ ਦੇ ਅੰਦਰ ਵੀ ਯੁੱਧ ਰੂਪ ਹੋ ਰਹੇ ਹੋ, ਸ਼ਕਤੀ ਸੂਰਮਿਆਂ ਨੂੰ ਦੇਣ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸ਼ਾਂਤ ਸ਼ਾਂਤੰ। ਆਪ ਸ਼ਾਂਤੀ ਵਾਲੇ ਜਿਹੜੇ ਪੁਰਸ਼ ਨੇ, ਉਹਨਾਂ 'ਚ ਸ਼ਾਂਤੀ ਰੂਪ ਹੋ ਰਹੇ ਹੋ, ਆਪ ਨੂੰ ਨਮਸਕਾਰ ਹੈ। ਨਮੋ ਅੰਧਕਾਰੇ। ਹਨੇਰਾ ਰੂਪ ਵੀ ਤੁਸੀਂ ਪ੍ਰਗਟ ਕੀਤਾ ਹੈ। ਨਮੋ ਜੋਤ ਜੋਤੰ। ਹਨੇਰੇ ਦੇ ਵਿੱਚ ਜੋਤ ਵੀ ਤੁਹਾਡੀ ਹੀ ਪ੍ਰਕਾਸ਼ ਰਹੀ ਹੈ, ਤੁਹਾਨੂੰ ਨਮਸਕਾਰ ਹੈ। ਸਮਸਤੰ ਵਿਖੇ ਨੀਤ ਤੋ ਮੈਂ ਸਮਸਤੰ। ਸਾਰੀ ਸ੍ਰਿਸ਼ਟੀ ਦਾ ਪਸਾਰਾ ਤੁਹਾਡੇ ਵਿੱਚ ਹੈ, ਤੁਸੀਂ ਸਾਰਿਆਂ ਵਿੱਚ ਹੋ। ਇਹੋ ਜਿਹਾ ਰੂਪ ਵਾਹਿਗੁਰੂ ਤੁਹਾਡਾ ਹੈ। ਨਮਸਤੰ 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 ਨਮਸਤੰ। ਜਦੋਂ ਮੈਂ ਆਰੰਭ ਕੀਤਾ ਤਪ ਸਤਜੁਗ ਤੋਂ ਵੀ ਤੁਹਾਨੂੰ ਮੈਂ ਨਮਸਕਾਰ ਕਰਦਾ ਰਿਹਾ। ਤ੍ਰੇਤੇ ਵਿੱਚ ਵੀ ਨਮਸਕਾਰ ਕੀਤੀ, ਦੁਆਪਰ ਵਿੱਚ ਵੀ ਨਮਸਕਾਰ ਕੀਤੀ। ਹੇ ਵਾਹਿਗੁਰੂ, ਕਲਯੁਗ ਆਰੰਭ ਹੋ ਰਿਹਾ ਇਸ ਵੇਲੇ, ਹੁਣ ਤੁਸੀਂ ਮੈਨੂੰ ਸੱਚਖੰਡ ਬੁਲਾਇਆ, ਹੁਣ ਵੀ ਮੇਰੀ ਨਮਸਕਾਰ ਪ੍ਰਵਾਨ ਕਰੋ। ਸਦਾ ਮੰਡਲਾਕਾਰ ਜੋਤੀ ਅਖੰਡੰ। ਆਪ ਗੋਲਾਕਾਰ ਸਰੂਪ ਹੈ ਤੁਹਾਡਾ, ਬੜੇ ਅਖੰਡ ਜੋਤੀ ਸਰੂਪ ਹੋ, ਕੱਟਣ ਤੋਂ ਰਹਿਤ। ਅਨਾਦੰ ਅਨੰਤੰ। ਆਪ ਅਨਾਦ ਆਦ ਤੁਹਾਡਾ ਕੋਈ ਨਹੀਂ, ਅਨਾਦੀ ਹੋ, ਅੰਤ ਤੋਂ ਰਹਿਤ ਹੋ। ਅਦੰਡੰ ਪ੍ਰਚੰਡੰ। ਅਦੰਡ ਤੁਹਾਨੂੰ ਕੋਈ ਨਹੀਂ ਦੰਡ ਦਿੰਦਾ, ਤੁਸੀਂ ਸਾਰਿਆਂ ਨੂੰ ਦੰਡ ਦਿੰਦੇ ਹੋ, ਪ੍ਰਚੰਡੇ ਤੇਜ ਪ੍ਰਤਾਪ ਵਾਲੇ ਹੋ। ਸਤੰ ਲੋਕ ਸੀਸੰ। ਆਪ ਜੀ ਦਾ ਵਿਰਾਟ ਰੂਪ ਦੱਸ ਰਹੇ ਨੇ, ਜੇ ਸੱਤ ਉਤਲੇ ਲੋਕ ਨੇ, ਆਪ ਦਾ ਸੀਸ ਹੈ। ਪੰਗ ਹੈ ਪਤਾਲੇ। ਜਿਹੜੇ ਪਤਾਲ ਨੇ ਤੁਹਾਡੇ ਚਰਨ ਹਨ। ਸਸੀ ਸੂਰ ਨੇਤਰੰ। ਚੰਦਰਮਾ ਤੇ ਸੂਰਜ ਤੁਹਾਡੇ ਨੇਤਰ ਹਨ। ਮੁਖੰ ਜਾਲ ਜਾਲੰ। ਹਾਂਜੀ, ਮੁਖੰ ਜਾਲ ਜਾਲੰ। ਜਿੰਨੀ ਪ੍ਰਜੁਲਤ ਅਗਨੀ ਹੋ ਰਹੀ ਆ, ਪ੍ਰਗਟੇ ਤੁਹਾਡਾ ਮੁਖ ਹੈ। ਕਿਰਪਾਲੰ ਅਕਾਲੰ। ਕਾਲ ਤੋਂ ਰਹਿਤ ਹੋ, ਕਿਰਪਾਲੂ ਹੋ ਸਭ ਦੇ ਉੱਤੇ। ਕਾਲੰ ਪਰਨਾਸੀ। ਖੋਟੇ ਸਮਿਆਂ ਨੂੰ ਨਾਸ ਕਰਨ, ਦੁਕਾਲੰ ਪਰਨਾਸੀ, ਦਿਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਭੂਤੇ। ਖੋਟੇ ਗਾਲ ਨੂੰ, ਸਮੇਂ ਨੂੰ ਨਾਸ ਕਰਨ ਵਾਲੇ ਹੋ, ਦਿਆਲੂ ਹੋ। ਸਦਾ ਜੈ ਸਦਾ ਜੈ। ਨਮੋ ਜੋਤ ਰਾਸੀ। ਇਹ ਸਾਰਿਆਂ ਦੇ ਅੰਦਰ ਜੋਤੀ ਸਰੂਪ ਪ੍ਰਕਾਸ਼ਕ ਪਰਮੇਸ਼ਰ, ਆਪ ਦੀ ਸਦਾ ਜੈ ਜੈਕਾਰ ਹੋਵੇ, ਸਦਾ ਜੈ ਜੈਕਾਰ ਹੋਵੇ। ਚਿਦਾਨੰਦ ਸੰਗੀ ਸਦਾ ਸੰਗ ਸੋਹੇ। ਸਦਾ ਅੰਗ ਸੰਗ ਹੋ ਕੇ ਸੋਭਦੇ ਹੋ ਮਹਾਰਾਜ, ਚੇਤਨ ਸਰੂਪ ਹੋ। ਨਮੋ ਹੈ ਨਮੋ ਹੈ ਨਮੋ ਹੈ ਨਮੋ। ਮੇਰੀ ਮਨ ਕਰਕੇ ਵੀ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ ਨਮਸਕਾਰ ਹੈ, ਨਮਸਕਾਰ ਹੈ। ਦੋਹਰਾ
ਬਾਰ ਬਾਰ ਕਰਕੇ ਨਮੋ। ਐ ਖਾਲਸਾ ਜੀ ਸਾਰਾ ਜਾਪ ਸਾਹਿਬ ਮਹਾਰਾਜ ਨੇ ਖੜ ਕੇ ਉੱਥੇ ਹੱਥ ਜੋੜ ਕੇ ਸੱਚਖੰਡ ਸਭ ਤੋਂ ਪਹਿਲਾਂ ਉਚਾਰਨ ਕੀਤਾ ਹੈ ਦੁਸ਼ਟ ਦਮਨ ਜੀ ਨੇ। ਐਸੀ ਬਾਣੀ ਸਤ ਸੰਗਤ ਜੀ ਬਿਨਾ ਤਪ ਕੀਤੇ ਤੋਂ ਕਿੱਥੇ ਫੁਰਦੀ ਹੈ। ਸਤਿਗੁਰ ਕੀ ਰੀਸੈ ਕੱਚ ਵਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਹੈ। ਗੁਰਬਾਣੀ ਦੇ ਤੁੱਲ ਬੜੀ ਦੁਨੀਆ ਬਾਣੀਆਂ ਉਚਾਰਦੀ ਫਿਰਦੀ। ਇੱਕ ਜੇਠੂ ਵਾਲੀਆ ਨਵਾਂ ਹੀ ਉੱਠਿਆ ਸੀ ਸਤ ਸੰਗਤ ਮਾਝੇ ਚ, ਉਹਨੇ ਵੀ ਬੜਾ ਗ੍ਰੰਥ ਬਣਾਇਆ। ਇਸੇ ਤਰ੍ਹਾਂ ਹੋਰ ਵੀ ਬੜੇ ਦੁਨੀਆ ਦੇ ਗ੍ਰੰਥ ਦੇਖੀ ਤੇ ਗਰੀਬ ਰਾਸੀਆ ਸਾਧ ਲਈ ਫਿਰਦੇ ਪੋਥੀ, ਉਹਦਾ ਅਖੰਡ ਪਾਠ ਸ਼ੁਰੂ ਕੀਤਾ ਹੋਇਆ ਉਹਨਾਂ ਨੇ। ਇਸ ਤਰ੍ਹਾਂ ਇੱਕ ਦਰਬਾਰੀ ਦਾਸ ਹੋਇਆ ਸਤ ਸੰਗਤ ਜੀ, ਇਹ ਚੇਲਾ ਸੀ ਸਤ ਸੰਗਤ ਜੀ, ਜਿਹੜਾ ਪਿਰਥੀ ਚੰਦ ਦਾ ਪੋਤਾ ਸੀ। ਕੌਲ ਸੋਢੀ ਦਾ ਪੋਤਾ ਭੈ ਰਾਮ ਦਾ ਚੇਲਾ ਸੀ ਦਰਬਾਰੀ ਦਾਸ। ਉਹਨੇ ਹਰ ਜਸ ਪੋਥੀ ਲਿਖੀ ਹੈ ਕਿ ਬੈਰੋ ਕੇ ਪਿੰਡ ਪਈਆ ਸਮਾਲਸਰ ਇੱਧਰ ਸਤਸਨਿਕਪੁਰ ਕੋਟਕਪੂਰੇ ਦੇ ਇਲਾਕੇ ਵਿੱਚ। ਉਹ ਵੀ ਉਹਦੇ ਸੁਖਣੀ ਸਾਹਿਬ ਉਚਾਰੀ ਉਹਨੇ ਆਪਣੀ ਕਵਿਤਾ ਦੇ ਅੰਦਰ। ਐ ਬੜੀ ਦੁਨੀਆ ਬਾਣੀਆਂ ਉਚਾਰਦੀ ਰੀਸਾਂ ਕਰਦੀ। ਰਾਧੇ ਸਵਾਮੀਆਂ ਵੀ ਉਚਾਰਦੇ ਬਾਣੀ ਕਿ ਸਾਡੀ ਬਾਣੀ ਘੱਟ ਨਹੀਂ, ਪਰ ਖਾਲਸਾ ਜੀ ਗੁਰਬਾਣੀ ਤੋਂ ਗੁਰਬਾਣੀ ਹੋਈ ਹੈ। ਸੋ ਆਪ ਜੀ ਨੇ ਉਹ ਤਪ ਦੇ ਪ੍ਰਤਾਪ ਕਰਕੇ ਜਾਪ ਸਾਹਿਬ ਉਚਾਰਨ ਕੀਤਾ। ਪਦ ਪੰਕਜ ਸਿਰ ਰਾਖ ਆਪ ਨੇ ਸਤੋਤਰ ਕਰਕੇ ਸੰਪੂਰਨ ਸਦਾ ਅੰਗ ਸੰਗੇ ਭੰਗੰਗ ਬਭੂਤੇ ਭੋਗ ਪਾ ਕੇ ਜਾਪ ਸਾਹਿਬ ਦਾ ਮੱਥਾ ਟੇਕ ਦਿੱਤਾ। ਕਹਿਓ ਮੋਏ ਆਗਿਆ ਦੀਜੇ, ਕੀ ਕਿਹਾ ਮੈਨੂੰ ਤੁਸੀਂ ਬੁਲਾਇਆ ਹੈ, ਹੁਕਮ ਕਰੋ। ਜਿਮਰਾਵਰ ਅਬਲਾਖ ਜਿਵੇਂ ਆਪ ਵਾਹਿਗੁਰੂ ਤੁਹਾਡੀ ਇੱਛਾ ਹੈ। ਵਈਆ ਸ੍ਰੀ ਪਰਸ਼ੋਤਮ ਸ੍ਰੀ ਪਰਮਾਤਮ, ਸ਼੍ਰੋਮਣੀ ਜੋਤਮ ਹੈ ਪੁਰਸ਼ਾਂ ਵਿੱਚੋਂ, ਪ੍ਰਮਾਤਮ ਰੂਪ ਹੈ। ਸ੍ਰੀ ਪਰਮੇਸ਼ਵਰ ਪਾਵਨ ਪੂਰਨ, ਬੜੇ ਪਵਿੱਤਰ ਤੋਂ ਪਵਿੱਤਰ ਪਰਿਪੂਰਨ ਹੈ। ਪਰਮੇਸ਼ਰ ਭੂਤੀ ਵਾਲੇ ਦੇਖ ਕਿਰਪਾਲ ਪ੍ਰਸੀਦ ਕੇ। ਇਹ ਜੇ ਪਰਮੇਸ਼ਰ ਨੇ ਸੱਚ ਸੰਜੀ ਦੇਖ ਕੇ ਨਾ ਦੁਸ਼ਟ ਦਮਨ ਜੀ ਵੱਲ ਇਹਨਾਂ ਦੀ ਉਸਤਤੀ ਦੇ ਸੱਚ ਸੰਜੀ ਰਚਨਾ ਦੇ ਤੇ ਪ੍ਰਸੰਨ ਹੋ ਕੇ ਬਹੁਤ ਹੀ ਖੁਸ਼ ਹੋਏ। ਜਾ ਦਰਸ਼ਨ ਕੋ ਪਾਵਤ ਪੂਰਨ, ਇਹ ਜੇ ਪਰਮੇਸ਼ਰ ਦੇ ਭਾਈ ਝੂਠਾ ਬੰਦਾ ਪਖੰਡੀ ਦਰਸ਼ਨ ਨਹੀਂ ਕਰ ਸਕਦਾ। ਰੂਪ ਅਨੰਤ ਅਨਾਦ ਪ੍ਰਭੂ, ਇਹ ਜੇ ਪ੍ਰਭੂ ਆਦ ਤੋਂ ਰਹਿਤ ਅੰਤ ਬੇਅੰਤ ਰੂਪ ਹਨ। ਨਿਜ ਦਾਸਨ ਕੇਰ ਸਹਾਇਕ ਪੂਰਨ, ਸਾਰੇ ਥਾਵਾਂ ਤੇ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਲੇ। ਜਾ ਪਦ ਕੇ ਨਖ ਸੁੰਦਰਤਾ ਲਖ, ਜਿਸ ਵਾਹਿਗੁਰੂ ਦੇ ਇੱਕ ਨੌ ਦੀ ਜਿਹੜੀ ਸੁੰਦਰਤਾ ਹੈ, ਆਨਤ ਲੋਕ ਵਿਖੇ ਸਮਰੂਰਨ। ਤਿੰਨਾਂ ਲੋਕਾਂ ਚ ਸਤ ਸੰਗ ਜੀ ਕੋਈ ਸੁੰਦਰ ਨਹੀਂ। ਮਹਾਰਾਜ ਦੇ ਪਰਮੇਸ਼ਰ ਦੇ ਨੌ ਦੀ ਸੁੰਦਰਤਾਈ ਵੀ ਸਾਰੇ ਬ੍ਰਹਮੰਡਾਂ ਚ ਨਹੀਂ ਹੈ। ਸਵਈਆ ਚੰਦ ਤਨ ਗੰਭੀਰ ਸੰਗਨ ਮਿਰਦ ਲਾਂਬੋ, ਇਹ ਜੇ ਸੁੰਦਰ ਸਰੂਪ ਸਤ ਸੰਗਤ ਜੀ, ਸ਼ਾਮ ਸੁੰਦਰਤਾ ਜ ਨੀਂਦ ਕਿਉਂ ਆਈ, ਮਹਾ ਮੋਹਨੀ ਦੋਤਾਂ ਲਾਈ। ਇਹ ਜਿਹਾ ਸਰਗੁਣ ਸਰੂਪ ਕਾਲੇ ਤਾਂ ਬਥੇਰੇ ਪਰ ਕਾਲੇ ਸੋਹਣੇ ਨਹੀਂ ਹੁੰਦੇ। ਲੇਕਿਨ ਵਾਹਿਗੁਰੂ ਸਤ ਸੰਗਤ ਜੀ ਬਹੁਤ ਹੀ ਪੋਹ ਧੂਪ ਪ੍ਰਕਾਸ਼, ਜਿਵੇਂ ਸਤ ਸੰਗਤ ਜੀ ਕੇਲੇ ਦੇ ਫੁੱਲ ਦਾ ਰੰਗ ਹੁੰਦਾ ਨਾ, ਇਹੋ ਜਿਹਾ ਭਗਵਾਨ ਦਾ ਰੰਗ ਹੈ। ਸ਼ਾਮ ਹੈ ਨਾਲੇ ਸੁੰਦਰ ਹੈ। ਇਹ ਜੇ ਸੁੰਦਰਤਾਈ ਸਰੂਪ ਵਾਲੇ ਸਤ ਸੰਗਤ ਜੀ ਉਸ ਵੇਲੇ ਬੋਲੇ ਬਾਕ ਮੰਦ ਮੁਸਕਾਨ, ਬਹੁਤ ਹੀ ਹੌਲੀ ਹੌਲੀ ਮੁਸਕਰਾ ਕੇ ਸਹਿਜੇ ਸਹਿਜੇ ਪਿਆਰ ਵਾਲੇ ਬਚਨ ਬੋਲੇ। ਜਦੋਂ ਸਤੋਤਰ ਸੰਪੂਰਨ ਕਰ ਦਿੱਤਾ, ਦੁਸ਼ਟ ਦਮਨ ਜੀ ਨੇ ਜਾਪ ਸਾਹਿਬ ਪੂਰਾ ਕਰ ਲਿਆ। ਦੁਸ਼ਟ ਦਮਨ ਸੁਨ ਪਰਤ ਮੈਂ ਉਪਜਿਓ, ਕੀ ਵਾਹਿਗੁਰੂ ਨੇ ਕਿਹਾ, ਹੇ ਦੁਸ਼ਟ ਦਮਨ ਤੂੰ ਪਹਿਲਾਂ ਜਦੋਂ ਪ੍ਰਗਟ ਹੋਇਆ, ਕਰਿਓ ਤਪੀਸਰ ਨੇ ਮਮ ਧਿਆਨ। ਮੇਰਾ ਧਿਆਨ ਧਾਰ ਕੇ ਸਮੁੰਦਰ ਖੀ ਨੇ ਤੈਨੂੰ ਪ੍ਰਗਟ ਕੀਤਾ ਹੈ। ਆਪਣੇ ਤਪ ਪ੍ਰਭਾਵ ਤੇ ਕੀਨਸ, ਆਪਣੇ ਤਪ ਦੇ ਪ੍ਰਤਾਪ ਕਰਕੇ ਬਲ ਕਰਕੇ ਸ਼ੇਰ ਦੀ ਜਿਹੜੀ ਖੱਲ ਸੀ ਉਹ ਝਣਕ ਕੇ ਤੁਹਾਨੂੰ ਪ੍ਰਗਟ ਕੀਤਾ, ਮੇਰਾ ਧਿਆਨ ਧਾਰਿਆ। ਕਾਰਨ ਕਰ ਬੇ ਜੁਦ ਮਾਨ, ਕਾਹਤੇ ਪ੍ਰਗਟ ਕੀਤਾ ਸੀ? ਧਰਮ ਦਾ ਯੁੱਧ ਕਰਨ ਵਾਸਤੇ ਤੁਹਾਨੂੰ ਪ੍ਰਗਟ ਕੀਤਾ ਸੀ। ਤੁਸੀਂ ਰਾਖਸ਼ ਮਾਰੇ, ਜਾਂ ਤੇ ਅੰਸ਼ ਹੈ ਤੂੰ ਹਮਰੀ, ਇਸ ਕਰਕੇ ਤੁਸੀਂ ਸਾਡੀ ਅੰਸ਼ ਹੋ। ਇਹ ਵਿਦ ਕਰਤ ਤਪੱਸਿਆ ਭਇਓ, ਦੁਆਇ ਤੇ ਏਕ ਰੂਪ ਹੋ ਗਇਓ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਕੇਵਲ ਮੋਕਸ਼ ਵਾਲਿਆਂ ਨੂੰ ਪਦਵੀ ਪ੍ਰਾਪਤ ਹੁੰਦੀ। ਅੱਜ ਸਤ ਸੰਗ ਜੀ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਵੇਂ ਆਪਣੀ ਬਾਣੀ 'ਚ ਲਿਖਿਆ ਨਿਮਰਤਾ ਧਾਰ ਕੇ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ। ਜਿਹੜਾ ਸਾਨੂੰ ਕੋਈ ਪਰਮੇਸ਼ਰ ਕਹੂਗਾ ਨਰਕਾਂ ਨੂੰ ਜਾਊ। ਇੱਥੇ ਤੱਕ ਖਾਲਸੇ ਨੂੰ ਤਾੜਿਆ ਹੈ ਕਿ ਕਿਤੇ ਪਹਿਲਿਆਂ ਅਵਤਾਰਾਂ ਵਾਂਗੂ ਮੇਰਾ ਨਾਂ ਹੀ ਨਾ ਜਪਣ ਲੱਗ ਜਾਣ ਵਾਹਿਗੁਰੂ ਦਾ ਛੱਡ ਕੇ। ਹਨ ਸਤਿਗੁਰੂ ਜੀ ਬ੍ਰਹਮ ਰੂਪ,
ਅਕਾਲ ਪੁਰਖ ਅੰਤਰਜਾਮੀ ਨੇ ਆਪ ਮਾਨਤਾ ਦਿੱਤੀ ਹੈ ਕਿ ਸਾਡਾ ਅੰਸ਼ ਹੋ, ਸਾਡਾ ਰੂਪ ਹੋ। ਪਰ ਸਤ ਸੰਗਤ ਜੀ, ਖਾਲਸੇ ਨੂੰ ਮਾਰੇ ਨੇ ਤਾੜਨਾ ਕੀਤੀ ਹੈ, ਜੇ ਭਏ ਪਹਿਲ ਅਵਤਾਰਾ, ਆਪ ਤਨ ਜਾਪ ਉਚਾਰਾ। ਇਹ ਖਾਲਸਾ ਜੀ, ਜਿਹੜੇ ਪਹਿਲਾਂ ਅਵਤਾਰ ਹੋਏ ਉਹਨਾਂ ਨੇ ਆਪੋ ਆਪਣਾ ਜਾਪ ਜਪਾਇਆ, ਵਾਹਿਗੁਰੂ ਦਾ ਜਾਪ ਕਿਸੇ ਨੇ ਵੀ ਨਹੀਂ ਜਪਾਇਆ। ਸਮਾਂ ਦੇ ਘਰ ਵਾਲੀਆਂ ਦਾ ਪਹਿਲਾਂ ਜਪਾਇਆ ਮੋਹਦਿਆਂ ਮਾਰਿਆਂ ਨੇ, ਸੀਤਾ ਰਾਮ ਸੀਤਾ ਰਾਮ, ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ। ਰਾਧਿਕਾ ਤੇ ਸੀਤਾ ਹੀ ਪ੍ਰਧਾਨ ਹੋ ਗਈਆਂ ਉੱਥੇ ਉਹਨਾਂ ਨਾਮਾਂ ਦੇ ਵਿੱਚ। ਇੱਥੇ ਕਦੇ ਕਿਹਾ ਸਤ ਸੰਗਤ ਜੀ, ਮਾਤਾ ਸੁਲੱਖਣੀ ਦਾ ਨਾਮ ਖਾਨੀ ਸਾਰੇ ਜਾਣਦੇ ਆ, ਖਾਨੀ ਨਹੀਂ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਸਾਰਿਆਂ ਨੂੰ ਨਾਮ ਨਹੀਂ ਸਤ ਸੰਗਤ ਜੀ ਔੜ ਦੇ ਛੇਤੀ। ਬਲਿਹਾਰ ਜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ, ਆਪਨੇ ਖਾਲਸਾ ਜੀ ਜੇ ਜਪਾਇਆ ਹੈ ਤਾਂ ਅਕਾਲ ਪੁਰਖ ਅੰਤਰਜਾਮੀ ਦੇ ਲੜ ਲਾਇਆ ਆਪਾਂ ਨੂੰ। ਨਾਲੇ ਵਾਹਿਗੁਰੂ ਦਾ ਰੂਪ ਹਨ, ਪਰ ਵਾਹਿਗੁਰੂ ਦਾ ਹੀ ਜਾਪ ਜਪਾਇਆ ਹੈ। ਇਸ ਪੰਥ ਦੇ ਅੰਦਰ ਖਾਲਸਾ ਜੀ ਕਿਣਕਾ ਮਾਤਰ ਵੀ, ਅਣੂ ਮਾਤਰ ਵੀ ਕੋਈ ਸਤ ਸੰਗੀ ਪਖੰਡ ਨਹੀਂ ਹੈ। ਇਹੋ ਜਿਹਾ ਗੁਰਮੁਖ ਪੰਥ ਅਤੀਤਨ ਜਿਨ੍ਹਾਂ ਨੇ ਸਤ ਸੰਗੀ ਭਾਗਾਂ ਵਾਲਿਆਂ ਨੇ ਇਹਦੇ ਵਿੱਚ ਸਤ ਸੰਗੀ ਹਾਜ਼ਰ ਹੋ ਕੇ ਜਨਮ ਸਫਲਾ ਕਰ ਲਿਆ, ਉਹ ਉਧਰ ਗਏ। ਜਿਨ੍ਹਾਂ ਨੇ ਸ਼ੰਕਾ ਹੱਥ 'ਚ ਫੜ ਲਈ, ਫੇਰ ਵੀ ਇੰਨਾ ਸਤ ਸੰਗੀ ਸੁੱਧ ਹੁੰਦੇ ਆ ਪੰਥ, ਫੇਰ ਵੀ ਘਿਰਨਾ ਕਰੀ ਜਾਣੀ, ਗੁਰਬਾਣੀ ਤੇ ਸ਼ੰਕਾ ਕਰੀ ਜਾਣੀਆਂ, ਪੰਥ ਖਾਲਸੇ ਤੇ ਕਰੀ ਜਾਣੀਆਂ। ਇਹ ਮਾੜੇ ਕਰਮਾਂ ਦੀ ਨਿਸ਼ਾਨੀ ਦਾ ਹੋਰ ਕੀ ਹੈ। ਸੋ ਵਾਹਿਗੁਰੂ ਨੇ ਕਿਹਾ ਹੈ, ਹੇ ਦੁਸ਼ਟ ਦਮਨ, ਤੂੰ ਸਾਡੀ ਅੰਸ਼ ਸਾਡਾ ਰੂਪ ਹੈ। ਤਪੇ ਮਹਾ ਤਪ ਕੈ ਨਾ ਸਮਾਨ, ਜਿੰਨਾ ਤਾਂ ਤਪ ਕੀਤਾ ਤੇਰੇ ਸਮਾਨ ਕਿਸੇ ਨੇ ਤਪ ਨਹੀਂ ਕੀਤਾ। ਬਥੇਰੇ ਤਪਸੀ ਹਨ ਮਾਤ ਲੋਕ ਵਿੱਚ, ਨਹੀਂ ਕਿਸੂ ਵੀ ਤਪਿਓ ਇਤੋ ਤਪ। ਤੇਰੇ ਜਿੰਨਾ ਤਪ ਕਿਸੇ ਨੇ ਹੁਣ ਤਾਈਂ ਤਪਾਇਆ ਨਹੀਂ। ਤੀਨ ਜੁਗਨ ਲੋਕੀਨ ਮਹਾਨ, ਬੜਾ ਭਾਰੀ 3 ਯੁਗਾਂ ਤੱਕ ਤੁਸੀਂ ਤਪ ਕੀਤਾ। ਅਬ ਅਵਤਾਰ ਪ੍ਰਿਥਵੀ ਤਲ ਧਰ ਕੇ। ਹੁਣ ਸਾਡਾ ਹੁਕਮ ਹੈ ਪ੍ਰਿਥਵੀ ਮਾਤ ਲੋਕ ਦੇ ਤਲੇ ਤੇ ਦੁਬਾਰਾ ਅਵਤਾਰ ਧਾਰੋ। ਮੇਰੋ ਕਾਜ ਕਰੋ ਬਚਮਾਨ, ਸਾਡਾ ਬਚਨ ਮੰਨ ਕੇ ਕੰਮ ਕਰੋ ਪਰਉਪਕਾਰ ਦਾ। ਦੁਸ਼ਟ ਜਮਨ ਨੇ ਭ੍ਰਿਸ਼ਟ ਹਿੰਦ ਕੇ, ਕਲਯੁਗ ਦਾ ਸਮਾਂ ਆਰੰਭ ਹੋ ਚੁੱਕਿਆ। ਦੁਸ਼ਟ ਮਲੇਸ਼ਾਂ ਨੇ, ਪਾਪੀਆਂ ਮੁਸਲਮਾਨਾਂ ਨੇ ਹਿੰਦ ਵਾਸੀਆਂ ਦੀ ਜਿਹੜੀ ਧਰਤੀ ਭਾਰਤ ਭੂਮੀ ਹੈ ਅਪਵਿੱਤਰ ਕਰ ਦਿੱਤੀ। ਤੁਮ ਅਲੰਭ ਹੋਵੋ ਸਾਵਧਾਨ, ਸਾਵਧਾਨ ਹੋ ਕੇ ਤੁਸੀਂ ਆਸਰਾ ਬਣੋ ਜਾ ਕੇ। ਮਨੁੱਖ ਤਨ ਧਰ ਲੀਲਾ ਨਿਜ ਕਰ, ਮਾਨਸ ਦੇਹੀ ਦੁਆਰਾ ਧਾਰ ਕੇ ਲੀਲਾ ਕਰੋ ਜਾ ਕੇ, ਕੌਤਕ ਕਰੋ। ਸੱਚੇ ਨਾਮ ਭਗਤੀ ਦੇਹੁ ਦਾਨ, ਸੱਚੇ ਨਾਮ ਦਾ ਤੇ ਭਗਤੀ ਦਾ ਦਾਨ ਦੇਵੋ ਸਾਰਿਆਂ ਜੀਵਾਂ ਨੂੰ। ਸੁਣ ਕੇ ਦੁਸ਼ਟ ਦਮਨ ਕਰ ਜੋਰੇ। ਜਿਸ ਵੇਲੇ ਸਤ ਸੰਗਤ ਜੀ ਹੁਕਮ ਹੋ ਗਿਆ ਦੁਸ਼ਟ ਦਮਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੱਥ ਜੋੜੇ। ਤਾਂ ਜਾਨ ਮੈਂ ਬਿਗਨ ਵਿਸਾਲ, ਕੀ ਕਿਹਾ ਉੱਥੇ ਜਾਣ ਚ ਜੀ ਵਿਗਨ ਬਹੁਤ ਨੇ, ਬਹੁਤ ਕਸ਼ਟ ਝੱਲਣੇ ਪੈਣਗੇ। ਚਿਤ ਨਾ ਭਇਓ ਹਮਰੋ ਆਵਨ ਕੈ, ਚੁਬੀ ਰਹੀ ਸੁਰਤ ਪ੍ਰਭ ਚਰਨਾਂ ਮੈਂ। ਅਰਾਧਤ ਐਸ ਵੇਲੇ ਹੇ ਦੁਸ਼ਟ ਦਮਨ ਜੀ, ਜੋਗ ਸਾਧਨ ਕਰਕੇ ਪੁੰਨ ਦਾਨ ਜਗ ਕਰਕੇ ਸਾਨੂੰ ਅਰਾਧ ਰਹੇ ਨੇ ਗੁਰੂ ਤੇਗ ਬਹਾਦਰ ਜੀ। ਚਾਹਤ ਪੁੱਤਰ ਤੁਮ ਕੋ ਤਿਸ ਸਥਾਨ, ਚਾਹੁੰਦੇ ਨੇ ਕਿ ਸਾਡੇ ਗ੍ਰਹਿ ਵਿਖੇ ਪ੍ਰਗਟ ਹੋਣ ਪੁੱਤਰ ਰੂਪ ਹੋ ਕਰਕੇ। ਸ੍ਰੀ ਨਾਨਕ ਕੀ ਜੋਤ ਉਧਾਰਾ, ਗੁਰੂ ਨਾਨਕ ਦੇਵ ਜੀ ਦੀ ਬੜੀ ਭਾਰੀ ਇੱਕ ਪ੍ਰਕਾਸ਼ਮੈ ਜੋਤ ਹੈ ਕਲਯੁਗ ਦੇ ਸਮੇਂ 'ਚ। ਪਰ ਵਿਛੇ ਤੁਮ ਹੈ ਇਕਤਾ ਠਾਨ, ਪਰ ਵਿਛੇ ਤੁਮ ਹੈ ਇਕਤਾ ਠਾਨ। ਉਹ ਜੋਤ ਤੁਹਾਡੇ 'ਚ ਪ੍ਰਵੇਸ਼ ਹੋਵੇਗੀ, ਅੰਤਰਾ ਨਹੀਂ ਹੈ ਕੁਛ। ਏਕਤਾ ਜਿਵੇਂ ਸਾਡੇ ਵਿੱਚ ਤੁਸੀਂ ਏਕਤਾ ਪ੍ਰਾਪਤ ਕਰ ਲਈ, ਵਾਹਿਗੁਰੂ ਨੇ ਕਿਹਾ ਦੁਸ਼ਟ ਦਮਨ ਨੇ ਨੂੰ ਕਹਿ ਰਹੇ ਨੇ। ਇਸੇ ਤਰ੍ਹਾਂ ਜਦੋਂ ਦੁਬਾਰਾ ਅਵਤਾਰ ਧਾਰੋਗੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ, ਉਹ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਗਟੀ ਮਾਤ ਲੋਕ ਦੇ ਅੰਦਰ ਪਰਉਪਕਾਰ ਕਰ ਰਹੀ ਹੈ, ਉਹ ਤੁਹਾਡੇ ਅੰਦਰ ਹੋਰ ਪ੍ਰਵੇਸ਼ ਹੋਵੇਗੀ। ਮੋਹਿ ਸਰੂਪ ਹੋਏ ਕਰ ਮੋਹ ਮਹਿ, ਸਾਡਾ ਸਰੂਪ ਹੋ ਤੁਸੀਂ, ਵਾਹਿਗੁਰੂ ਕਹਿ ਰਿਹਾ ਹੈ। ਸਾਡੇ ਵਿੱਚ ਹੀ ਲੈਤਾ ਪ੍ਰਾਪਤ ਮਹਿਦ ਮਹਾਨ, ਵੱਡੀ ਤੋਂ ਵੱਡੀ ਲੈਤਾ ਅਭੇਦਤਾ ਪ੍ਰਾਪਤ ਹੋਈ ਹੈ ਤੁਹਾਨੂੰ, ਤੁਸੀਂ ਮਿਲੇ ਹੋ ਸਾਡੇ ਵਿੱਚ। ਸੁਤ ਤੂੰ ਹੈ ਮਮ ਸਰੂਪ ਹੀ, ਜਿਵੇਂ ਪੁੱਤਰ ਪਿਤਾ ਦਾ ਰੂਪ ਹੀ ਹੋਇਆ ਕਰਦਾ ਹੈ। ਪਿਤਾ ਪੁੱਤਰ ਮੈਂ ਭੇਦ ਨ ਹੋਏ, ਪਿਤਾ ਪੁੱਤਰ ਚ ਵੀ ਫਰਕ ਨਹੀਂ ਹੁੰਦਾ ਹੈ। ਧਰਮ ਕਰੋ ਬਿਦਤਾਵਨ ਜਗ ਮੈਂ, ਜਾਓ ਜਾ ਕੇ ਮਾਤ ਲੋਕ ਦੇ ਵਿੱਚ ਧਰਮ ਨੂੰ ਪ੍ਰਗਟ ਕਰੋ। ਤੁਝ ਬਿਨ ਅਮਰ ਤੁਝ ਬਿਨ ਅਪਰ ਸਮਰੱਥ ਨ ਕੋਏ। ਇਹ ਦੁਸ਼ਟ ਦਮਨ ਜੀ, ਤੁਹਾਡੇ ਬਿਨਾ ਇਹ ਕੰਮ ਹੋਰ ਕਿਸੇ ਨੇ ਕਰਨਾ ਨਹੀਂ। ਤੁਸੀਂ ਸਮਰੱਥ ਹੋ, ਸ਼ਕਤੀਸ਼ਾਲੀ ਹੋ। ਪੁੱਤਰਾ ਦਿਕ ਮੈਂ ਰਹਿਨ ਅਮੋਹੰਗ, ਨਾਲੇ ਦੱਸ ਦਿੱਤਾ ਅਕਾਲ ਪੁਰਖ ਅੰਤਰਜਾਮੀ ਨੇ
ਕਿ ਪੁੱਤਰ ਹੋਣਗੇ ਪਰ ਪੁੱਤਰਾਂ 'ਚ ਅਮੋਹ ਅਵਸਥਾ 'ਚ ਰਹਿਣਾ ਹੈ। ਮੋਹ ਨਹੀਂ ਕਰਨਾ ਆਪਣੇ ਸਾਹਿਬਜ਼ਾਦਿਆਂ ਦਾ। ਰਿਪੁਨ ਹਤਨ ਕੋ ਆਲਸ ਖੋਏ। ਬੈਰੀਆਂ ਨੂੰ ਮਾਰਨ ਵਾਸਤੇ ਕਦੇ ਆਲਸ ਨਹੀਂ ਕਰਨੀ, ਹਰ ਵੇਲੇ ਕਮਰ ਕਸਾ ਕਰਕੇ ਰੱਖਣਾ। ਜਦੋਂ ਸਤ ਸੰਗਤ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦਿੱਤੀ, ਖਾਲਸੇ ਨੂੰ ਤਿਆਰ ਬਰ ਤਿਆਰ ਕੀਤਾ, ਸਤਿਗੁਰੂ ਜੀ ਦਾ ਹੁਕਮ ਸੀ ਸਾਰਿਆਂ ਨੂੰ ਭਾਈ ਕਮਰ ਕਸਾ ਕਰਕੇ ਆਉਣਾ ਦਰਬਾਰ ਦੇ ਅੰਦਰ। ਸਾਰਿਆਂ ਨੇ ਵੀਰ ਆਸਣ ਬੈਠਣਾ ਹੈ। ਵੀਰ ਆਸਣ ਸਤ ਸੰਗਤ ਜਿਸ ਵੇਲੇ ਅੰਮ੍ਰਿਤ ਛਕਦੇ ਆ ਆਪਾਂ, ਵੀਰ ਆਸਣ ਬੈਠ ਕਰਕੇ ਅੰਮ੍ਰਿਤ ਦੀ ਦਾਤ ਮਿਲਦੀ ਆ। ਬੁੱਕ ਪੰਜ ਪਿਆਰੇ ਸਤ ਸੰਗਤ ਜੀ ਆਪਾਂ ਨੂੰ ਅੰਮ੍ਰਿਤ ਦੀ ਦਾਤ ਦਿੰਦੇ। ਸੰਗਤ ਝਾਮੇ ਆਪਾਂ ਚੌਂਕੜਾ ਮਾਰ ਕੇ ਬੈਠਦੇ ਆਂ, ਸਤੋਮਈ ਬਿਰਤੀ ਧਾਰ ਕੇ ਭਜਨ ਸਿਮਰਨ ਕੀਰਤਨ ਸੁਣਨਾ ਹੈ। ਜਿਸ ਵੇਲੇ ਖਾਲਸਾ ਸਤ ਸੰਗਤ ਜੀ ਵੀਰ ਰਸੀ 12 ਯੋਧਿਆਂ ਦੀਆਂ 12, ਇਸੇ ਤਰ੍ਹਾਂ ਸਤ ਸੰਗਤ ਕਵੀਆਂ ਦੀਆਂ ਕਵਿਤਾ, ਵੀਰ ਰਸ ਨੂੰ ਵਧਾਉਣ ਵਾਸਤੇ ਸਤ ਸੰਗਤ ਜੀ ਖਾਲਸਾ ਇਕੱਤਰ ਹੁੰਦਾ ਹੈ। ਥਾਂ ਥਾਂ ਤੇ ਵੀਰ ਆਸਣ ਬੈਠਦਾ ਹੈ ਖਾਲਸਾ, ਸ਼ਸਤਰ ਧਾਰੀ ਹੋਇਆ ਕਰਦਾ ਹੈ ਉਸ ਵੇਲੇ। ਸੋ ਆਪ ਜੀ ਸਤ ਸੰਗਤ ਜੀ ਉਸ ਦਿਨ ਤੋਂ ਹੁਕਮ ਸੀ ਕਿ ਜਿੰਨੇ ਸਿੰਘ ਨੇ ਭਾਈ ਕਮਰ ਕਸੇ ਕਰਕੇ ਆਉਣ। ਉਹ ਹੁਕਮ ਅਸੀਂ ਢਿੱਲੇ ਹੋ ਗਏ, ਹੌਲੀ ਹੌਲੀ ਤਿਆਗ ਦਿੱਤੇ। ਹੁਣ ਜਿਹੜਾ ਕੋਈ ਉਸ ਅੱਧੇ ਹੁਕਮ ਨੂੰ ਮੰਨਦਾ, ਆਪਾਂ ਕਹਿੰਦੇ ਵੀ ਕੋਈ ਪੰਥ ਨਵਾਂ ਹੀ ਚੱਲ ਪਿਆ। ਆ ਨਾਮ ਧਾਰੀਆਂ ਚੋਂ ਨੇ ਇੱਕ ਨੀਲ ਧਾਰੀ ਚੱਲੇ, ਉਹਨਾਂ ਕੋਲੇ ਨੀਲਾ ਪਟਕਾ, ਬੁੜੀਆਂ ਦੇ ਵੀ ਕਮਰ ਕਸੇ ਕੀਤੇ ਤੁਸੀਂ ਦੇਖੋਗੇ, ਉਹਨਾਂ ਦੇ ਆਦਮੀਆਂ ਦੇ ਵੀ ਬੁੜੀਆਂ ਦੇ ਵੀ ਹਨ। ਉਹ ਨਾਮ ਧਾਰੀਆਂ ਚੋਂ ਨਸ਼ਹਿਰੇ ਵਾਲੇ ਬਾਬਾ ਹਰਨਾਮ ਸਿੰਘ ਜੀ ਹੋਏ ਨੇ, ਉਹ ਕਹਿੰਦੇ ਮੈਂ ਵੱਖਰਾ ਹਾਂ, ਬਾਬੇ ਰਾਮ ਸਿੰਘ ਤੋਂ ਬਾਅਦ ਮੈਂ ਹੀ ਹਾਂ। ਇਸ ਤਰ੍ਹਾਂ ਉਹ ਸ਼ਾਖ ਨਵੀਂ ਨਿਕਲੀ ਹੈ, ਉਹਨੇ ਸਤ ਸੰਗਤ ਜੀ ਕਮਰ ਕਸੇ ਕਰਾ ਦਿੱਤੇ ਆਪਣੇ ਸੇਵਕਾਂ ਨੂੰ। ਇੱਥੇ ਵੀ ਇੱਕ ਦੋ ਦੇਖੇ ਨੇ ਆਏ ਹੋਏ। ਹੁਣ ਆਪਾਂ ਸਮਝਦੇ ਆ ਕਿ ਵੀ ਇਹ ਇਹਨਾਂ ਦਾ ਪੰਥ ਵੱਖਰਾ ਹੀ ਹੈ। ਇਉਂ ਨਹੀਂ ਪਤਾ ਵੀ ਇਹ ਗੁਣ ਅਸੀਂ ਗਵਾ ਬੈਠੇ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰਿਆਂ ਨੂੰ ਹੁਕਮ ਕੀਤਾ ਸੀ ਕਮਰ ਕਸਾ ਕਸਣਾ। ਸਿਮਰਨ ਸਤਨਾ ਪਰ ਬੇਟੋ। ਕਮਰ ਕਸਾ ਤਿਆਰ ਬਰ ਤਿਆਰ ਰਹਿਣਾ, ਔਰ ਜੰਗ ਕਰਨ ਵੇਲੇ ਆਲਸ ਨਹੀਂ ਕਰਨੀ, ਪਰਿਵਾਰ ਦਾ ਮੋਹ ਨਹੀਂ ਕਰਨਾ। ਦੋ ਚੀਜ਼ਾਂ। ਤੀਜਾ ਨਿਯਮ ਸੱਚੇ ਨਾਮ ਦਾ ਸਿਮਰਨ ਆਪ ਕਰਨਾ ਤੇ ਅੱਗੇ ਪ੍ਰਚਾਰ ਕਰਨਾ, ਸਿਮਰਨ ਕਰਾਉਣਾ ਹੈ। ਛਤਰੀ ਪੰਥ ਉਪਜੈ ਸੋਏ। ਮਾਤ ਲੋਕ ਦੇ ਜਿਹੜੇ ਛਤਰੀ ਧਰਮ ਹੈ ਉਹ ਅਲੋਪ ਹੁੰਦਾ ਜਾਂਦਾ ਹੈ। ਜਨਮੇਜੇ ਰਾਜੇ ਤੋਂ ਬਾਅਦ ਛਤਰੀ ਖਤਮ ਹੋ ਗਏ, ਰਾਜਪੂਤ ਨਵੀਂ ਮੂੰਹੀਆਂ ਚੱਲ ਪਈਆਂ। ਛਤਰੀ ਧਰਮ ਖਤਮ ਹੁੰਦਾ ਜਾਂਦਾ ਹੈ। ਜਾਓ ਜਾ ਕੇ ਛਤਰੀ ਧਰਮ ਨੂੰ ਪ੍ਰਗਟ ਕਰੋ। ਤਦੇ ਮਾਰੇ ਕਹੇ ਛਤਰੀ ਕੋ ਪੂਤ ਹੋ ਬਾਮਨ ਕੋ ਨਹਿ, ਕਹਿ ਤਪ ਆਵਤ ਹੋ ਜੋ ਕਰੋ। ਐਸੇ ਸਵਈਆਂ ਦੇ ਅੰਦਰ ਮਹਾਰਾਜ ਨੇ ਬਚਨ ਕਹੇ ਨੇ। ਹਿਮ ਕੈ ਮਸਤਕ ਸੁੰਗਤ ਦੇਖਤ। ਐ ਸਿੱਖਿਆ ਦੇ ਕੇ ਮੱਥਾ ਸੁੰਘਿਆ, ਜਿਵੇਂ ਪਿਆਰ ਕਰਦਾ ਹੁੰਦਾ ਪਿਤਾ ਪੁੱਤਰ ਨਾਲ, ਦੇਖਿਆ ਦ੍ਰਿਸ਼ਟੀ ਨਾਲ। ਜਿਮ ਪਿਤ ਤੇ ਸੁਤ ਕਿਤੇ ਸੁਧਾਏ। ਜਿਵੇਂ ਪਿਤਾ ਦੀ ਗੋਦ ਚੋਂ ਨਿਕਲ ਕੇ ਪੁੱਤਰ ਕਿਤੇ ਜਾਂਦਾ ਹੈ। ਮਿਰਧੁਲ ਮਧੁਰ ਸਾਰਥ ਪੁਰ ਸਾਰਥ। ਬਹੁਤ ਹੀ ਸਤ ਸੰਗੀ ਕੋਮਲ ਨਾਲੇ ਮਿੱਠੇ ਪਰਉਪਕਾਰ ਵਾਲੇ, ਸਿਰੇ ਭਰੇ ਸੁਭ ਭਾਗ ਸੁਨਾਏ। ਅਸ਼ੀਰਵਾਦ ਦੇ ਭਰੇ ਹੋਏ ਸੋਹਣੇ ਬਚਨ ਅਕਾਲ ਪੁਰਖ ਅੰਤਰਜਾਮੀ ਨੇ ਦੁਸ਼ਟ ਦਮਨ ਜੀ ਨੂੰ ਕਹੇ। ਸੁਣ ਕੇ ਦੁਸ਼ਟ ਦਮਨ ਹੋਏ ਠਾਂਡੋ। ਸੁਣ ਕਰਕੇ ਦੁਸ਼ਟ ਦਮਨ ਜੀ ਸੱਚਖੰਡ ਦਾ ਕੌਤਕ ਹੈ, ਖੜੇ ਹੋ ਗਏ। ਹਾਥ ਜੋੜ ਕਰ ਬਿਨੇ ਹਲਾਏ। ਹੱਥ ਜੋੜ ਕਰਕੇ ਬੇਨਤੀ ਕੀਤੀ। ਪੰਥ ਜੜੇ ਤਬ ਜਗਤ ਮੁਝਾਰੇ। ਇਹ ਅਕਾਲ ਪੁਰਖ ਅੰਤਰਜਾਮੀ ਆਪ ਪਿਤਾ ਸਰੂਪ ਹੋ, ਹਰ ਆਪੇ ਮਾਤਾ ਆਪੇ ਪਿਤਾ ਜਨਜੀਓ ਪਾਏ ਜਗਤ ਦਿਖਾਇਆ। ਸਰਬ ਦੇ ਪਿਤਾ ਹੋ ਮਹਾਰਾਜ ਜੀ। ਪੰਥ ਤਾਂ ਚੱਲ ਸਕਦਾ ਸੰਸਾਰ ਦੇ ਅੰਦਰ ਜਬ ਹੋਵੋ ਤੁਮ ਆਪ ਸਹਾਏ। ਜਦੋਂ ਆਪ ਸਦਾ ਅੰਗ ਸੰਗ ਸਹਾਇਕ ਹੋਵੋ। ਆਇਸਮਾਨ ਸੀਸ ਪਰ ਪ੍ਰਭ ਕੀ। ਵਾਹਿਗੁਰੂ ਦੀ ਆਗਿਆ ਪਾ ਕਰਕੇ ਬਾਰ ਬਾਰ ਬੰਧਨ ਕੀਨ। ਬਾਰ ਬਾਰ ਭਾਵਨਾ ਦੇ ਨਾਲ ਦੁਸ਼ਟ ਦਮਨ ਜੀ ਨੇ ਨਮਸਕਾਰ ਕੀਤੀ। ਸਰਬਲੋ ਗ੍ਰੰਥ ਦੇ ਅੰਦਰ ਸਤ ਸੰਗਤ ਜੀ ਆਪ ਨੇ ਕਿਹਾ ਪ੍ਰਗਟ ਭਇਓ ਰੂਪ ਮੁਨਵਰ ਕੋ, ਜਟਾ ਜੂਟ ਨਖ ਸਿੱਖ ਲਓ ਪੂਰਨ। ਬਾਰ ਸ੍ਰੇਸ਼ਟ ਮੁਨੀਆਂ ਵਾਲਾ ਪ੍ਰਗਟ ਰੂਪ ਖਾਲਸੇ ਦਾ ਰਚਿਆ ਹੈ। ਨਖ ਸਿੱਖ ਲਓ, ਪੈਰ ਦੇ ਨਹੁੰ ਤੋਂ ਲੈ ਕੇ ਸਿਰ ਤੱਕ ਕੋਈ ਬਾਲ ਪਟਾਉਣਾ ਨਹੀਂ, ਘਸਾਉਣਾ ਨਹੀਂ, ਕਦੇ ਬੇਅਦਬੀ ਨਹੀਂ ਕਰਨੀ ਕਿਸੇ ਅੰਗ ਤੇ, ਭਾਵੇਂ ਕਿਤੇ ਵੀ ਆਪਣੇ ਰੋਮ ਹੈ, ਸਾਰੇ ਰੋਮਾਂ ਦਾ ਅਦਬ ਰੱਖਣਾ ਹੈ। ਜਿਹੜੇ ਵਰ ਸ੍ਰੇਸ਼ਟ ਮੁਨੀ ਹੋਇਆ ਕਰਦੇ ਸੀ ਉਹ ਰੂਪ ਦੁਬਾਰਾ ਕਲਯੁਗ ਦੇ ਸਮੇਂ 'ਚ ਪ੍ਰਗਟ ਕੀਤਾ ਹੈ। ਨਹੀਂ ਤਾਂ ਸਤ ਸੰਗਤ ਜੀ ਕਲਯੁਗ ਦਾ ਧਰਮ
ਪਾਪ ਦੇ ਅੰਦਰ ਐਸੀ ਦੁਨੀਆ ਪ੍ਰਵਿਰਤ ਹੋਈ ਹੈ, ਥਾਂ ਥਾਂ ਦੇ ਤੇ ਸਤ ਸੰਗਤ ਜੀ ਕੇਸਾਂ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਗੰਦੇ ਧੂਏ ਮੂੰਹਾਂ ਚੋਂ ਨਿਕਲ ਰਹੇ ਨੇ, ਕਿਸੇ ਦੇ ਜਰਦੇ ਦੀਆਂ ਉਗਾਲੀਆਂ ਹੋ ਰਹੀਆਂ ਨੇ। ਇਹੋ ਜਿਹਾ ਸਤ ਸੰਗਤ ਜੀ ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ। ਅੱਗੇ ਬੀਬੀਆਂ ਕਦੇ ਸਿਰ ਨੰਗਾ ਨਹੀਂ ਸੀ ਰੱਖਦੀਆਂ, ਕੁਸਗਨ ਸਮਝਦੀਆਂ ਸੀ ਕਿ ਸਿਰ ਨੰਗਾ ਤਾਂ ਵਿਧਵਾ ਦਾ ਹੁੰਦਾ। ਇੱਥੇ ਤੱਕ ਸਤ ਸੰਗਤ ਜੀ ਮਨ ਵਿੱਚ ਸੰਕੋਚ ਕਰਦੀਆਂ ਸੀ। ਪਰ ਸਤ ਸੰਗਤ ਜੀ ਅੱਜ ਆਪਣੇ ਪੰਜਾਬ ਵਿੱਚ ਇਹ ਹਾਲਤ ਹੈ। ਸਕੂਲਾਂ 'ਚ ਜੇ ਕੋਈ ਸਿਆਣੀ ਬੀਬੀ ਸਤਸੰਗ ਜਾਣ ਵਾਲੀ ਲੜਕੀ ਸਿਰ ਦੇ ਉੱਤੇ ਚੁੰਨੀ ਲਈ ਹੋਈ, ਮਾਸਟਰਨੀ ਕਹਿੰਦੀ ਗੁਰਦਾਰੇ ਬੈਠੀ ਐ, ਗਲ 'ਚ ਲੈ, ਗਲ 'ਚ ਇਸ ਨੂੰ ਉਹ ਲਹਾ ਦਿੰਦੀਆਂ ਨੇ। ਇਹਦਾ ਨਵਾਂ ਕਲਯੁਗ। ਜੇ ਗੁਰੂ ਕਾ ਕੋਈ ਸਿੱਖ ਮੁੰਡੇ ਨੂੰ ਲਾਗ ਲੱਗ ਜਾਵੇ, ਗੁਰਦਾਰੇ ਚਲਿਆ ਜਾਵੇ, ਜਾਣ ਲੱਗ ਜਾਵੇ, ਸਕੂਲ ਜਾਂਦੇ ਨੂੰ ਕਹਿੰਦੇ ਪਾਲੀ ਡੋਕਲ ਕੱਛ ਬਣ ਗਿਆ ਭਾਈ ਜੀ, ਹੋ ਗਿਆ ਕੜਾਹ ਦਾ ਭੁੱਖਾ, ਤੇਰੀ ਭੁੱਖ ਨਹੀਂ ਮਿਟੀ। ਤਰਕਾਂ ਮਾਰਦੇ ਸਤ ਸਿੰਘ ਜੀ ਨੇ ਨਵੀਂ ਸਿੱਖੀ ਧਾਰੀ ਆ, ਦੱਸੋ ਉਹ ਵਿਚਾਰਾ ਕਿਆ ਕਰੇਗਾ। ਇਹ ਹੈ ਕਲਯੁਗ ਦੀ ਹਵਾ। ਵਾਹਿਗੁਰੂ ਕਿਰਪਾ ਕਰੇ, ਸੰਗਤ ਰੋਜ਼ ਕਰੀਏ ਤਾਂ ਸਤ ਸੰਗਤ ਜੀ ਇਹ ਗੁਰਸਿੱਖੀ ਨਿਭ ਸਕਦੀ ਹੈ। ਸੋ ਆਪ ਜੀ ਦੱਸਦੇ ਹਨ, ਕਰਤਾ ਪੁਰਖ ਅਕਾਲ ਕਿਰਪਾਲੰ, ਜਿਉ ਖਾਲਸਾ ਜੀ ਕਰਤਾ ਪੁਰਖ ਅਕਾਲ ਪੁਰਖ ਅੰਤਰਜਾਮੀ ਸਦਾ ਹੀ ਕਿਰਪਾਲੂ। ਏੰਕਾਰ ਸੋ ਗੁਰੂ ਪ੍ਰਵੀਨ। ਹਾਂਜੀ, ਇੱਕ ਓੰਕਾਰ ਕਿਹਾ ਕਰਤਾ, ਏਕ ਓੰਕਾਰ ਸੋ ਗੁਰੂ ਪ੍ਰਵੀਨ। ਇੱਕ ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਜਿਹੜਾ ਪ੍ਰਵੀਨ ਅੰਤਰਜਾਮੀ ਹੈ ਔਰ ਗੁਰੂ ਹੈ। ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਅੰਤਰਜਾਮੀ ਨੂੰ ਗੁਰੂ ਧਾਰਿਆ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਬੜੀ ਦੁਨੀਆ ਅੱਜ ਕੱਲ ਥਾਂ ਥਾਂ ਤੇ ਸ਼ੰਕਾ ਕਰਦੀ। ਗੁਰੂ ਅੰਗਦ ਦੇਵ ਜੀ ਦੇ ਤਾਂ ਗੁਰੂ ਨਾਨਕ ਦੇਵ ਜੀ ਗੁਰੂ ਸੀ। ਗੁਰੂ ਨਾਨਕ ਦੇਵ ਜੀ ਨੇ ਕਿਹਨੂੰ ਗੁਰੂ ਧਾਰਿਆ? ਬੇਈ ਨਦੀ ਦੁਆਰਾ ਚੁੱਭੀ ਮਾਰ ਕੇ ਸੁਲਤਾਨਪੁਰ ਸੱਚਖੰਡ ਜਾ ਕੇ ਅਕਾਲ ਪੁਰਖ ਅੰਤਰਜਾਮੀ ਨੂੰ ਗੁਰੂ ਧਾਰਿਆ। ਮਹਾਮੰਤਰ ਨਾਨਕ ਅਤੇ ਹਰ ਕੇ ਗੁਣ ਗਾਈ, ਮਹਾਮੰਤਰ ਲੈ ਕੇ ਆਏ ਸਤ ਸੰਗਤ ਜੀ। ਉਸ ਵੇਲੇ ਅਕਾਲ ਪੁਰਖ ਅੰਤਰਜਾਮੀ ਨੇ ਕਿਹਾ, ਅਸੀਂ ਇਕੱਲੇ ਪਰਮੇਸ਼ਰ, ਤੁਸੀਂ ਗੁਰ ਪਰਮੇਸ਼ਰ। ਅਸੀਂ ਇਕੱਲੇ ਹੀ ਪਰਮੇਸ਼ਰ ਪਦਵੀ ਦੇ ਮਾਲਕ ਹਾਂ, ਤੁਸੀਂ ਪਰਮੇਸ਼ਰ ਵੀ ਹੋ, ਗੁਰੂ ਵੀ ਹੋ। ਕਿਉਂ? ਮਾਤ ਲੋਕ ਦੇ ਅੰਦਰ ਸਿੱਖਿਆ ਜੋ ਦੇਣੀ ਹੈ ਜਾ ਕੇ, ਮਾਤ ਲੋਕ ਦੇ ਵਿੱਚ ਗੁਰੂ ਸਿੱਖਿਆ ਦਿੰਦਾ, ਪਰਮੇਸ਼ਰ ਸਿੱਖਿਆ ਨਹੀਂ ਦਿੰਦਾ। ਗੁਰੂ ਆਪ ਦ੍ਰਿਸ਼ਟੀ ਗੋਚਰ ਹੁੰਦਾ, ਸੇਵਕਾਂ ਦੇ ਸਾਹਮਣੇ ਆਉਂਦਾ ਹੈ। ਪਰਮੇਸ਼ਰ ਤਾਂ ਕਿਸੇ ਨੇ ਨਹੀਂ ਦੇਖਿਆ ਖਾਲਸਾ ਜੀ। ਜਦੋਂ ਪਰਮੇਸ਼ਰ ਆਵੇਗਾ ਆਪਣੇ ਦ੍ਰਿਸ਼ਟੀ ਗੋਚਰ ਗੁਰੂ ਸਰੂਪ ਧਾਰ ਕੇ ਹੀ ਆਵੇਗਾ। ਤਾਂ ਸਤ ਸੰਗਤ ਜੀ ਗੁਰੂ ਕਿਹਾ ਹੈ, ਹੋਏ ਵਿਸਰਜਣ ਤਜ ਦਰਬਾਰੇ। ਉਸ ਵੇਲੇ ਸੱਚਖੰਡ ਦਰਬਾਰ ਨੂੰ ਛੱਡ ਕੇ ਵਿਦਿਆ ਹੋਏ ਦੁਸ਼ਟ ਦਮਨ ਜੀ। ਆਏ ਭਿਖਿਓ ਬਿਮਾਨ ਅਸੀਨ। ਜਿਹੜੇ ਵਿਮਾਨ ਤੇ ਗਏ ਸੀ ਹੇਮਕੁੰਡ ਦੀ ਘਾਟੀ ਤੋਂ, ਉਸੇ ਵਿਮਾਨ ਤੇ ਦੁਬਾਰਾ ਆ ਕੇ ਸਵਾਰ ਹੋਏ। ਨਮੋ ਕਰਤ ਹੀ ਤੁਰਤ ਪਿਆਨੇ। ਨਮਸਕਾਰ ਕਰਕੇ ਸੱਚਖੰਡ ਦੇ ਦਰਵਾਜ਼ੇ ਨੂੰ ਚੱਲ ਪਏ ਵਾਪਸ। ਨਿਜ ਆਸ਼ਰਮ ਕੋ ਪਹੁੰਚੇ ਚੀਨ। ਜਿੱਥੇ ਆਪਣਾ ਆਸ਼ਰਮ ਸੀ ਹੇਮਕੁੰਡ ਪਰਬਤ ਦੇ ਸਤ ਸੰਗਤ ਜੀ ਚੋਟੀਆਂ ਦੇ ਉੱਤੇ ਆ ਪਹੁੰਚੇ ਇੱਕ ਛਿਨ ਵਿੱਚ। ਦੋਰਾ ਸਗਰੇ ਸਿੱਖ ਹਕਾਰ ਕੇ। ਜਿੰਨੇ ਤਪੱਸੀ ਸੀ ਜੰਗਲ ਦੇ ਵਿੱਚ ਥਾਂ ਥਾਂ ਤਪੱਸਿਆ ਕਰਦੇ, ਜਿਹੜੇ ਸਤਿਗੁਰ ਦੁਸ਼ਟ ਦਮਨ ਜੀ ਤੋਂ ਸਿੱਖਿਆ ਲੈਂਦੇ ਸੀ, ਇਹਨਾਂ ਨੂੰ ਗੁਰੂ ਮੰਨਦੇ ਸੀ, ਪੂਜਨੀਕ। ਸਾਰਿਆਂ ਚੇਲਿਆਂ ਨੂੰ ਇਕੱਠੇ ਕਰ ਲਿਆ, ਰਿਸ਼ੀਆਂ ਮੁਨੀਆਂ ਨੂੰ। ਦਿਓ ਵਰਤੰਤ ਸੁਨਾਏ। ਸੱਚਖੰਡ ਜੋ ਹੁਕਮ ਹੋਇਆ ਸਾਰਾ ਵਰਤਾਂਤ ਸੁਣਾ ਦਿੱਤਾ। ਧਰੇ ਧਰਾਤਲ ਜਨਮ ਕੋ। ਕਿ ਅਸੀਂ ਇਸ ਵੇਲੇ ਧਰਤੀ ਦੇ ਤਲੇ ਤੇ ਅਵਤਾਰ ਧਾਰਨਾ ਦੂਜੀ ਵੇਰ। ਸ੍ਰੀ ਗੁਰ ਆਏ ਸਪਾਏ। ਸ਼੍ਰੋਮਣੀ ਗੁਰੂ ਅਕਾਲ ਪੁਰਖ ਅੰਤਰਜਾਮ ਦੀ ਆਗਿਆ ਲੈ ਕੇ ਆਏ ਹਾਂ ਅਸੀਂ ਹੁਣ। ਤੁਮ ਵੀ ਚੱਲ ਸਭ ਦੇਸ਼ ਮੈਂ। ਫੇਰ ਲਿਖਿਓ ਮੁਨੀਓ, ਤੁਸੀਂ ਸਾਨੂੰ ਗੁਰੂ ਥਾਪਿਆ, ਅਸੀਂ ਤੁਹਾਨੂੰ ਚੇਲੇ ਮੰਨਦੇ ਹਾਂ। ਤੁਸੀਂ ਵੀ ਦੁਬਾਰਾ ਇਸ ਪੁਰਾਣੇ ਪਿੰਜਰੇ, ਜਿਹੜੇ ਪੁਰਾਣੇ ਛੋਲੇ ਨੇ, ਤਿਆਗ ਦਿਓ। ਤੁਸੀਂ ਵੀ ਆਓ, ਮਾਤ ਲੋਕ ਚ ਦੁਬਾਰਾ ਜਨਮ ਧਾਰੋ। ਧਰੋ ਸੋ ਨਰਨ ਸਰੀਰ। ਆਦਮੀਆਂ ਵਾਲੇ ਸਰੀਰ ਧਰੋ ਜਾ ਕੇ। ਛਤਰੀ ਧਰਮ ਨਿਭਾਏ ਕੇ। ਆਪਾਂ ਇਕੱਠੇ ਹੋ ਕੇ ਛਤਰੀ ਧਰਮ ਨੂੰ ਨਿਭਾਉਣਾ ਹੈ। ਜੁਧ ਵਿਖੇ ਬਨ ਵੀਰ। ਯੁੱਧ ਦੇ ਵਿੱਚ ਵੀਰ ਬਹਾਦਰੀ ਦਿਖਾਉਣੀ ਹੈ। ਸਵਈਆ ਕੇਸ ਰੱਖੋ ਕਛ ਉਪਰ ਬੇਸ ਮੈਂ। ਪਹਿਲਾਂ ਹੀ ਦੱਸ ਰਹੇ ਨੇ ਰਿਸ਼ੀਆਂ ਮੁਨੀਆਂ ਨੂੰ ਇਕੱਠੇ ਕਰਕੇ, ਚੇਲਿਆਂ ਨੂੰ, ਕਿ ਜਦੋਂ ਦੁਬਾਰਾ ਜਨਮ ਧਾਰਨਾ ਅਸੀਂ ਵੀ ਉੱਥੇ ਹੀ ਹੋਵਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਤੁਹਾਨੂੰ ਇਹ ਸਿੱਖਿਆ ਦੇਵਾਂਗੇ, ਇਹ ਤੁਸੀਂ ਮੰਨਿਓ। ਕੇਸ ਰੱਖੋ, ਪੜੋ ਪੰਕਤੀ।
ਕੇਸ ਰੱਖੋ ਕਛ ਉਪਰ ਬੇਸ ਮੈਂ। ਉੱਪਰੋਂ ਸਰੀਰ ਕਰਕੇ ਸਰੀਰ ਦੇ ਵਿੱਚ ਕੋਈ ਵੀ ਕਿਸੇ ਅੰਗ ਭੰਗ ਨਹੀਂ ਕਰਨਾ, ਕੋਈ ਵੀ ਰੋਮ ਦੀ ਬੇਅਦਬੀ ਨਹੀਂ ਕਰਨੀ ਕਦੇ ਵੀ। ਕੇਸ ਰੱਖਣੇ ਨੇ ਔਰ ਕਛਹਿਰਾ ਪਾਉਣਾ ਹੈ। ਇਹੋ ਮੋਰੇ ਆਗਿਆ ਸੁਨੋ ਸਿੱਖ ਪਿਆਰੇ, ਬਿਨਾ ਕੱਛ ਕੇਸੰ ਨਾ ਦੇਵੋ ਦਦਾਰੇ। ਕਦੇ ਵੀ ਮਹਾਰਾਜ ਦੀ ਆਗਿਆ ਹੈ, ਖਾਲਸਾ ਜੀ ਸਾਨੂੰ ਕਛਹਿਰੇ ਤੇ ਕੇਸਾਂ ਤੋਂ ਬਿਨਾ ਦਰਸ਼ਨ ਨਾ ਦਿਓ। ਜਦੋਂ ਦਰਬਾਰ ਚ ਆਉਣਾ ਹੋਵੇ ਅਸੀਂ ਤੁਹਾਡੇ ਸੋਹਣੇ ਕੇਸ ਦੇਖੀਏ, ਤੁਹਾਡੇ ਸੋਹਣੇ ਸੀਲ ਜੱਤ ਕੀ ਕੱਛ ਪਕੜ ਪਹਿਰੋ ਹਥਿਆਰਾ। ਸੋਹਣੇ ਤੁਹਾਡੇ ਸ਼ਸਤਰ ਹੋਣ, ਸੀਲ ਜੱਤ ਦੀਆਂ ਨਿਸ਼ਾਨੀਆਂ ਕਛਹਿਰੇ ਹੋਣ ਬੜੇ ਸੁੰਦਰ ਤੋਂ ਸੁੰਦਰ, ਫੇਰ ਸਾਨੂੰ ਦਰਸ਼ਨ ਦਿਆ ਕਰੋ। ਉਹ ਸਿੱਖਿਆ ਅੱਜ ਰਿਖੀਆਂ ਨੂੰ ਪਹਿਲਾਂ ਹੀ ਦੇ ਰਹੇ ਨੇ ਕਿ ਤੁਸੀਂ ਵੀ ਜਨਮ ਧਾਰੋ, ਇਹੀ ਜੀ ਰਹਿਤ ਵਹਿਤ ਰੱਖਣੀ ਹੈ। ਤੁਸੀਂ ਸਰੀਰ ਕਰਕੇ ਤਿਆਰ ਬਰਤਿਆਰ ਰਹਿਣਾ। ਅਯੁੱਧ ਧਾਰ ਮਚਾਏ ਲੜਾਈ, ਔਰ ਸ਼ਸਤਰ ਧਾਰ ਕੇ ਰੱਖਣੇ ਨੇ, ਕਦੇ ਸ਼ਸਤਰ ਤਿਆਗਣੇ ਨਹੀਂ। ਲੜਾਈ ਕਰਨੀ ਆ। ਹੁਣ ਤਾਂ ਆਪਾਂ ਤਪ ਕਰਦੇ ਰਹੇ ਜੰਗਲਾਂ ਦੇ ਵਿੱਚ, ਉੱਥੇ ਐ ਹੁਣ ਤਪ ਨਹੀਂ ਕਰਨਾ। ਮਾਤ ਲੋਕ ਵਿੱਚ ਪਹੁੰਚ ਕੇ ਦੁਬਾਰਾ ਧਰਮ ਦੇ ਯੁੱਧ ਕਰਨੇ ਹਨ। ਸ਼ਤਰਨ ਜੀਤੋ ਤੌਥ ਤਪਾਵੋ, ਉਹਨਾਂ ਚਿਰ ਟਿਕਣਾ ਨਹੀਂ ਜਿੰਨਾ ਚਿਰ ਬੈਰੀਆਂ ਨੂੰ, ਪਰਤ ਪੱਖੀਆਂ, ਧਰਮ ਵਿਰੋਧੀਆਂ ਨੂੰ ਜਿੱਤ ਨਾ ਲਈਏ। ਰਾਜ ਕਰੋ ਸੁਖ ਲੈ ਸਮਦਾਈ, ਇਹ ਲਿਖਿਓ ਦੁਬਾਰਾ ਜਨਮ ਧਾਰੋ, ਸੁਖ ਲਵੋਗੇ ਬਹੁਤ ਸਾਰੇ। ਜੇ ਤੁਹਾਡੇ ਮਨ ਚ ਇੱਛਾ ਹੋਈ ਨਾ ਮਾਤ ਲੋਕ ਦੇ ਪਦਾਰਥ ਭੋਗਣ ਦੀ, ਤੁਹਾਨੂੰ ਰਾਜ ਵੀ ਦਵਾਵਾਂਗੇ। ਨਾਹਿਤ ਜੁਧ ਮੈਂ ਕ੍ਰੋਧਤ ਹੋਵੈ ਦਿਓ ਪ੍ਰਾਨ, ਨਹੀਂ ਤਾਂ ਵੀਰ ਰਸ ਧਾਰ ਕੇ ਪ੍ਰਵਾਹ ਨਹੀਂ ਕਰਨੀ ਮਲੇਸ਼ਾਂ ਦੀ। ਪ੍ਰਾਣ ਤਿਆਗ ਦਿਓ, ਸਰੀਰ ਵਿੱਚ ਕੁਰਬਾਨੀਆਂ ਕਰ ਦਿਓ। ਲਹੋ ਬ੍ਰਹਮ ਲੋਕ ਸਥਾਈ, ਫੇਰ ਸਰੀਰ ਤਿਆਗ ਕਰਕੇ ਬ੍ਰਹਮ ਲੋਕ ਨੂੰ ਪ੍ਰਾਪਤ ਹੋਵੋਗੇ ਤੁਸੀਂ। ਸ੍ਰੀ ਗੁਰਦੇਵ ਕੋ ਸੇਵਨ ਕੈ, ਗੁਰਦੇਵ ਅਕਾਲ ਪੁਰਖ ਅੰਤਰਜਾਮੀ ਦੀ ਉਪਾਸਨਾ ਭਗਤੀ ਕਰਕੇ। ਅਹਮੇ ਬਿਨਾ ਦੇਹ ਬੰਧ ਨਸਾਈ, ਅਹੰਕਾਰ ਤੋਂ ਬਿਨਾ ਹੋ ਕਰਕੇ ਬੰਧਨਾਂ ਨੂੰ ਕੱਟ ਦਿਓ ਆਪਣਿਆਂ ਨੂੰ। ਹੰਗਤਾ ਮਮਤਾ ਦੇ ਬੰਧਨ, ਪਾਪਾਂ ਪੁੰਨਾਂ ਦੇ ਬੰਧਨ, ਇਹਨਾਂ ਨੂੰ ਨਾਸ ਕਰ ਲਿਓ। ਸਿੱਖਨ ਸੋ ਇਮ ਕੋਮਲ ਭਾਖ, ਕਿਉਂ ਖਾਲਸਾ ਜਿੰਨੇ ਰੁਖੀ ਮੁਨੀ ਚੇਲੇ ਸੀ ਨਾ ਦੁਸ਼ਟ ਦਮਨ ਜੀ ਦੇ, ਹੇਮਕੁੰਡ ਪਰਬਤ ਦੇ ਇਰਦ ਗਿਰਦ ਸਾਰਿਆਂ ਨੂੰ ਐ ਸੋਹਣੀ ਸਿੱਖਿਆ ਦਿੱਤੀ, ਭਵਿੱਖਤ ਬਚਨ ਕਹੇ। ਮਹਾਰਥ ਹੈ ਸਭ ਕੋ ਸੁਖਦਾਈ, ਸਾਰੇ ਸਮਝ ਗਏ ਕਿ ਦੁਸ਼ਟ ਦਮਨ ਜੀ ਜੋ ਸਾਡੇ ਗੁਰੂ ਨੇ, ਇਹ ਬੜੇ ਭਾਰੀ ਪਰਉਪਕਾਰੀ ਨੇ। ਇਹਨਾਂ ਦੇ ਜਿਹੜੇ ਇਸ ਵੇਲੇ ਬਚਨ ਨੇ ਬੜੇ ਗੁੱਝੇ ਹਨ, ਡੂੰਘੇ ਹਨ, ਸੁਖ ਦੇਣੇ ਵਾਲੇ ਹਨ ਸਾਨੂੰ। ਜਗ ਮਹਾ ਤਪ ਸਾਧਨ ਆਦਿਕ, ਇਧਰ ਸਤ ਸੰਗ ਜੀ ਜਗ ਕੀਤੇ, ਬੜੇ ਭਾਰੀ ਤਪ ਕੀਤੇ ਸਾਧਨ ਹੈ ਇਨਕੋ ਫਲ ਸੋ ਲਿਓ ਪਾਈ। ਕਹਿਣ ਲੱਗੇ ਇਹ ਹੁਣ ਤੁਸੀਂ ਫਲ ਪਾ ਲਓ। ਲਿਖਿਓ ਗੁਰੂ ਗੋਬਿੰਦ ਸਿੰਘ ਦੁਸ਼ਟ ਦਮਨ ਰੂਪ ਵਿੱਚ ਕਹਿਣ ਲੱਗੇ ਤੁਸੀਂ ਵਡਵੜੀਆਂ ਆਜੂਆਂ ਦੇ ਹੋ, ਸਾਡੀ ਵੀ ਆਜੂ ਬਿਆਨਤਾ। ਦੁਸ਼ਟ ਦਮਨ ਜੀ ਕਹਿਣ ਲੱਗੇ ਹੁਣ ਤੁਸੀਂ ਇਉਂ ਕਰੋ, ਜਿੰਨੇ ਪੂਰਬਲੇ ਜਪ ਤਪ ਕੀਤੇ ਜਗ ਕੀਤੇ ਉਹਨਾਂ ਦਾ ਤੁਹਾਨੂੰ ਫਲ ਮਿਲੇਗਾ। ਦੁਬਾਰਾ ਸਰੀਰ ਧਾਰੋ, ਤੁਹਾਨੂੰ ਅੰਮ੍ਰਿਤ ਦੀ ਦਾਤ ਦੇਵਾਂਗੇ। ਧਰਮ ਦੇ ਯੁੱਧ ਹੋਣਗੇ, ਉਸ ਤੋਂ ਬਾਅਦ ਬ੍ਰਹਮ ਵਿੱਚ ਮਿਲ ਜਾਵਾਂਗੇ। ਚੀਤ ਲਗਾਵੋ ਮੋਹਿ ਵਿਖੇ, ਸਾਡੇ ਸਰੂਪ ਦਾ ਧਿਆਨ ਧਾਰਨਾ। ਸਤ ਸੰਗਤ ਜੀ, ਉੱਤਮ ਅਧਿਕਾਰੀ ਨੂੰ ਹੋਰ ਤਰ੍ਹਾਂ ਉਪਦੇਸ਼ ਦੇਈਦਾ ਹੈ, ਮੱਧਮ ਨੂੰ ਹੋਰ ਤਰ੍ਹਾਂ ਦੇਈਦਾ ਹੈ, ਕਨਿਸ਼ਟ ਨੂੰ ਹੋਰ ਤਰ੍ਹਾਂ ਦੇਈਦਾ। ਕਮਜ਼ੋਰ ਬੱਚੇ ਨੂੰ ਮਾਸਟਰ ਹੋਰ ਤਰ੍ਹਾਂ ਪੜ੍ਹਾਉਂਦਾ, ਹੁਸ਼ਿਆਰ ਬੱਚੇ ਨੂੰ ਤਾਂ ਇਸ਼ਾਰੇ ਮਾਤਰੀ ਸਮਝਾ ਕੇ ਤੁਰਦਾ ਲੱਗਦਾ ਹੈ। ਜਿਵੇਂ ਹੁਸ਼ਿਆਰ ਬੱਚੇ ਨੂੰ ਸਬਕ ਦਿੰਦਾ ਮਾਸਟਰ, ਜੇ ਕਮਜ਼ੋਰ ਨੂੰ ਦੇ ਕੇ ਲੰਘ ਜੇ ਨਾ, ਉਹਦੇ ਵਿਚਾਰੇ ਦੇ ਪੱਲੇ ਕੱਖ ਨਹੀਂ ਪੈਂਦਾ, ਉਹ ਤਾਂ ਖਾਲੀ ਦਾ ਖਾਲੀ। ਇਸੇ ਤਰ੍ਹਾਂ ਸਤ ਸੰਗਤ ਜੀ ਇਹ ਉੱਤਮ ਰਿਖੀ ਹਨ, ਬੜੀ ਭਾਰੀ ਉਜਲ ਹੈ ਸਤ ਸੰਗਤ ਜੀ ਬਿਰਤੀ ਇਹਨਾਂ ਦੀ। ਇਹਨਾਂ ਦੇ ਮਨ 'ਚ ਸ਼ੰਕਾ ਨਹੀਂ ਫੁਰਦੀ। ਇੱਥੇ ਮਹਾਰਾਜ ਕਹਿੰਦੇ ਨੇ ਸਾਡਾ ਧਿਆਨ ਧਾਰਿਓ। ਗੁਰਬਾਣੀ 'ਚ ਕਿਤੇ ਨਹੀਂ ਆਉਂਦਾ ਕਿ ਮਹਾਰਾਜ ਨੇ ਕਿਹਾ ਹੋਵੇ ਸਾਡਾ ਧਿਆਨ ਧਾਰਿਓ। ਕਿਉਂ? ਅਸੀਂ ਕਲਯੁਗੀ ਜੀਵ ਕਲਪਨਾ ਦੇ ਭਰੇ ਹੋਏ ਹਾਂ, ਕਾਲੇ ਹਾਂ ਪਾਪਾਂ ਕਰਕੇ। ਇਹ ਰਿਖੀ ਮੁਨੀ ਉਜਲ ਨੇ, ਇਹਨਾਂ ਨੂੰ ਪਤਾ ਹੈ ਕਿ ਮਹਾਰਾਜ ਦਾ ਸਰੂਪ ਕਿਹੜਾ। ਸਾਨੂੰ ਤਾਂ ਮਹਾਰਾਜ ਦੇ ਸਰੂਪ ਦਾ ਨਹੀਂ ਪਤਾ। ਅਸੀਂ ਤਾਂ ਸਤ ਸੰਗਤ ਜੀ ਫੋਟੋਆਂ ਨੂੰ ਸਰੂਪ ਮੰਨਦੇ ਹਾਂ ਵੀ ਇਹੋ ਜਿਹਾ ਮਹਾਰਾਜ ਦਾ ਸਰੂਪ ਹੈ। ਇਹ ਨਾ ਹੋਈ ਅਸਤੇ ਪਰੇ ਸਤ ਹੈ ਸੋਈ। ਜਿਹੜਾ ਆਤਮ ਸਰੂਪ ਸਤ ਸੰਗਤ ਜੀ ਅੰਦਰ ਹੈ, ਉਹ ਅਸਲੀ ਵਾਸਤਵ ਸਰੂਪ ਹੈ।
ਤਾਂ ਦੁਸ਼ਟਦਮਨ ਜੀ ਕਹਿ ਰਹੇ ਨੇ ਕਿ ਸਾਡਾ ਸਰੂਪ ਦਾ ਧਿਆਨ ਧਾਰਿਓ। ਮਨ ਸੰਗ ਰਹੋ ਪੁੰਨ ਨਾ ਪਰਮਾਈ। ਫਿਰ ਭਰਮੋਗੀ ਨਹੀਂ ਜੂਨਾਂ ਦੇ ਵਿੱਚ ਕਦੇ ਵੀ ਹੇ ਲਿਖਿਓ, ਮਨ ਕਰਕੇ ਸਾਡੇ ਨਾਲ ਰਹੋ ਬਿਰਤੀ ਲਾ ਕੇ। ਸ੍ਰੀ ਸਤਨਾਮ ਸਦਾ ਸਿਮਰੋ ਸਦਾ ਵਾਸਤੇ ਸੱਚੇ ਨਾਮ ਦਾ ਸਿਮਰਨ ਕਰਿਓ। ਕਲ ਕਾਲ ਮੈਂ ਅੰਤ ਸਭੇ ਮਿਲ ਜਾਈ। ਕਲਯੁਗ ਦੇ ਸਮੇਂ 'ਚ ਦੁਬਾਰਾ ਜਨਮ ਧਾਰ ਕੇ ਜਿਸ ਵੇਲੇ ਤੁਹਾਡੀ ਕਮਾਈ ਗੁਰਸਿੱਖੀ ਕਮਾਓਗੇ, ਸਾਰੇ ਸਾਡੇ ਵਿੱਚ ਮਿਲ ਜਾਵੋਗੇ, ਮੁੜ ਕੇ ਜਨਮ ਨਹੀਂ ਧਾਰੋਗੇ। ਸਈਆ ਚੰਦ ਦੁਸ਼ਟ ਦਮਨ ਰਿਚ ਰੂਪ ਰਮਨ ਸਦ। ਬੜਾ ਸੁੰਦਰ ਸਰੂਪ ਸੀ ਦੁਸ਼ਟ ਦਮਨ ਜਾਮਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਐਮ ਸਿੱਖਣ ਕੋ ਤਪ ਫਲ ਦੀਨ। ਇਉਂ ਜਿੰਨੇ ਤਪੱਸੀ ਆਪ ਦੇ ਸੇਵਕ ਬਣਾਏ ਸੀ, ਹਿਮਕੁੰਡ ਦੇ ਇਰਦ ਗਿਰਦ ਤਪੱਸਿਆ ਕਰਦੇ ਸੀ, ਉਹਨਾਂ ਨੂੰ ਵਰਦਾਨ ਦਿੱਤਾ, ਤਪ ਦਾ ਉਹਨਾਂ ਨੂੰ ਫਲ ਦਿੱਤਾ। ਸਤ ਸੰਗਤ ਜੀ ਕਿ ਤੁਹਾਡਾ ਤਪ ਕੀਤਾ ਹੋਇਆ ਅਸੀਂ ਅਜਾਈ ਨਹੀਂ ਜਾਣ ਦੇਵਾਂਗੇ, ਹੁਣ ਸਾਡਾ ਹੁਕਮ ਮੰਨੋ, ਅਸੀਂ ਵੀ ਅਵਤਾਰ ਧਾਰਦੇ ਆਂ, ਤੁਸੀਂ ਜਨਮ ਲਓ ਮਾਤ ਲੋਕ ਵਿੱਚ ਦੁਆਰਾ। ਰਹਿਤ ਸਹਿਤ ਹੋਏ ਔਰ ਗੁਰ ਸਿਮਰਨ। ਔਰ ਰਹਿਤ ਸਹਿਤ ਦੇ ਰਹਿਣਾ, ਜੋ ਕਹਿਣਾ ਹੈ ਮੂੰਹੋਂ ਉਹੀ ਸਰੀਰ ਦੇ ਉੱਤੇ ਰਹਿਤ ਰੱਖਣੀ ਹੈ। ਕਹੀਏ ਕੁਛ ਹੋਰ, ਕਹੀਏ ਆਨ ਅਚਰੀਅਤ ਕੁਛ ਨਾਹੀ। ਸਮਝਣਾ ਪਰ ਅਪਰਮਾਇਆ, ਮਾਇਆ ਬੜੀ ਪਰਮੇਸ਼ਰ ਦੀ ਅਪਾਰ ਹੈ। ਕਹੀਏ ਆਨ ਅਚਰੀਅਤ ਅਨਕਚ। ਕਹਿੰਦਾ ਮੂੰਹੋਂ ਕੁਛ ਹੋਰ ਹੈ, ਕਰਦਾ ਕੁਛ ਹੋਰ ਹੈ। ਇਹਦੇ ਚ ਸਤ ਸੰਗਤ ਜੀ ਕੋਈ ਵੀ ਕਾਮਯਾਬ ਨਹੀਂ ਹੋ ਸਕਦਾ। ਨਾ ਕੋਈ ਕਿਸੇ ਤੇ ਭਰੋਸਾ ਕਰੇ, ਕਹਿੰਦੇ ਵੀ ਫਲਾਣਾ ਬੰਦਾ ਹੈ, ਕਹਿੰਦਾ ਉਹਦੀ ਤਾਂ ਤੂੰ ਗੱਲ ਨਾ ਕਰ। ਕਿਉਂ? ਕਹਿੰਦਾ ਕੋਰ ਤੇ ਕਮਾਉਂਦਾ ਕੋਰ। ਸਤ ਸੰਗਤ ਜੀ ਇਹੋ ਜਿਹੇ ਗੁਰਸਿੱਖ ਨਹੀਂ ਹੋਇਆ ਕਰਦੇ। ਤਾਂ ਮਹਾਰਾਜ ਕਹਿ ਰਹੇ ਨੇ ਕਿ ਰਹਿਤ ਕਹਿਤ ਦੇ ਸਹਿਤ ਤੇ ਰਹਿਣਾ ਹੈ। ਛਤਰੀ ਧਰਮ ਨਿਰਵਾਹੇ ਪਰਵੀਨ। ਇਹ ਚਤਰ ਲਿਖਿਓ, ਸ਼ਸਤਰ ਧਾਰੀ ਹੋ ਕੇ ਛਤਰੀ ਧਰਮ ਨਿਭਾ ਦਿਓ। ਜਨਮ ਮਰਨ ਸੰਕਟ ਕੋ ਤਿਆਗਨ। ਜਿਹੜਾ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਚਲਿਆ ਆ ਰਿਹਾ ਬਹੁਤ ਯੁੱਗਾਂ ਤੋਂ, ਉਹ ਤਿਆਗ ਦਿਆਂਗੇ। ਤਿੰਨ ਨਿਤ ਮਮ ਨਿਕਟ ਕੇ ਮੋਹਿ ਲੀਨ। ਜਾਂ ਤਾਂ ਸਾਡੇ ਨਿਕਟ ਵਰਤੀ ਹੋ ਜਾਓਗੇ, ਸਾਡੇ ਲੀਨ ਹੋ ਜਾਓਗੇ। ਇਹ ਖਾਲਸਾ ਜੀ ਮੁਕਤੀਆਂ ਨੇ, ਸ਼ਲੋਕ ਸਰੂਪ ਸਮੀਪ ਸਜੋਜ ਆਦਿਕ, ਉਹ ਵੀ ਪਦਵੀਆਂ ਨੇ, ਕਮਾਈ ਦੇ ਅਨੁਸਾਰ ਮਿਲਦੀਆਂ ਨੇ। ਸੋ ਮਹਾਰਾਜ ਕਹਿਣ ਲੱਗੇ ਤੁਹਾਡੀ ਕਮਾਈ ਦੇ ਅਨੁਸਾਰ ਹੈ। ਜਾਂ ਤਾਂ ਸਾਡੇ ਨਿਕਟ ਵਰਤੀ ਹੋ ਜਾਓਗੇ, ਉਸ ਤੋਂ ਬਾਅਦ ਗੁਰਸਿੱਖੀ ਕਮਾ ਕੇ ਗੁਰਪੁਰੀ 'ਚ ਸਾਡੇ ਕੋਲ ਆ ਜਾਓਗੇ। ਜਾਂ ਫਿਰ ਸਾਡੇ ਜੀ ਬਹੁਤੀ ਕਮਾਈ ਹੋਊ, ਫਿਰ ਸਾਡੇ ਸਰੂਪ 'ਚ ਹੀ ਲੀਨ ਹੋ ਜਾਵੋਗੇ। ਦੋਹੂ ਲੋਕ ਕੋ ਆਨੰਦ ਦੀਨਸ। ਦੋਨਾਂ ਲੋਕਾਂ ਦਾ ਤੁਹਾਨੂੰ ਆਨੰਦ ਦਿੱਤਾ। ਪ੍ਰਥਮ ਪੰਥ ਤੇ ਪੰਥ ਨਵੀਨ। ਜਿੰਨੇ ਪਹਿਲਾਂ ਪੰਥ ਚੱਲੇ ਹੋਏ ਨੇ ਨਾ ਦੁਨੀਆ ਦੇ ਧਾਰਮਿਕ ਲਾਈਨਾਂ, ਇਹਨਾਂ ਨਾਲੋਂ ਵੱਖਰਾ ਗੁਰਸਿੱਖੀ ਪੰਥ ਪ੍ਰਗਟ ਨਵਾਂ ਕਰਾਂਗੇ। ਸੁਣ ਕਰ ਸਿੱਖ ਅਖਲ ਹਰ ਖਾਏ। ਜਿੰਨੇ ਲਿਖੀ ਸੀ ਸਤ ਸੰਗਤ ਜੀ ਸੇਵਕ ਦੁਸ਼ਟ ਦਮਨ ਜੀ ਦੇ, ਇਹ ਹੁਕਮ ਸੁਣ ਕਰਕੇ ਮਹਾਰਾਜ ਦੀ ਰਸਨਾ ਤੋਂ ਬੜੇ ਖੁਸ਼ ਹੋਏ। ਹੱਥ ਜੋੜ ਕੇ ਸੀਸ ਨਵਾ। ਹੱਥ ਜੋੜ ਕੇ ਮੱਥਾ ਟੇਕਿਆ, ਸਿਰ ਝੁਕਾਇਆ। ਮਹਾਬਾਹੋ ਉਤਸ਼ਾਹ ਮਹਾਤਮ। ਕਹਿਣ ਲੱਗੇ ਮਹਾਬਾਹ ਅਜਾਨ ਬਾਹ ਹੋ, ਉਤਸ਼ਾਹ ਕਿੰਨਾ ਤੁਹਾਡੇ ਅੰਦਰ, ਬੜੇ ਪਰਮ ਆਤਮਾ ਸਰੂਪ ਹੋ। ਪ੍ਰਥਮ ਇਕਾਕੀ ਰਿਬ ਸਮੁਦਾਏ। ਆਪਸ ਵਿੱਚ ਹੀ ਗੱਲਾਂ ਕਰਨ ਲੱਗ ਗਏ। ਕਹਿੰਦੇ ਇਹੀ ਜੀ ਕਮਾਈ ਵਾਲੇ ਆਪਣੇ ਗੁਰੂ ਨੇ ਦੁਸ਼ਟ ਦਮਨ ਜੀ। ਪਹਿਲਾਂ ਕੱਲਿਆਂ ਨਹੀਂ ਜੰਗ ਕੀਤਾ ਬੜਾ ਭਾਰੀ, ਬੇਲ ਸਵੇਲ ਦੈਂਤਾਂ ਦੇ ਨਾਲ, ਦੁਸ਼ਟਾਂ ਨਾਲ। ਸਹਿਤ ਸਬੇਲ ਬੇਲ ਵੱਡ ਜੋਧੇ। ਕਿੱਡੇ ਕਿੱਡੇ ਯੋਧੇ ਸੀ ਆਪਣੇ ਰਾਖਸ਼ ਸੀ ਜਿਹੜੇ, ਬੇਲ ਸਵੇਲ ਧੂਣੀ ਦੈਂਤ ਸੀ, ਰਕਤ ਬੀਜ ਵਰਗੇ। ਦ੍ਰਿੜ ਹਵੈ ਸੰਗਰ ਮਹਿਤ ਮਚਾਏ। ਪੱਕੇ ਹਿਰਦੇ, ਦ੍ਰਿੜ ਹਿਰਦੇ ਦੇ ਨਾਲ, ਇਰਾਦੇ ਦੇ ਨਾਲ ਜੰਗ ਕੀਤਾ ਉਹਨਾਂ ਨਾਲ। ਤਜੇ ਮਾਰਗਨ ਅਸੁਰ ਮਾਰਗਨ। ਬਹੁਤ ਹੀ ਤੀਰ ਛੜਨਾ ਕੀਤੇ, ਬੜੇ ਦੈਂਤ ਮਾਰੇ। ਜਥਾ ਮਾਰਗਨ ਹੱਥ ਖਗਰਾਏ। ਜਿਵੇਂ ਕੱਲਾ ਹੀ ਗਰੜ ਬਹੁਤੇ ਸਾਰੇ ਸੱਪਾਂ ਨੂੰ ਮਾਰ ਦਿੰਦਾ ਹੈ। ਬੇਲ ਸਬੇਲ ਸੰਘਾਰਨ ਕਰਕੇ। ਬੇਲ ਸਵੇਲ ਦੈਂਤਾਂ ਨੂੰ ਮਾਰ ਕੇ ਦੁਸ਼ਟ ਦਮਨ ਨਿਜ ਨਾਮ ਤਰਾਏ। ਆਪਣਾ ਦੁਸ਼ਟ ਦਮਨ ਨਾਮ ਰਖਾਇਆ। ਆ ਕੇ ਤਪੱਸਿਆ ਕੀਤੀ ਤਾਂ ਆਪਾਂ ਇਹਨਾਂ ਦੇ ਚੇਲੇ ਬਣੇ। ਰਨ ਪ੍ਰੇ ਰਨ ਕਰ ਅਸਰ ਸੰਘਾਰੇ। ਜੰਗ ਨੂੰ ਇਹਨਾਂ ਨੂੰ ਬਹੁਤ ਪਿਆਰਾ ਹੈ, ਜੰਗ ਕਰਕੇ ਰਾਖਸ਼ ਮਾਰੇ ਨੇ। ਵੀਰਜ ਧੀਰਜ ਅਦਕ ਅਪਾਏ। ਇਹਨਾਂ ਦੇ ਮਨ ਦੇ ਅੰਦਰ ਧੀਰਜ ਹੈ ਔਰ ਬੜਾ ਭਾਰੀ ਬਲ ਹੈ। ਮਨੁੱਖ ਤਨ ਲੀਲਾ ਮੈਂ ਖੇਲੋ। ਹਮੇਸ਼ਾ ਵਾਸਤੇ ਹੁਣ ਇਹ ਅੱਗੇ ਲਈ ਮਨੁੱਖਾ ਜਨਮ ਧਾਰ ਕੇ ਲੀਲਾ ਕੌਤਕ ਕਰਨਾ ਚਾਹੁੰਦੇ ਨੇ। ਜਥਾ ਆਪ ਕੀ ਹੋਏ ਰਜਾਏ। ਕਹਿਣ ਲੱਗੇ ਅੱਛਾ ਦੁਸ਼ਟ ਦਮਨ ਜੀ,
ਜਿਵੇਂ ਤੁਹਾਡਾ ਹੁਕਮ ਹੋਵੇ ਅਸੀਂ ਸਤ ਕਰਕੇ ਮੰਨਾਂਗੇ। ਜੇ ਤੁਸੀਂ ਮਾਨਸ ਦੇ ਹੀ ਦੁਆਰਾ ਧਾਰ ਰਹੇ ਹੋ ਕਲਯੁਗ ਵਿੱਚ, ਅਸੀਂ ਵੀ ਤੁਹਾਡੇ ਚੇਲੇ ਆ, ਨਾਲ ਹੀ ਆਵਾਂਗੇ। ਨਤ ਅਬ ਕੌਣ ਲੜੇ ਤੁਮ ਸਮ ਹੋਏ, ਆਪ ਦੇ ਬਰਾਬਰ ਕੌਣ ਲੜ ਸਕਦਾ ਹੈ। ਓਜ ਸੁਰਾਵਰ ਸਹਿ ਨ ਸਕਾਏ, ਆਪ ਜੀ ਦਾ ਬਲ ਕੋਈ ਸਹਾਰ ਨਹੀਂ ਸਕਦਾ ਮੁਕਾਬਲੇ ਤੇ। ਗੁਰਬਰ ਸ੍ਰੀ ਅਕਾਲ ਕੀ ਆਇਸ, ਉਸ ਵੇਲੇ ਦੁਸ਼ਟ ਦਮਨ ਜੀ ਨੇ ਕਿਹਾ, ਹੇ ਸੇਵਕੋ ਰਿਖਿਓ, ਇਹ ਬਰਸਰੇਠ ਅਕਾਲ ਪੁਰਖ ਅੰਤਰਜਾਮੀ ਦੀ ਆਗਿਆ ਹੈ ਸਾਨੂੰ। ਜਿਮ ਹੋਏ ਤਿਮ ਰਹਿਨੋ ਬਨ ਆਏ, ਜਿਵੇਂ ਹੁਕਮ ਹੈ ਉਹਦੀ ਆਗਿਆ ਹੈ, ਉਸੇ ਤਰ੍ਹਾਂ ਸੇਵਕ ਨੂੰ ਰਹਿਣਾ ਬਣਦਾ ਹੈ। ਉਤਪਤ ਪੰਥ ਖਾਲਸਾ ਕਰਹੁ, ਅਸੀਂ ਪੰਥ ਖਾਲਸਾ ਪ੍ਰਗਟ ਕਰਾਂਗੇ, ਜਿਸ ਮੈਂ ਸ਼ਕਤ ਤੇਜ ਪ੍ਰਵਸ਼ਾਏ, ਜਿਸ ਦੇ ਵਿੱਚ ਬੜੀ ਭਾਰੀ ਅਕਾਲ ਪੁਰਖ ਅੰਤਰਜਾਮੀ ਦੀ ਸ਼ਕਤੀ ਦਾ ਪ੍ਰਵੇਸ਼ ਹੋਵੇਗਾ। ਜਿੱਥੇ ਖਾਲਸਾ ਜੀ ਪੰਜ ਪਿਆਰੇ ਤਿਆਰ ਬਰ ਤਿਆਰ ਸਿੰਘ ਹੋਣ, ਉੱਥੇ ਸਤਜੁਗ ਵਰਤ ਜਾਂਦਾ ਹੈ। ਰਹਿਤ ਰਾਖਨੀ ਤਪ ਕੋ ਸਾਧੇ, ਰਹਿਤ ਬਹਿਤ ਰੱਖਣੀ ਇਹੀ ਸਭ ਤੋਂ ਵੱਡਾ ਤਪ ਹੈ। ਸਿਮਰੈ ਸਤਨਾਮ ਸਤ ਭਾਏ, ਸੱਚਾ ਨੇਚਾ ਧਾਰ ਕੇ ਸੱਚੇ ਨਾਮ ਦਾ ਸਿਮਰਨ ਕਰਿਆ ਕਰਨਗੇ ਸਿੰਘ। ਤੇ ਰਹਿਤ ਬਹਿਤ ਜਿਹੜੀ ਰੱਖਣੀ ਆ, ਇਹੀ ਅਸੀਂ ਖਾਲਸੇ ਨੂੰ ਤਪ ਸਿਖਾਵਾਂਗੇ ਕਰਨਾ। ਉਹ ਸਿੱਖੋ ਇਹੋ ਕਾਰਜ ਸਾਧੋ, ਹੇ ਜਿੰਨੇ ਰਿਖੀਆਂ ਨੂੰ ਸਿੱਖ ਕਹਿ ਕੇ ਕਹਿੰਦੇ ਨੇ, ਹੇ ਪ੍ਰੇਮੀਓ ਚੇਲਿਓ, ਇਹ ਆਪਾਂ ਕੰਮ ਕਰਨਾ ਕਲਯੁਗ ਜੇ ਪੰਥ ਖਾਲਸਾ ਪ੍ਰਗਟ ਕਰਨਾ। ਪਰਸ਼ੋਤਮ ਕੀ ਪਾਏ ਰਜਾਏ, ਪਰਮ ਉੱਤਮ ਪਰਮੇਸ਼ਰ ਦੀ ਆਗਿਆ ਹੈ ਆਪਾਂ ਨੂੰ। ਹਿੰਦ ਧਰਮ ਕੋ ਰਾਖਨ ਕਰ ਕਰੋ, ਹਿੰਦ ਵਾਸੀਆਂ ਦੇ ਧਰਮ ਦੀ ਰੱਖਿਆ ਕਰਾਂਗੇ। ਤੁਰਕ ਤੇਜ ਤਰ ਕੋ ਤਰਵਾਏ, ਤੁਰਕਾਂ ਦਾ ਜਿਹੜਾ ਤੇਜ ਪ੍ਰਤਾਪ ਹੈ, ਇਹ ਤਾਂ ਹੈਗਾ ਬਿਰਛ। ਬਿਰਛ ਨੂੰ ਜਿੱਡੀ ਛੇਤੀ ਹਾਥੀ ਸਤ ਸੰਗਤ ਜੀ ਸਿੜਦਾ, ਹੋਰ ਕੋਈ ਨਹੀਂ ਤਾਕਤ ਸਿੜਦੀ। ਭਾਵੇਂ ਮਿਸ਼ਨਰੀ ਆ ਹੁਣ, ਭਾਵੇਂ ਕਿਵੇਂ ਕਰੇਨਾ ਨਾ ਸਿੱਟੀ ਜਾਓ, ਪਹਿਲਿਆਂ ਸਮਿਆਂ ਦੇ ਅੰਦਰ ਸਭ ਤੋਂ ਬਲ ਵਾਲਾ ਹਾਥੀ ਮੰਨਿਆ। ਹਾਥੀ ਬਿਰਛ ਨੂੰ ਸਤ ਸਨੀ ਸੁੰਡ ਪਾ ਕੇ ਮਿੰਟ ਨਹੀਂ ਲਾਉਂਦਾ, ਪੱਟਣ ਲੱਗਾ। ਇਸੇ ਤਰ੍ਹਾਂ ਹੇ ਗੁਰੂ ਕੇ ਸਿੱਖੋ, ਖਾਲਸਾ ਬਣ ਕੇ ਤੁਸੀਂ ਲਿਖਿਓ। ਜਿਹੜੇ ਤੁਰਕਾਂ ਦੇ ਜਿਹੜੇ ਬੜੇ ਬੜੇ ਥੰਮ ਨੇ ਨਾ, ਬੜੇ ਬੜੇ ਰਾਜੇ ਬਿਰਛਾਂ ਦੀ ਨਿਆਈ ਫਲਾ ਵਾਲੇ, ਉਹਨਾਂ ਨੂੰ ਪੱਟ ਦਿਓ। ਦੋਨੋਂ ਪਰ ਹੋਏ ਪੰਥ ਖਾਲਸਾ, ਮੁਸਲਮਾਨਾਂ ਤੇ ਹਿੰਦੂਆਂ ਦੇ ਉੱਤੇ ਸ਼੍ਰੋਮਣੀ ਹੋਵੇਗਾ ਪੰਥ ਖਾਲਸਾ। ਭੋਗ ਮੋਗ ਕੋ ਕਰਤਲ ਪਾਏ, ਸਾਡਾ ਖਾਲਸਾ ਮੁਕਤੀ ਤੇ ਪਦਾਰਥ ਦੋਨਾਂ ਨੂੰ ਹੱਥਾਂ ਤੇ ਰੱਖ ਦਿਆਂਗੇ। ਮਹਾਰਾਜ ਕਹਿੰਦੇ ਹੱਥ ਦੀਆਂ ਤਲੀਆਂ ਤੇ ਰੱਖ ਦੇਣੇ, ਪਦਾਰਥ ਵੀ ਰਾਜ ਵੀ ਖਾਲਸੇ ਨੂੰ ਦੇ ਦੇਣਾ ਤੇ ਮੁਕਤੀ ਵੀ ਦੇ ਦੇਣੀ ਆ। ਪਰ ਜੇ ਰਾਜ ਵਿੱਚ ਨਿਰਲੇਪ ਰਹੂਗਾ, ਧਰਮ ਦਾ ਰਾਜ ਕਰੂਗਾ, ਪਾਪ ਦਾ ਰਾਜ ਨਹੀਂ। ਤਪੋਂ ਰਾਜ ਰਾਜੋਂ ਨਰਕ। ਇਹ ਕਿਉਂ ਹੈ ਰਾਜ ਤੋਂ ਨਰਕ? ਰਾਜ ਲੈ ਕੇ ਹੰਕਾਰੀ ਹੋ ਜਾਂਦਾ ਤੇ ਨਿਆਂ ਨਹੀਂ ਕਰਦੇ ਬੰਦੇ, ਆਪੇ ਨਰਕ ਜੀ ਜਾਣਾ। ਖਾਲਸਾ ਸਤ ਸੰਗਤ ਜੀ ਜੇ ਰਾਜ ਹੋਵੇ ਤਾਂ ਧਰਮ ਦਾ ਰਾਜ ਹੋਵੇ। ਅੱਜ ਦੀ ਘੜੀ ਆਪਾਂ ਪ੍ਰਤੱਖ ਨੇਤਰਾਂ ਨਾਲ ਦੇਖਦੇ, ਰਾਜ ਦੀ ਸਾਰੇ ਹੀ ਇੱਛਾ ਰੱਖਦੇ, ਪਰ ਰਾਜ ਦਾ ਅਧਿਕਾਰੀ ਕੋਈ ਵੀ ਨਹੀਂ। ਆਪਸ ਵਿੱਚ ਹੀ ਫੁੱਟ ਦੇ ਮਾਲਕ ਬਣੇ ਹੋਏ ਵੱਖਰੇ। ਫਿਰ ਜੇ ਥੋੜੀ ਕਣੀ ਕੋਈ ਸ਼ਕਤੀ ਆ ਜਾਏ ਕੁਰਸੀ ਹੱਥ ਵਿੱਚ, ਪਹਿਲਾਂ ਹੀ ਆਪਣਿਆਂ ਦਾ ਹੀ ਖੂਨ ਚੂਸਣਾ। ਜਿਵੇਂ ਸੱਚ ਦੀ ਕਹਾਵਤ ਹੈ, ਮਾਂ ਪੁੱਤ ਨੂੰ ਪੁੱਛਦੀ ਆ ਕੀ ਬਣੇਗਾ, ਕਹਿੰਦੀ ਮਾਂ ਥਾਣੇਦਾਰ ਬਣੂ। ਕਹਿੰਦੇ ਫੇਰ, ਕਹਿੰਦਾ ਮਾਂ ਤੈਨੂੰ ਹੀ ਕੁੱਟਿਆ ਕਰੂ। ਇਸੇ ਤਰ੍ਹਾਂ ਸਤ ਸੰਗਤ ਜੀ ਅੱਜ ਹਾਲਤ ਹੈ। ਉਹ ਲੋਕ ਪਾਰਟੀਆਂ ਵਾਲੇ ਆਪਣੀ ਪਾਰਟੀ ਦੇ ਜ਼ੋਰ ਤੇ ਵਜ਼ੀਰੀਆਂ ਲੈਂਦੇ, ਸਾਡੇ ਲੋਕ ਅਸੀਂ ਤਾਂ ਜੀ ਅਕਾਲੀ ਆ। ਦੇਖੋ ਜੀ ਧਰਮ ਦਾ ਪੱਖ ਕਰਨਾ ਚਾਹੀਦਾ। ਜਿੰਨੇ ਸਾਡੇ ਬਜ਼ੁਰਗ ਨੇ ਸਤ ਸੰਗਤ ਜੀ ਧਰਮ 'ਚ ਦ੍ਰਿੜ ਹੋਣੇ ਕਰਕੇ ਕਹਿੰਦੇ ਚਾਹੇ ਤੁਸੀਂ ਕੁੱਤੇ ਨੂੰ ਖੜਾ ਕਰ ਦਿਓ, ਅਸੀਂ ਤਾਂ ਪੱਖ ਹੀ ਉਹਦਾ ਕਰਨਾ। ਇਹੇ ਜੇ ਗੁਰਮੁਖਾਂ ਦੀ, ਇਹੇ ਜੇ ਸਤ ਸੰਗਤ ਜੀ ਨੇਚੇ ਵਾਲੇ ਪ੍ਰੇਮੀਆਂ ਦੀਆਂ ਵੋਟਾਂ ਲੈ ਕੇ ਮਗਰੋਂ ਸ਼ਰਾਬਾਂ ਪੀ ਪੀ ਕੇ ਸਤ ਸੰਗਤ ਜੀ ਬੁੱਕਣਾ ਤੇ ਨਿਆਂ ਉਹੀ ਵਾਢੀਆਂ ਉਵੇਂ ਜਿਵੇਂ ਰਿਸ਼ਵਤਾਂ, ਉਵੇਂ ਜਿਵੇਂ ਕਹਿਣਾ ਤੇਰਾ ਮੁੰਡਾ ਲਵਾ ਦਈਏ, ਲਿਆ 50,000 ਰੱਖ, ਤੇਰਾ ਮੁੰਡਾ ਬਥੇਰਾ ਕਮਾ ਲੂ। ਸਤ ਸੰਗਤ ਜੀ ਕੀ ਇਹ ਜਿਹਾ ਖਾਲਸਾ ਰਾਜ ਦਾ ਅਧਿਕਾਰੀ ਹੈ? ਸੋ ਮਹਾਰਾਜ ਕਹਿਣ ਲੱਗੇ ਭਾਈ ਰਾਜ ਵੀ ਦੇਵਾਂਗੇ, ਪਰ ਰਾਜ ਧਰਮ ਦਾ ਕਰਾਵਾਂਗੇ। ਜੇ ਪਰਜਾ ਹੀ ਦੁਖੀ ਰਹੀ ਸਤ ਸੰਗਤ ਜੀ, ਰਾਜੇ ਨੇ ਰਾਜ ਤਰਕਾਰ ਹੈ ਇਹ ਜੇ ਰਾਜ ਨਾਲ। ਸੋ ਆਪ ਜੀ ਕਹਿੰਦੇ ਭਾਈ ਜੇ ਹੇ ਰਖਿਓ, ਹੇ ਸਾਡੇ ਚੇਲਿਓ,
ਜੇ ਤੁਸੀਂ ਦੂਜੇ ਜਨਮ ਦੇ ਵਿੱਚ ਪੰਥ ਖਾਲਸੇ 'ਚ ਜਨਮ ਧਾਰ ਕਰਕੇ ਸਿੱਖੀ ਕਮਾਓਗੇ, ਜੇ ਕਿਤੇ ਤੁਹਾਡੇ ਮਨ ਦੀ ਵਾਸ਼ਨਾ ਹੋਈ ਨਾ ਕਿ ਰਾਜ ਅਸੀਂ ਮਾਣੀਏ, ਰਾਜ ਵੀ ਦੇ ਦਿਆਂਗੇ ਤੁਹਾਨੂੰ, ਉਹ ਵੀ ਤੁਹਾਡੀ ਹੱਥ ਤਲੀ ਤੇ ਰੱਖ ਦਿਆਂਗੇ, ਔਰ ਭੋਗ ਵੀ ਪਦਾਰਥ ਵੀ ਦੇ ਦਿਆਂਗੇ, ਰਾਜ ਭਾਗ, ਮੋਕਸ਼ ਵੀ ਦੇ ਦਿਆਂਗੇ, ਮੁਕਤੀਆਂ ਵੀ ਦੇਵਾਂਗੇ। ਜਹ ਕੈ ਬਿਦਤੈ ਗੁਣ ਅਨੇਕ ਜੁਤ। ਜਿੱਥੇ ਕਿੱਥੇ ਸਾਡਾ ਖਾਲਸਾ ਅਨੇਕਾਂ ਗੁਣਾਂ ਦੇ ਵਿੱਚ ਭਰਪੂਰ ਹੋ ਕੇ ਪ੍ਰਗਟ ਹੋਵੇਗਾ। ਸਗਲ ਗੁਣ ਅਵਗੁਣ ਨਾ ਕੋਈ, ਹੋਏ ਨੀਤਾਂ ਨੀਤਾਂ, ਹਉ ਬਲਿਹਾਰੀ ਸਾਜਨਾ ਮੀਤਾਂ ਅਵਰੀਤਾਂ। ਜਿਹੜੇ ਭਾਈ ਗੁਰਬਾਣੀ ਦੇ ਆਸਰੇ ਜੀਵਨ ਬਤੀਤ ਕਰਨਗੇ, ਉਹਨਾਂ 'ਚ ਗੁਣ ਹੀ ਗੁਣ ਹੋਣਗੇ। ਰਣ ਪਰੇ ਰਣ ਕੋ ਚੈਤ ਸਦਾਏ। ਸਾਡੇ ਸਿੰਘ ਜਿਹੜੇ ਸਿਦਕੀ ਹੋਣਗੇ, ਜੰਗ ਨਾਲ ਪਿਆਰ ਕਰਨਗੇ, ਜੰਗ ਨੂੰ ਚਾਹਣਗੇ ਸਦਾਈ। ਕਲੀ ਕਾਲ ਮੈਂ ਗਤ ਸੁਖੇਨ ਲਹੈ। ਖਾਲਸਾ ਸੋ ਜੋ ਚੜੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਇਹ ਜੇ ਸਤ ਸੰਗ ਜੀ ਰਹਿਤ ਨਾਮਿਆਂ ਦੇ ਬਚਨ ਹਨ। ਪੜੋ ਪੰਕਤੀ ਇਹੀ। ਕਲੀ ਕਾਲ ਮੈਂ ਗਤ ਸੁਖੇਨ ਲਹੈ। ਕਲਯੁਗ ਦੇ ਸਮੇਂ 'ਚ ਸੁਖਾਲੀ ਮੁਕਤੀ ਦਾ ਮਾਰਗ ਅਸੀਂ ਪ੍ਰਗਟ ਕਰ ਦੇਣਾ। ਦਹਿ ਬਕਾਰ ਰਹਿ ਨਾਮ ਸਮਾਏ। ਸਾਡੇ ਸਿੰਘ ਨਾਮ ਵਿੱਚ ਸਮਾਏ ਰਿਹਾ ਕਰਨਗੇ ਤੇ ਬਕਾਰਾਂ ਨੂੰ ਸਾੜ ਦੇਣਗੇ ਅੰਦਰੋਂ। ਨਿਜ ਸਿੱਖਨ ਰਿਖ ਵੇਖਨ ਸੋਇਮ। ਕਿਉਂ ਰਿਖੀਆਂ ਦੇ ਵੇਖ ਵਿੱਚ ਜਿਹੜੇ ਉਸ ਵੇਲੇ ਆਪਣੇ ਚੇਲੇ ਸੀ ਨਾ, ਦੁਸ਼ਟਦਮਨ ਜੀ ਨੇ ਉਪਦੇਸ਼ ਦਿੱਤਾ ਇਹਨਾਂ ਨੂੰ। ਪਣੀ ਭਵਿਖਤ ਸਭ ਹੀ ਬਾਤ। ਕਲਯੁਗ ਦੇ ਸਮੇਂ 'ਚ ਦੁਬਾਰਾ ਅਵਤਾਰ ਧਾਰਨ ਦੀ ਜਿੰਨੀ ਬਾਤ ਸੀ ਭਵਿਖਤ ਦੀ ਦੱਸ ਦਿੱਤੀ ਇਹਨਾਂ ਨੂੰ। ਕਰੇ ਵਿਸਰਜਨ ਨਿਜ ਨਿਜ ਥਾਵਨ। ਉਸੇ ਵੇਲੇ ਸੱਚ ਸ੍ਰੀ ਹੇਮਕੁੰਡ ਪਰਬਤ ਤੋਂ ਸਿੱਖਿਆ ਦੇ ਕੇ ਇਹਨਾਂ ਨੂੰ ਵਿਦਿਆ ਕਰ ਦਿੱਤਾ। ਜਾਓ ਆਪੋ ਆਪਣੇ ਆਸ਼ਰਮਾਂ, ਜਿੱਥੇ ਜਿੱਥੇ ਰਹਿੰਦੇ ਹੋ ਤੁਸੀਂ, ਉੱਥੇ ਜਾ ਕੇ ਆਪੋ ਆਪਣੇ ਸਰੀਰ ਤਿਆਗ ਦਿਓ। ਜਾਤ ਵਿਚਾਰਤ ਮਤਿਆ ਵਦਾਤ। ਬੁੱਧੀ ਦੇ ਅੰਦਰ ਸਤ ਸੰਗ ਜੀ ਪ੍ਰਗਟ ਹੀ ਵਿਚਾਰਦੇ ਜਾ ਰਹੇ ਨੇ ਰਿਖੀ ਆਪੋ ਆਪਣੇ ਆਸ਼ਰਮਾਂ ਨੂੰ। ਸ੍ਰੀ ਪ੍ਰਭ ਦੁਸ਼ਟ ਦਮਨ ਜਲ ਮਜਿਓ। ਉਸ ਵੇਲੇ ਸਤ ਸੰਗਤ ਜੀ ਦੁਸ਼ਟ ਦਮਨ ਜੀ ਨੇ ਕੀ ਕੀਤਾ? ਸਰੋਵਰ 'ਚ ਇਸ਼ਨਾਨ ਕੀਤਾ। ਚੜੈ ਸਥੰਡਲ ਪਰ ਚਿਤ ਸ਼ਾਂਤ। ਉਸ ਵੇਲੇ ਮਨ ਸ਼ਾਂਤ ਹੈ। ਉਤਲੀ ਚੋਟੀ ਤੇ ਹੇਮਕੁੰਡ ਪਰਬਤ ਦੀ ਤੇ ਚੜ ਗਏ। ਕੁਛ ਬਿਸਤਰ ਪਰ ਹੋਏ ਪਦਮਾਸਨ। ਉੱਥੇ ਦੱਬ ਦਾ ਸਤ ਸੰਜੀ ਬਿਸਤਰਾ ਵਿਛਾਇਆ ਸੀ, ਉਹਦੇ ਤੇ ਪਦਮਾਸਨ ਲਾ ਲਿਆ। ਬੈਠ ਗਏ ਕਰਕੇ ਰਿਜ ਗਾਤ। ਐਨ ਸਰੀਰ ਸਿੱਧਾ ਕਰਕੇ ਕਮਰੋੜ ਨੂੰ ਬੈਠ ਗਏ। ਖੈਂਚ ਪ੍ਰਾਨ ਕੋ ਜੋਰ ਪਾਏ ਕਰ। ਸਾਧਨ ਤਾਂ ਅੱਗੇ ਹੀ ਸਤ ਸੰਗਤ ਜੀ ਬਥੇਰੇ ਕੀਤੇ ਸੀ, ਜੁਗਾਂ ਦੇ ਜੁਗ ਲੰਘ ਗਏ। ਇੱਕਦਮ ਸਤ ਸੰਜੀ ਪਾ ਕੇ ਜੋਰ ਪੌਣ 10ਵੇਂ ਦੁਆਰ ਚੜਾ ਲਈ ਸਵਾਸ ਸੀ ਜਿਹੜੇ। 10ਵਾਂ ਦੁਆਰ ਫੋਰ ਭੋਕੀਨ। 10ਵਾਂ ਦੁਆਰ ਭੰਨ ਦਿੱਤਾ ਸਤ ਸੰਗਤ ਜੀ, ਜਿਹੜੇ ਤਾਲੂਏ ਦੇ ਵਿੱਚ ਗਲੀ ਹੋ ਗਈ। ਜਨਮ ਧਰਮ ਕੋ ਧਰਨ ਵਿਖੇ ਪ੍ਰਭ। ਹਵਾ 'ਚ ਬੜੀ ਸ਼ਕਤੀ ਹੁੰਦੀ ਹੈ। ਖਾਲਸਾ ਜੀ ਪ੍ਰਾਣ ਰੋਕ ਕੇ 10ਵੇਂ ਦੁਆਰ ਥਾਈ ਤਾਹਾਂ ਨੂੰ ਕੱਢ ਦਿੱਤੇ। ਉਸ ਪੌਣ ਨੇ ਸਤ ਸੰਗਤ ਜੀ ਉੱਤੇ ਤਾਲੂਏ ਦੇ ਛੇਕ ਕਰਕੇ ਬਾਹਰ ਨਿਕਲਣਾ ਕੀਤਾ। ਆ ਮਾਈਆਂ ਸਿਆਣੀਆਂ ਨੂੰ ਪਤਾ ਹੈ, ਬੱਚੇ ਜਦੋਂ ਸਤ ਸੰਗਤ ਜੀ ਬਾਲਕੀ ਹੁੰਦੇ ਆ, ਮਹੀਨੇ 2 ਮਹੀਨੇ ਦੇ, ਇਹ ਮਾਈਆਂ ਤਾਲੂਏ ਦੇ ਉੱਤੇ ਬੜੇ ਮੱਖਣੀਆਂ ਮੁਖਣੀਆਂ ਲਾਉਂਦੀਆਂ ਨੇ। ਉਹ ਸਤ ਸ੍ਰੀ ਟਸ ਟਸ ਕਰਦਾ ਹੁੰਦਾ, ਬਿਲਕੁਲ ਪਤਲਾ ਪੜਦਾ ਹੁੰਦਾ ਉੱਥੇ। ਹੋੜ ਸਮੰਤ ਬੜੇ ਉਹ ਵਿੱਚ ਧਾਏ। ਆਪਾਂ ਜੀਵ ਆਤਮਾ ਸਤ ਸੰਗਤ ਜੀ ਉੱਥੋਂ ਦੀ ਪ੍ਰਵੇਸ਼ ਹੁੰਦਾ ਹੈ ਦੇਹ ਦੇ ਅੰਦਰ। ਦੇਹ ਤਾਂ ਸਤ ਸੰਗਤ ਜੀ ਮਾਤਾ ਦੀ ਰਕਤ ਬਿੰਦ ਤੋਂ ਬਣਨੀ ਹੋਈ ਆ ਮਾਤਾ ਦੇ ਉਦਰ 'ਚ। ਜੀਵ ਆਤਮਾ ਜਿਹੜਾ ਉੱਥੋਂ ਦੀ ਆ ਕੇ ਪ੍ਰਵੇਸ਼ ਹੁੰਦਾ। ਮਾਈਆਂ ਬਹੁਤ ਖਿਆਲ ਰੱਖਦੀਆਂ ਉੱਥੇ ਕਿਤੇ ਸੱਟ ਨਾ ਵੱਜ ਜੇ। ਇਸ ਤਰ੍ਹਾਂ ਜੋਗੀ ਸਤ ਸੰਗਤ ਜੀ 10ਵੇਂ ਦੁਆਰ ਪ੍ਰਾਣ ਚੜਾ ਕੇ ਉਹ ਥਾਂ ਦੇ ਵਿੱਚ ਦੀ ਪ੍ਰਾਣ ਕੱਢ ਦਿੰਦੇ ਨੇ। ਐ ਸੱਚੇ ਪਾਤਸ਼ਾਹ ਨੇ ਸਰੀਰ ਤਿਆਗ ਦਿੱਤਾ ਦੁਸ਼ਟ ਦਮਨ ਰੂਪ ਵਿੱਚ।